नमस्कार आदाब सत श्री अकाल हमदर्द टीवी देखने वाले सारे दर्शकों का स्वागत है प्रोग्राम हमदर्द न्यूज़ एंड व्यूज़ खबरों का पोस्टमार्टम विच मैं हाँ तरनजीत कौर घुमन। सो दोस्तों इस वक्त ਜਿਹੜੀਆਂ ਤਾਜ਼ਾ ਖਬਰਾਂ ਹੈਗੀਆਂ ਲੇਟੈਸਟ ਖਬਰਾਂ ਹੈਗੀਆਂ ਲੈ ਕੇ ਹਾਜ਼ਰ ਹੋਏ ਹਾਂ। ਇਹਨਾਂ ਖਬਰਾਂ ਉੱਤੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਕੋਈ ਖਬਰ ਜਾਂ ਜਾਣਕਾਰੀ ਤੁਹਾਡੇ ਕੋਲ ਹੈ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ। ਨਾਲ ਇੱਕ ਜ਼ਰੂਰੀ ਸੂਚਨਾ ਹਮਦਰਦ ਮੀਡੀਆ ਗਰੁੱਪ ਨੂੰ ਕੈਨੇਡਾ ਦੀਆਂ ਵੱਖ-ਵੱਖ ਲੋਕੇਸ਼ਨਸ ਤੋਂ ਪੱਤਰਕਾਰਾਂ ਦੀ ਜ਼ਰੂਰਤ ਹੈ। ਸੋ ਤੁਸੀਂ ਮੀਡੀਆ ਦੇ ਕਿਸੇ ਵੀ ਫੀਲਡ ਦੇ ਵਿੱਚ ਤੁਸੀਂ ਜੌਬ ਕਰਨਾ ਚਾਹੁੰਦੇ ਹੋ ਮੀਡੀਆ ਸੈਕਟਰ ਦੇ ਵਿੱਚ ਹਮਦਰਦ ਟੀਵੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਵਧੀਆ ਸੈਲਰੀ ਦਿੱਤੀ ਜਾਏਗੀ, ਵਧੀਆ ਪੈਕੇਜ ਦਿੱਤਾ ਜਾਏਗਾ। ਪਾਰਟ ਟਾਈਮ ਐਂਡ ਫੁੱਲ ਟਾਈਮ ਦੋਵੇਂ ਸਾਨੂੰ ਜ਼ਰੂਰਤ ਹੈਗੀ ਹੈ ਇਸ ਵਕਤ EMPLOYEES ਦੀ। ਸੋ ਜੇਕਰ ਤੁਸੀਂ ਇੰਟਰਸਟਿਡ ਹੋ ਹਮਦਰਦ ਮੀਡੀਆ ਗਰੁੱਪ ਨਾਲ ਕੰਮ ਕਰਨ ਲਈ ਤੁਸੀਂ ਸਾਨੂੰ ਆਪਣੇ ਰੈਜ਼ਿਊਮੇ ਸੈਂਡ ਕਰ ਸਕਦੇ ਹੋ channelhamdard@gmail.com ਤੇ। ਇਹਦੇ ਨਾਲ ਹੀ ਸਾਡੀ ਵੈਬਸਾਈਟ ਤੇ ਵੀ ਜ਼ਰੂਰ ਵਿਜ਼ਿਟ ਕਰੋ ਇਸ ਵਕਤ ਤਾਜ਼ਾ ਖਬਰਾਂ ਦੇ ਲਈ ਤੇ ਨਾਲ ਦੀ ਨਾਲ ਜਿਹੜੀ 24/7 ਸਾਡਾ ਟੀਵੀ ਚੱਲਦਾ ਆ ਉਹ ਵੀ ਤੁਸੀਂ ਵੈਬਸਾਈਟ ਤੇ ਦੇਖ ਸਕਦੇ ਹੋ। ਖਬਰਾਂ ਦੀ ਸ਼ੁਰੂਆਤ ਵਿੱਚ ਤੁਹਾਨੂੰ ਦੱਸ ਦਈਏ ਜਿਹੜੀਆਂ ਪ੍ਰਮੁੱਖ ਖਬਰਾਂ ਅਸੀਂ ਡਿਸਕਸ ਕਰਨ ਵਾਲੇ ਹਾਂ ਉਹਨਾਂ ਵਿੱਚੋਂ ਮੇਨ ਖਬਰਾਂ ਨੇ ਜੀ CRA ਦੇ ਅਕਾਊਂਟ ਵਿੱਚ 1 ਮਿਲੀਅਨ ਦੇ ਚੈੱਕ ਤੁਹਾਨੂੰ ਦੇ ਸਕਦੇ ਨੇ ਹਜ਼ਾਰਾਂ ਦਾ ਕਰਜ਼। ਫੂਡ ਬੈਂਕ ਨੂੰ ਦਿੱਤਾ 20 ਸਾਲ ਪੁਰਾਣਾ ਮਿਆਦ ਪੁੱਗੀ ਵਾਲਾ ਭੋਜਨ, ਕਿਸਨੇ ਦਿੱਤਾ, ਕਦੋਂ ਦਿੱਤਾ, ਕਿੱਥੇ ਦਿੱਤਾ, ਕੀ ਹੋਇਆ, ਇਹਦੇ ਬਾਰੇ ਗੱਲਬਾਤ ਕਰਾਂਗੇ। ਨਾਲ ਹੀ ਅਮਰੀਕਾ ਦੇ ਵਿੱਚ ਬਾਲੀਵੁੱਡ ਅਭਿਨੇਤਰੀ ਤੇ ਉਸ ਦੇ ਸਾਥੀ ਹਵਾਲਾ ਪੈਸੇ ਤੇ ਨਸ਼ੇ ਦੇ ਕਾਰੋਬਾਰ ਦੇ ਵਿੱਚ ਸ਼ਾਮਲ। ਕਿਹੜੀ ਹੈ ਇਹ ਬਾਲੀਵੁੱਡ ਦੀ ਅਭਿਨੇਤਰੀ, ਕੀ ਇਹਨਾਂ ਨੇ ਹੋਰ ਕਾਰਨਾਮੇ ਕੀਤੇ ਨੇ, ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਤੇ ਸਾਥੀ ਕੌਣ ਨੇ ਇਹ ਵੀ ਨਾਲ ਤੁਹਾਨੂੰ ਦੱਸਾਂਗੇ। ਉਸ ਤੋਂ ਬਾਅਦ ਇੱਕ ਬੇਕਸੂਰ ਕੈਦੀ ਦੀ ਇੱਕ ਸਟੇਟਮੈਂਟ ਸਾਹਮਣੇ ਆਈ ਹੈ। ਉਹਨੇ ਕਿਹਾ ਹੈ ਕਿ ਮੇਰੀ ਜ਼ਿੰਦਗੀ ਦੇ ਜੇਲ੍ਹ 'ਚ ਗੁਜ਼ਾਰੇ 44 ਸਾਲ ਲੱਖਾਂ ਕੀਮਤੀ ਡਾਲਰਾਂ ਦੇ ਮੁਕਾਬਲੇ ਕੁਝ ਵੀ ਨਹੀਂ ਹੈਗੇ। ਸੋ ਅਜਿਹਾ ਉਸਨੇ ਕਿਉਂ ਕਿਹਾ, ਉਸਨੂੰ ਲੱਖਾਂ ਡਾਲਰਾਂ ਦੇ ਬਾਰੇ ਕਿਸਨੇ ਗੱਲ ਕੀਤੀ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਹੀ ਦੱਸੀਏ ਕਿ ਅਮਰੀਕਾ 'ਚ ਮਿਲਿਆ ਕਰੋਨਾ ਵਾਇਰਸ ਤੇ ਭਾਰਤੀ ਵੈਰੀਐਂਟ ਦਾ ਪਹਿਲਾ ਮਾਮਲਾ। ਭਾਰਤ ਵਿੱਚ ਕਰੋਨਾ ਵਾਇਰਸ ਦਾ ਇੱਕ ਆਪਣਾ ਨਵਾਂ ਵੈਰੀਐਂਟ ਸ਼ੁਰੂ ਹੋ ਚੁੱਕਿਆ ਹੈ ਤੇ ਹੁਣ ਇਹ ਅੱਗੇ ਫੈਲਣਾ ਸ਼ੁਰੂ ਹੋ ਚੁੱਕਿਆ ਹੈ। ਅਮਰੀਕਾ ਦੇ ਵਿੱਚ ਇਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਗੱਲਬਾਤ ਕਰਾਂਗੇ ਕਿੰਨਾ ਕੁ ਖਤਰਨਾਕ ਹੋ ਸਕਦਾ ਹੈ ਭਾਰਤੀ ਵੈਰੀਐਂਟ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਜੋੜ ਲੈਂਦੇ ਹਾਂ ਜੀ ਮੇਰੇ ਸਹਿਯੋਗੀ ਮਰਗਿੰਦਰ ਨਾਚੀ ਨੂੰ। ਸਵਾਗਤ ਹੈ ਸਰ। ਤੁਹਾਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਜੀ। ਸਾਨੂੰ ਟੈਕਨੀਸ਼ੀਅਨ ਵੀ ਚਾਹੀਦੇ ਨੇ ਜੀ ਜਿਹੜੇ ਕੈਮਰਾ ਆਪਰੇਟ ਕਰ ਸਕਦੇ ਹੋਣ। ਜੇ ਤੁਹਾਨੂੰ ਨੌਲੇਜ ਹੈਗੀ ਆ ਟ੍ਰੇਨ ਅਸੀਂ ਤੁਹਾਨੂੰ ਕਰ ਲਾਂਗੇ ਜੀ, ਸਾਨੂੰ ਬਹੁਤ ਜ਼ਰੂਰਤ ਹੈਗੀ ਆ। ਫੋਨ ਨੰਬਰ ਦੇ ਦੇਣਾ ਜੀ ਮੈਂ 4164336342 4164336342 ਤੇ ਤੁਸੀਂ ਫੋਨ ਕਰ ਸਕਦੇ ਹੋ। ਤੁਸੀਂ ਆਪਣਾ ਜੇ ਤੁਹਾਨੂੰ ਨਹੀਂ ਪਿਕ ਕਰਦੇ ਤਾਂ ਪਲੀਜ਼ ਲੀਵ ਯੂਰ ਮੈਸੇਜ ਤੇ ਅਸੀਂ ਤੁਹਾਨੂੰ ਕਾਲ ਬੈਕ ਲਾਜ਼ਮੀ ਜ਼ਰੂਰ ਕਰਾਂਗੇ ਜੀ। ਮੇਰੇ ਖਿਆਲ ਫੇਸਬੁੱਕ ਵੀ ਸ਼ਾਇਦ ਚੱਲ ਪਈ ਹੈ, ਪਹਿਲਾਂ ਲੱਗਦਾ ਸੀਗਾ ਕੁਛ ਜੀ। ਨਾਲ ਦੀ ਨਾਲ ਲਾਈਵ ਤੁਸੀਂ ਸਾਡਾ ਫੇਸਬੁੱਕ ਤੇ ਵੀ ਦੇਖ ਸਕਦੇ ਹੋ। ਜੇ ਸੂਰਜ ਚੜ੍ਹਦਾ ਜੋਸ਼ੀਲਾ ਹੋ ਤਾਂ ਵੇਲਾ ਡੁੱਬਣ ਦਾ ਵੀ ਆਉਂਦਾ ਹੈ। ਜਵਾਨੀ 4 ਦਿਨਾਂ ਤੋਂ ਬਾਅਦ ਵੇਲਾ ਉੱਬਣ ਦਾ ਵੀ ਆਉਂਦਾ ਹੈ। ਦਿਲ ਨੂੰ ਖੁਮਾਰ ਹੁੰਦਾ ਨਸ਼ੀਲੀਆਂ ਜ਼ਹਿਰੀਲੀਆਂ ਅੱਖਾਂ ਦਾ, ਖੁਮਾਰ ਲੈਣ ਤੋਂ ਬਾਅਦ ਵੇਲਾ ਅੱਖਾਂ ਭਿੱਜਣ ਦਾ ਵੀ ਆਉਂਦਾ। ਆਪਣੇ ਹੱਥੀਂ ਤਿਆਰ ਕਰਦੇ ਹਾਂ ਗਹਿਰੀ ਦਲਦਲ ਅਸੀਂ, ਪਰ ਭੁੱਲ ਜਾਂਦੇ ਹਾਂ ਕਿ ਵੇਲਾ ਸਾਡੇ ਜਦੋਂ ਵਕਤ ਸਾਡਾ ਹੁੰਦਾ ਤਾਂ ਅਸੀਂ ਮੁੱਠੀ ਵਿੱਚ ਲੈ ਘੁੰਮਦੇ ਹਾਂ। ਵਕਤ ਦੀ ਸੂਈ ਪੁੱਠੀ ਘੁੰਮੀ ਤੇ ਵੇਲਾ ਚੁੱਭਣ ਦਾ ਵੀ ਆਉਂਦਾ ਹੈ। ਵੇਲਾ ਚੁੱਭਣ ਦਾ ਵੀ। ਕੀ ਬਾਤ ਹੈ ਸਰ, ਬਹੁਤ ਖੂਬ। ਦੇਖੋ ਤਰਨ, ਸਮੇਂ ਦੀ ਗੱਲ ਹੁੰਦੀ ਹੈ। ਬੰਦੇ ਨੂੰ ਬਹੁਤਾ ਰੱਬ ਨੂੰ ਟੱਪ ਨਹੀਂ ਆਖਣਾ ਚਾਹੀਦਾ, ਕੁਛ ਜ਼ਰੂਰ ਕਰਕੇ ਰਹਿਣਾ ਚਾਹੀਦਾ। ਬਿਲਕੁਲ ਸਰ, ਕਈ ਵਾਰੀ ਮਿਹਨਤ ਦਾ ਮੁੱਲ ਤਾਂ ਮਿਲਦਾ ਹੀ ਹੁੰਦਾ। ਚਲੋ ਆਪਾਂ ਕਹਿੰਦੇ ਹਾਂ ਮਿਹਨਤ ਦੇ ਮੁਕਾਮ ਬੰਦਾ ਹਾਸਲ ਕਰਦਾ ਆ, ਪਰ ਕਈ ਵਾਰੀ ਬੰਦਾ ਫਿਰ ਆਪਣੀ ਮਿਹਨਤ ਨੂੰ ਹੀ ਜ਼ਿਆਦਾ ਕ੍ਰੈਡਿਟ ਦੇਣ ਲੱਗ ਜਾਂਦਾ ਹੈ ਤੇ ਰੱਬ ਨੂੰ ਕੁਛ ਨਹੀਂ ਸਮਝਦਾ। ਦੇਖੋ ਤਰਨ, ਜੋ ਵਧੀਆ ਹੋਇਆ ਉਹ ਮੈਂ ਕੀਤਾ, ਜੋ ਮਾੜਾ ਹੋਇਆ ਉਹ ਰੱਬਾ ਦਿਮਾਗ ਹੀ ਕਰਤਾ। ਪਰ ਨਾ फिर गल ऐसी होंगी है, होगा मसीहा सामने तेरे फिर भी न तू बच पाएगा, तेरा अपना खून ही आखिर तुझको आग लगाएगा। क्या बात। आसमान पे उड़ने वाले मिट्टी में मिल जाएगा। बहुत जरूर सोच कर। बिल्कुल जी। ਤੇ ਅੱਜ ਤੁਹਾਨੂੰ ਦੱਸ ਦਈਏ ਕਿ ਅੱਜ 8 ਅਪ੍ਰੈਲ ਹੈ, ਜਿਵੇਂ ਕਿ ਮਰਗਿੰਦਰ ਨਾਚੀ ਨੇ ਕਿਹਾ ਸੀ ਕਿ ਵੈਕਸੀਨ ਉਹਨਾਂ ਦੀ ਅੱਜ ਅਪਾਇੰਟਮੈਂਟ ਸੀ। ਸਰ ਫਾਈਨਲੀ ਸਾਰਿਆਂ ਨੂੰ ਕਿਹਾ ਜਾਂਦਾ ਸੀ ਇੱਥੇ ਹਮੇਸ਼ਾ ਕਹਿੰਦੇ ਆ ਕਿ ਵੈਕਸੀਨ ਲਗਵਾਓ, ਅਪਾਇੰਟਮੈਂਟ ਮਿਲੀ ਆ। ਫਾਈਨਲੀ ਤੁਹਾਡੀ ਵੀ ਅਪਾਇੰਟਮੈਂਟ ਸੀ, ਅੱਜ ਵੈਕਸੀਨ ਲਗਵਾ ਕੇ ਆਏ ਹੋ। ਕਿਵੇਂ ਦਾ ਰਿਹਾ ਲਾਈਵ ਕਰ ਰਹੇ ਹੋ ਆ ਕੇ ਵੈਕਸੀਨ ਲਗਵਾਉਣ ਤੋਂ ਬਾਅਦ? ਬਿਲਕੁਲ ਜੀ, ਦੇਖੋ ਮੈਂ ਸਭ ਨੂੰ ਰਿਕਮੈਂਡ ਕਰਦਾ ਜੀ ਕਿ ਵੈਕਸੀਨ ਲਵਾਉਣਾ ਚਾਹੀਦਾ। ਸੈਕੰਡਲੀ ਸਾਨੂੰ ਕੁਝ ਦਿਨ ਪਹਿਲਾਂ ਮੈਸੇਜ ਆਇਆ ਸੀ ਤੁਹਾਨੂੰ ਕੀ ਮਿਲਦਾ ਇਸ ਗੱਲ ਦੇ ਵਿੱਚ, ਪੈਸੇ ਮਿਲਦੇ? ਨਹੀਂ। ਅਸੀਂ ਤੁਹਾਡੀ ਆਪਣੀ ਸਾਰਿਆਂ ਦੀ ਆਪਾਂ ਪਰਿਵਾਰ ਹੈ, ਤੁਹਾਡੀ ਸਾਰਿਆਂ ਦੀ ਅਸੀਂ ਸਿਹਤਯਾਬੀ ਚਾਹੁੰਦੇ ਹਾਂ, ਸਾਰੇ ਪਰਿਵਾਰ ਠੀਕ ਰਹੋ। ਸੋ ਜੇ ਸਰਕਾਰ ਰਿਕਮੈਂਡ ਕਰਦੀ ਹੈ, ਦਵਾਈ ਆਈ ਹੋਈ ਹੈ ਤਾਂ ਆਪਾਂ ਨੂੰ ਲੈ ਲੈਣੀ ਚਾਹੀਦੀ ਹੈ। ਮੇਰੀ ਅੱਜ ਬਰੈਂਪਟਨ ਦੇ ਵਿੱਚ ਜੀ ਜਿਹੜਾ ਚਿੰਕੂਜ਼ੀ ਵੈਲਨੈਸ ਸੈਂਟਰ ਉੱਥੇ ਅਪਾਇੰਟਮੈਂਟ ਸੀ।
ਮੈਂ ਉੱਥੇ ਬਾਰੇ ਤੁਹਾਨੂੰ ਜ਼ਰੂਰ ਦੱਸਦਾ। ਮੈਂ ਤੁਹਾਨੂੰ ਗਿਆ ਉੱਥੇ ਤਾਂ ਕੋਈ ਭੀੜ ਨਹੀਂ ਹੈ, ਫ੍ਰੀ ਪਾਰਕਿੰਗ ਹੈ ਜੀ। ਜਦੋਂ ਮੈਂ ਅੰਦਰ ਐਂਟਰ ਕਰਦਾ ਤਾਂ ਆਪਣੀ ਇੱਕ ਬੱਚੀ ਖੜੀ ਸੀ, ਮੈਨੂੰ ਕਹਿੰਦੀ ਅੰਕਲ ਜੀ ਸਤਿ ਸ਼੍ਰੀ ਅਕਾਲ। ਮੈਂ ਕਹਤੀ ਇਹ ਸਵਾਦ ਲਿਆ ਤਾਂ ਦਸਤਾਰ ਦਾ ਫਰਕ ਹੈ, ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਈ। ਤੇ ਜੀ ਅੱਗੇ ਗਿਆ ਤਾਂ ਉਹਨਾਂ ਨੇ ਜਿਹੜਾ ਤੁਹਾਡਾ ਆਪਣਾ ਮਾਸਕ ਲਾ ਕੇ ਜਾਣਾ, ਉੱਥੇ ਉਹਨਾਂ ਨੇ ਕਹਿਣਾ ਜੀ ਆਪਦਾ ਮਾਸਕ ਲਾ ਲਓ ਤੇ ਸਾਡਾ ਮਾਸਕ ਵਰਤੋ। ਰਜਿਸਟ੍ਰੇਸ਼ਨ ਹੋਣੀ ਹੈ, ਤੁਹਾਡੇ ਕੋਲ ਜੀ ਡਰਾਈਵਰਸ ਲਾਇਸੈਂਸ ਜਾਂ ਕੋਈ ਐਡਰੈਸ ਜਿਹੜੇ ਤੇ ਤੁਸੀਂ ਰਹਿ ਰਹੇ ਹੋ ਉਹਦਾ ਪ੍ਰੂਫ ਚਾਹੀਦਾ। ਤੇ ਸੈਕੰਡਲੀ ਤੁਹਾਡਾ ਹੈਲਥ ਕਾਰਡ, ਇਹ ਜ਼ਰੂਰੀ ਹੈ। ਉਹ ਤੁਹਾਡੀ ਇਨਫੋਰਮੇਸ਼ਨ ਲੈਂਦੇ ਆ, 5-4 ਮਿੰਟ ਲੱਗਦੇ ਆ। ਤੁਸੀਂ ਜਦ ਨੂੰ ਤੁਹਾਨੂੰ ਫਿਰ ਉਹ ਅੰਦਰ ਲੈ ਜਾਂਦੇ ਨੇ। ਉੱਥੇ ਤੁਹਾਨੂੰ ਕਈ ਸਵਾਲ ਹੈ ਜਿਹੜੇ ਮੈਡੀਕਲ ਸੰਬੰਧਿਤ ਸਵਾਲ ਹੈ, ਤੁਸੀਂ ਕੋਈ ਬਿਮਾਰੀ ਹੈ, ਕੋਈ ਈਵਨ ਕੈਂਸਰ ਤੱਕ ਵੀ ਪੁੱਛਿਆ ਜਾਂਦਾ। ਤੁਹਾਨੂੰ ਸਾਰੀ ਇਨਫੋਰਮੇਸ਼ਨ ਪੁੱਛਦੇ ਆ। ਜਿਹੜੀ ਰਜਿਸਟਰਡ ਨਰਸ ਹੈਗੀ ਆ, ਤੁਹਾਨੂੰ ਇਹਨੇ ਟੀਕਾ ਲਾਉਣਾ ਹੈ, ਉਹ ਜੋ ਸਵਾਲ ਪੁੱਛਦੀ ਹੈ ਤੁਸੀਂ ਉਹਨਾਂ ਸਹੀ ਜਵਾਬ ਦਿੰਦੇ ਹੋ ਜੀ, ਫਿਰ ਉਹ ਤੁਹਾਨੂੰ ਐਡਮਿਨਿਸਟਰ ਕਰਦੇ ਆ। ਇਸ ਵੇਲੇ ਫਾਈਜ਼ਰ ਦਾ ਇਸ ਜਗ੍ਹਾ ਦੇ ਉੱਤੇ ਹੈਗਾ। ਤੁਸੀਂ ਜਦੋਂ ਉੱਥੇ ਐਂਟਰ ਕਰਦੇ ਹੋ ਤਾਂ ਉੱਥੇ ਸਵਾਲ ਪੁੱਛ ਸਕਦੇ ਹੋ ਉੱਥੇ ਕਿ ਜੀ ਮੈਨੂੰ ਜਿਹੜਾ ਵੈਕਸੀਨ ਲੱਗਣਾ ਉਹ ਕਿਹੜਾ ਹੈ। ਜੇ ਤੁਸੀਂ ਉਹਨਾਂ ਐਗਰੀ ਕਰਦੇ ਹੋਗੇ ਤਾਂ ਜਾਓ, ਅਦਰਵਾਈਜ਼ ਯੂ ਕੈਨ ਕੈਂਸਲ ਯੂਰ ਅਪਾਇੰਟਮੈਂਟ ਰਾਈਟ ਔਨ ਦਾ ਸਪੌਟ ਕਿ ਮੈਂ ਨਹੀਂ ਲਵਾਉਣਾ ਚਾਹੁੰਦਾ। ਅੰਦਰ ਜਾਂਦੇ ਹੋ, ਤੁਹਾਨੂੰ ਵੈਕਸੀਨ ਜਦੋਂ ਲਾ ਦਿੰਦੇ ਆ, ਵੈਕਸੀਨ ਕਰਨ ਬਹੁਤ ਛੋਟੀ ਜਿਹੀ ਵਾਇਲ ਆਈਡਿਕ ਹੈ ਜਿਹ 'ਚ 6 ਹੁੰਦੀਆਂ ਜੀ ਡੋਜ਼ਿਸ। ਉਹ ਸਪੈਸ਼ਲ ਟਾਈਪ ਆਫ ਸਿਰਿੰਜ ਹੈ। ਜਿਹੜੀਆਂ ਪਹਿਲਾਂ ਵਾਇਲ ਉਹੀ ਆਈ ਸੀਗੀ ਤੇ ਉਹ 'ਚ ਜਿਹੜੀ ਪਹਿਲੀ ਸਰਟਨ ਟਾਈਪ ਆਫ ਸਿਰਿੰਜ ਆਮ ਵਰਤੀ ਜਾਂਦੀ ਹੈ ਉਹ 'ਚੋਂ 5 ਹੀ ਨਿਕਲਦੀਆਂ ਸੀਗੀਆਂ, ਕੁਛ ਬਚ ਜਾਂਦੀ ਸੀ ਕਿਉਂਕਿ ਉਹ 3 ਮਿਲੀਲੀਟਰ ਵਾਲੀ ਵਾਇਲ ਹੈਗੀ ਹੈ ਤੇ ਉਹਦੇ 'ਚ ਜ਼ਿਆਦਾ ਆ ਬਸ ਸੀਗਾ। ਤੇ ਪਰ ਹੁਣ ਜਿਹੜੀ ਸਪੈਸ਼ਲ ਸਿਰਿੰਜ ਆ ਉਹ 1 ਮਿਲੀਲੀਟਰ ਦੀ ਵੀ ਮੈਜਰਮੈਂਟ ਕਰਦੀ ਹੈਗੀ ਆ। ਇਸ ਕਰਕੇ ਉਹ 'ਚੋਂ 6 ਡੋਜ਼ਸ ਆਉਂਦੀਆਂ ਨੇ। 5 ਮਿੰਟ ਵੀ ਨਹੀਂ ਲੱਗਦੇ ਜੀ ਤੁਹਾਨੂੰ ਡੋਜ਼ ਲਾਉਣ ਦੇ। ਫਿਰ 15 ਮਿੰਟ ਵਾਸਤੇ ਤੁਹਾਨੂੰ ਉੱਥੇ ਬਹਿਣਾ ਪੈਂਦਾ। ਜੇ ਤੁਸੀਂ ਠੀਕ ਫੀਲ ਕਰਦੇ ਹੋ ਤਾਂ ਆਉਂਦੇ ਹੋਏ ਨੇ ਤੁਹਾਨੂੰ ਉਹ ਇੱਕ ਪਰਚੀ ਦੇਣਗੇ, ਉੱਤੇ ਲਿਖਿਆ ਹੋਏਗਾ ਕਿ ਤੁਹਾਨੂੰ ਵੈਕਸੀਨ ਲੱਗ ਗਿਆ ਹੈਗਾ। ਤੁਸੀਂ ਅਗਲੀ ਅਪਾਇੰਟਮੈਂਟ ਵਾਸਤੇ ਤੁਹਾਨੂੰ ਆਉਣ ਦੇ ਬਾਰੇ ਵੀ ਕਿਹਾ ਜਾਂਦਾ। ਇੱਕ ਦਿਨ ਸਵਾਲ ਆਇਆ ਸੀਗਾ ਤਰਨ ਕਿ ਇਹ ਹੋ ਸਕਦਾ ਵੀ ਇੱਕ ਮੋਡਰਨਾ ਦਾ ਲੱਗਿਆ ਹੋਵੇ ਤੇ ਇੱਕ ਫਾਈਜ਼ਰ ਦਾ ਲੱਗਿਆ ਹੋਵੇ। ਨਹੀਂ ਜੀ, ਜਿਹੜੀ ਸਾਡੀ ਸਰਕਾਰ ਆ ਇਹ ਨਹੀਂ ਕਰ ਰਹੀ। ਔਰ ਉਹਨੇ ਮੈਂ ਜਿਹੜਾ ਪੇਪਰ ਵਰਕ ਹੈਗਾ ਉਹ 'ਤੇ ਦੇਖਿਆ ਹੋਇਆ ਵੀ ਇਟ ਮੀਨਸ ਜੇ ਪਹਿਲਾ ਇੱਕ ਕੰਪਨੀ ਦਾ ਤੇ ਦੂਜੀ ਕੰਪਨੀ ਦਾ, ਇਟ ਮੀਨਸ ਉਹ ਕੋਈ ਫਰਕ ਨਹੀਂ ਹੈ। ਦੋਨੇ ਪਹਿਲੇ ਹੋਣਗੇ, ਉਹ ਦੂਜਾ ਵੈਕਸੀਨ ਨਹੀਂ ਗਿਣਿਆ ਜਾਵੇਗਾ। ਸੋ ਸਾਡੀ ਸਰਕਾਰ ਇਹ ਜਿਹੜਾ ਪਹਿਲਾ ਮੈਡੀਸਨ ਦਾ ਲੱਗਿਆ ਜੀ ਉਹੀ ਤੁਹਾਨੂੰ ਦੂਜਾ। ਇੱਕ ਮੈਂ ਹੋਰ ਗੱਲ ਜਿਹੜੀ ਨੋਟ ਕੀਤੀ ਆ ਉਸ ਜਗ੍ਹਾ ਤੇ, ਜਿਹੜੇ ਸਾਡੇ ਬਜ਼ੁਰਗ ਜਾਂਦੇ ਨੇ, ਇੱਕ ਉੱਥੇ ਮਾਤਾ ਜੀ ਆਏ ਹੋਏ ਸੀਗੇ। ਹੁਣ ਪਲੀਜ਼ ਜਿਹਨੇ ਵੀ ਜਾਣਾ ਇੱਕ ਤਾਂ ਅੱਧੀ ਬਾਹਾਂ ਵਾਲੀ ਕਮੀਜ਼ ਚਾਹੀਦੀ ਹੈ ਜੀ। ਉਹਨਾਂ ਦੇ ਪੂਰੀਆਂ ਬਾਹਾਂ ਵਾਲੀ ਕਮੀਜ਼ ਸੀ, ਗਲ ਵੀ ਤੰਗ ਸੀਗਾ ਜਿਸ ਤੋਂ ਮੋਢਾ ਨੰਗਾ ਨਹੀਂ ਕੀਤਾ ਜਾ ਸਕਦਾ ਸੀ। ਸੋ ਦੇयर इज अ ਪ੍ਰੋਬਲਮ। ਕੋਸ਼ਿਸ਼ ਕਰੋ ਕਿ ਟੀ-ਸ਼ਰਟ ਪਾ ਕੇ ਜਾਓ ਜਾਂ ਜਿੰਨਾ ਤੁਹਾਡਾ ਮੋਢਾ ਨੰਗਾ ਹੋ ਸਕੇ। ਕੁਛ ਇਸ ਸਕੀਮ ਦੇ ਨਾਲ ਜਾਓ ਤਾਂ ਉੱਪਰ ਜੈਕਟ ਪਾ ਲਓ। ਅੱਜ ਕੱਲ੍ਹ ਮੌਸਮ ਕੁਛ ਐਸਾ ਹੀ ਹੈਗਾ, ਕੋਈ ਏਡੀ ਲੋੜ ਠੰਡ ਵੇਲੇ ਵੱਡੇ ਕੋਟ ਪਾਉਣ ਦੀ ਲੋੜ ਵੀ ਨਹੀਂ। ਪਰ ਤੁਸੀਂ ਇੱਕ ਇਹ ਗੱਲ ਜ਼ਰੂਰ ਕਰਕੇ ਜਾਇਓ ਕਿ ਈਜ਼ੀਲੀ ਤੁਹਾਡੇ ਜਿਹੜਾ ਵੈਕਸੀਨ ਹੈ ਉਹ ਲੱਗ ਸਕਦਾ ਹੋਵੇ, ਉੱਥੇ ਆਪਦੇ ਆਪ ਨੂੰ ਅਧੇੜਨ ਵਾਲੀ ਗੱਲ ਨਾ ਕਰਨੀ ਪਵੇ। ਇਸ ਕਰਕੇ ਤੁਸੀਂ ਫਿਰ ਉੱਥੇ ਤੁਹਾਨੂੰ 15 ਮਿੰਟ ਵਾਸਤੇ ਬਹਿਣਾ ਪੈਂਦਾ। ਕੋਈ ਜੇ ਗੱਲ ਐਸੀ ਬਾਤ ਨਹੀਂ ਹੈਗੀ ਹੈ ਤਾਂ ਤੁਸੀਂ ਆਉਂਦੇ ਨੇ ਆਪਣਾ ਉਹ ਜਿਹੜੀ ਰਸੀਦ ਹੈਗੀ ਹੈ ਜਿੱਥੇ ਲਿਖਿਆ ਗਿਆ ਕਿ ਹਾਂ ਤੁਸੀਂ ਕੋਵਿਡ ਦਾ ਵੈਕਸੀਨ ਲੈ ਲਿਆ, ਉਹ ਲੈ ਕੇ ਤੁਸੀਂ ਬਾਹਰ ਆਉਣਾ। ਜੇ ਕਿਤੇ ਦਰਦ ਹੁੰਦੀ ਹੈ ਮਾੜੀ ਮੋਟੀ ਤਾਂ ਉਹ ਕਹਿੰਦੇ ਜੀ ਟਾਇਰਨੋਲ ਲੈ ਲਿਓ, ਅਦਰਵਾਈਜ਼ ਮੈਨੂੰ ਤਾਂ ਕੋਈ ਤਕਲੀਫ ਹੈ ਨਹੀਂ ਗੀ, ਬਟ ਜੇ ਲੋੜ ਹੈਗੀ ਤਾਂ ਟਾਇਰਨੋਲ ਲੈ ਕੇ ਉਹ ਨਾ ਕਰ ਸਕਦਾ। ਸਮੇਂ ਪੁੱਛਣ ਨਹੀਂ ਵਾਲੀ ਸੀ ਕਿੱਦਾਂ ਦਾ ਫੀਲ ਹੋ ਰਿਹਾ? ਫੀਲ ਹੈ ਮਤਲਬ ਤੁਸੀਂ ਇਹਦਾ ਮਤਲਬ ਇਹ ਨਹੀਂ ਸਾਰਾ ਡਰ ਚੱਕਿਆ ਗਿਆ। ਆਪਾਂ ਸ਼ੋਅ ਕਰਦੇ ਹਾਂ ਉਸ ਵੇਲੇ ਅਸੀਂ ਮਾਸਕ ਲਾ ਲੈਂਦੇ, ਅਦਰਵਾਈਜ਼ ਈਵਨ ਵਿਦਨ ਨਹੀਂ। ਮੈਂ ਦੇਖਿਆ ਤੁਹਾਨੂੰ ਕਿ ਜਦੋਂ ਤੁਸੀਂ ਐਂਟਰ ਕਰਕੇ ਆ ਰਹੀ ਸੀ ਆਫਿਸ ਦੇ ਵਿੱਚ, ਮੈਂ ਇੱਥੇ ਹੀ ਸ਼ੂਟ ਕਰ ਰਹੀ ਸੀ ਤੇ ਮੈਂ ਤੁਹਾਨੂੰ ਵੇਖਿਆ ਕਿ ਤੁਸੀਂ ਮਾਸਕ ਪਾ ਕੇ ਆ ਰਹੇ ਸੀ। ਯੈਸ, ਕਿਉਂਕਿ ਅਸੀਂ ਮਾਸਕ ਪਾ ਕੇ ਰੱਖਦੇ ਹਾਂ ਜੀ, ਪੂਰਾ ਖਿਆਲ ਰੱਖਦੇ ਹਾਂ। ਅਸੀਂ ਇੱਕ ਬਬਲ 'ਚ ਰਹਿ ਰਹੇ ਹਾਂ ਅਸੀਂ ਜਿੰਨੇ ਅਸੀਂ ਇੱਥੇ ਕੰਮ ਕਰਦੇ ਹਾਂ, ਪਰ ਫਿਰ ਵੀ ਅਸੀਂ ਜਦੋਂ ਕੈਮਰੇ ਤੋਂ ਪਰੇ ਹੋਣੇ ਅਸੀਂ ਮਾਸਕ ਪਾ ਕੇ ਰੱਖਦੇ ਹਾਂ। ਇਹਦਾ ਮਤਲਬ ਇਹ ਨਹੀਂ ਹੈ ਹੁਣ ਜੇ ਮੇਰੀ ਵੈਕਸੀਨ ਲੱਗ ਗਿਆ ਤਾਂ ਹੁਣ ਸਭ ਕੁਝ ਠੀਕ ਹੈ, ਨਹੀਂ। ਖਿਆਲ ਤਾਂ ਸਾਰਾ ਕੁਝ ਉਹ ਵੀ ਕਰਨਾ ਪੈਣਾ। ਸਰ ਉਹਨਾਂ ਨੇ ਕੀ ਤੁਹਾਨੂੰ ਸੈਕਿੰਡ ਡੋਜ਼ ਦੇ ਬਾਰੇ ਵੀ ਜਾਣਕਾਰੀ ਦਿੱਤੀ ਕਿ ਕਦੋਂ ਸੈਕਿੰਡ ਡੋਜ਼ ਮਿਲਣ ਦੀ ਸੰਭਾਵਨਾ ਤੁਹਾਨੂੰ? ਹਾਂਜੀ, ਜਦੋਂ ਤੁਸੀਂ ਫਰਸਟ ਅਪਾਇੰਟਮੈਂਟ ਬਣਾਉਣੇ ਹੋ ਉਹਦੇ ਨਾਲ ਹੀ ਤੁਹਾਡੀ ਸੈਕੰਡ ਅਪਾਇੰਟਮੈਂਟ ਆ ਜਾਂਦੀ ਹੈ। ਉਹਦੇ ਉਸੇ ਇੱਕੋ ਇਨਫੋਰਮੇਸ਼ਨ ਦੇ ਵਿੱਚ ਹੀ ਹੈਗੀ ਹੈ। ਮੇਰੀ ਉਹਨਾਂ ਨੇ ਡੇਟ ਦਿੱਤੀ ਹੋਈ ਹੈ, ਦੈਟ ਇਜ਼ ਐਂਡ ਆਫ ਜੁਲਾਈ। ਸੋ 4 ਮਹੀਨੇ ਵਿਚਾਲੇ ਹੈਗੇ ਆ। ਇਹ ਡੇਟ ਅੱਗੇ ਹੋ ਸਕਦੀ ਹੈ, ਚਾਂਸਸ ਇਹ ਹੈ ਕਿ ਅੱਗੇ ਵੀ ਹੋ ਜਾਵੇਗੀ। ਪਰ ਉਹ ਜਿਹੜਾ ਉਹਨਾਂ ਨੇ ਤੁਹਾਨੂੰ ਲੀਫਲੈਟਸ ਦਿੰਦੇ ਆ, ਪੇਪਰ ਵਰਕ ਦਿੰਦੇ ਆ, ਉਹ ਤੇ ਜਿਹੜੀ ਸਾਡੀ ਮੈਡੀਕਲ ਵਾਲੇ ਸਪੈਸ਼ਲਿਸਟ ਨੇ ਜਿਹੜੇ ਇਹ ਦੱਸਦੇ ਨੇ
ਉਹਨਾਂ ਮੁਤਾਬਕ ਅਸੀਂ 4 ਮਹੀਨੇ ਬਾਅਦ ਉਹ ਲਵਾ ਸਕਦੇ ਹਾਂ। ਸੋ ਇਸ ਕਰਕੇ ਉਹ 4 ਮਹੀਨੇ ਦੀ ਹੋਈ ਡੇਟ ਦੇ ਰਹੇ ਨੇ। ਸਰ ਇੱਕ ਪਾਸੇ ਤਾਂ ਵੈਕਸੀਨ ਦਾ ਹੁਣ ਕੰਮ ਚੱਲਦਾ ਪਿਆ ਵਾ, ਇਹ ਵੀ ਕਹਤਾ ਅਪਾਇੰਟਮੈਂਟਸ ਲੈ ਲਵੋ, ਉੱਥੇ ਦੂਜੇ ਪਾਸੇ ਇਹ ਵੀ ਕਿਹਾ ਗਿਆ ਕਿ ਮੈਂ ਕੱਲ ਹੀ ਦੇਖ ਰਹੀ ਸੀ, ਅੱਜ ਵੀ ਇਹ ਖਬਰ ਸਾਹਮਣੇ ਆਈ ਕਿ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵੀ ਹੁਣ ਆਪਦੀ ਬੁਕਿੰਗ ਕਰਵਾ ਸਕਦੇ ਨੇ। ਯਾ ਇਹ ਇਟਸ ਅ ਕਾਈਂਡ ਆਫ ਕਨਫਿਊਜ਼ਨ ਹੈ ਜੀ। ਹਜੇ ਸਰਟਨ ਜਿਹੜੇ ਪੋਸਟਲ ਕੋਡਸ ਨੇ ਉਹਨਾਂ ਵਾਸਤੇ ਆਇਆ ਕਿ 18 ਦੀ ਏਜ ਤੋਂ ਉੱਪਰ ਵਾਲੇ ਵੀ ਲਵਾ ਸਕਦੇ ਨੇ, ਬਟ ਇਹ ਸਰਕਾਰ ਵੱਲੋਂ ਇਹ ਆ ਗਿਆ 18 ਵਾਲੇ ਲਵਾ ਸਕਦੇ, ਪਰ ਜਦੋਂ ਤੁਸੀਂ ਉਸ ਜਗ੍ਹਾ ਤੇ ਫੋਨ ਕਰਦੇ ਹੋ ਕਹਿੰਦੇ ਜੀ ਹਲੇ ਸਾਡੀ ਤਿਆਰੀ ਨਹੀਂ ਹੈ। ਸੋ ਇਹ ਜਿਹੜੀ ਮਿਸਕਮਿਊਨੀਕੇਸ਼ਨ ਹੈ ਬਿਟਵੀਨ ਦ ਗਵਰਨਮੈਂਟ ਐਂਡ ਜਿਹੜੇ ਲੋਕ ਇਹਨੂੰ ਲਾਉਂਦੇ ਨੇ। ਅਜੇ 18 ਸਾਲ ਵਾਲਿਆਂ ਵਾਸਤੇ ਆਇਆ ਕੁਛ ਨਹੀਂ ਹੈ, ਬਹੁਤ ਛੇਤੀ ਆ ਜ਼ਰੂਰ ਜਾਵੇਗਾ। ਜਿਹੜੇ ਸਰਕਾਰ ਇਹ ਕਹਿ ਰਹੀ ਕਿ ਜਿਹੜੇ ਹੌਟ ਸਪੌਟਸ ਨੇ ਉੱਥੇ 18 ਵਾਲਿਆਂ ਨੂੰ ਲਾਉਣੇ ਸ਼ੁਰੂ ਕਰਨ ਜਾ ਰਹੀ ਹੈ, ਪਰ ਅਜੇ ਇਹਦੀ ਇਨਫੋਰਮੇਸ਼ਨ ਕੋਈ ਨਹੀਂ ਹੈ। ਇਨਫੋਰਮੇਸ਼ਨ ਕੋਈ ਆਏਗੀ ਜ਼ਰੂਰ, ਸੋ ਪਲੀਜ਼ ਆਉਂਦੇ ਸਾਰ ਤੁਸੀਂ ਆਪਣੀ ਬੁਕਿੰਗਸ ਕਰਾਓ। ਸਰ ਕੋਵਿਡ ਦੀ ਵੈਕਸੀਨ ਤਾਂ ਮਿਲਣੀ ਸ਼ੁਰੂ ਹੋ ਗਈ ਆ, ਲੱਗ ਵੀ ਰਹੀ ਹੈ ਇਸ ਵਕਤ ਆਪਦੇ ਵੱਲੋਂ, ਸਰਕਾਰ ਵੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਟਾਈਮ ਟੂ ਟਾਈਮ ਲੱਗੀ ਜਾਵੇ ਸਾਰਿਆਂ ਦੇ, ਤੇ ਛੇਤੀ ਹੀ ਵੈਕਸੀਨ ਦਾ ਪਹਿਲਾ ਜਿਹੜਾ ਫੇਜ਼ ਆ ਉਹਨੂੰ ਖਤਮ ਕੀਤਾ ਜਾਵੇ। ਪਰ ਦੂਜੇ ਪਾਸੇ ਹਸਪੀਟਲਸ ਦੀ ਗੱਲ ਕਰੀਏ, ਓਨਟਾਰੀਓ ਤੋਂ ਇਸ ਵਕਤ ਕਾਫੀ ਬੁਰੀ ਖਬਰ ਸਾਹਮਣੇ ਆ ਰਹੀ ਹੈ ਕਿ ਓਨਟਾਰੀਓ ਦੇ ਹਸਪੀਟਲਸ ਦੇ ਵਿੱਚ ਕਰੋਨਾ ਵਾਇਰਸ ਦੀ ਜਿਹੜੀ ਕੀ ਡਰੱਗ ਆ, ਜਿਹੜੀ ਕਰੋਨਾ ਵਾਇਰਸ ਦੇ ਪੇਸ਼ੈਂਟਸ ਨੂੰ ਇਸ ਵਕਤ ਦਵਾਈ ਦਿੱਤੀ ਜਾਂਦੀ ਆ ਹਸਪੀਟਲਸ ਦੇ ਵਿੱਚ, ਉਹ ਇਸ ਵਕਤ ਕਾਫੀ ਜ਼ਿਆਦਾ ਘੱਟ ਗਿਣਤੀ ਵਿੱਚ ਮੌਜੂਦ ਹੈ, ਲਗਭਗ ਕਹਿ ਲਵੋ ਕਿ ਆਊਟ ਆਫ ਸਟਾਕ ਹੀ ਜਾ ਰਹੀ ਹੈ। ਸੋ ਸਰ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਪਹਿਲਾਂ ਇੱਕ ਦਰਸ਼ਕ ਜੁੜ ਗਏ ਨੇ, ਉਹਨਾਂ ਦਾ ਸਵਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਅਸੀਂ ਪੁੱਛਣਾ ਚਾਹੁੰਦੇ ਕਿ ਜਿਹੜੇ ਵਿਜ਼ਿਟਰ ਆਏ ਆ ਉਹਨਾਂ ਨੂੰ ਵੈਕਸੀਨ ਲੱਗ ਸਕਦੀ? ਵਿਜ਼ਿਟਰ ਵੀਜ਼ਾ ਵਾਲਿਆਂ ਨੂੰ ਸਰਕਾਰ ਨੇ ਅਜੇ ਇਸ ਬਾਰੇ ਕੋਈ ਗੱਲ ਨਹੀਂ ਜੀ ਕੀਤੀ। ਜੇ ਤੁਸੀਂ ਲਵਾਉਣਾ ਚਾਹੁੰਦੇ ਹੋ ਪ੍ਰਾਈਵੇਟਲੀ ਤੁਸੀਂ ਲਵਾ ਸਕਦੇ ਹੋ, ਜਿਹੜੇ ਕਿ ਤੁਹਾਨੂੰ ਕਾਸਟ ਕਰੇਗਾ ਜੀ। ਵਿਜ਼ਿਟਰਸ ਬਾਰੇ ਅਜੇ ਤੱਕ ਸਰਕਾਰ ਨੇ ਕੋਈ ਅਨਾਉਂਸਮੈਂਟ ਨਹੀਂ ਕੀਤੀ ਜੀ। ਸਰਕਾਰੀ ਪੱਧਰ ਤੇ ਸਿਰਫ ਜਿਨ੍ਹਾਂ ਕੋਲ ਹਜੇ ਹੈਲਥ ਕਾਰਡ ਨੇ ਉਹਨਾਂ ਨੂੰ ਹੀ ਬੁਕਿੰਗ ਹੋ ਰਹੀ ਹੈ। ਥੈਂਕ ਯੂ ਜੀ, ਸ਼ੁਕਰੀਆ ਜੀ ਕਾਲ ਕਰਨ ਲਈ। ਕਰਨ ਜਿਹੜੇ ਅੱਜ ਫਿਰ ਆਲਮੋਸਟ 3300 ਕੇਸਿਸ ਨੇ ਜਿਹੜੇ ਸਾਡੇ ਜੀ ਕੋਵਿਡ ਦੇ, ਹੁਣ ਨਵੇਂ ਵੇਰੀਐਂਟਸ ਦੇ ਕੇਸਿਸ ਆ ਰਹੇ ਨੇ। ਜਿਹੜੀ ਕੋਵਿਡ-19 ਨੂੰ ਟ੍ਰੀਟ ਕਰਨ ਵਾਸਤੇ ਦਵਾਈ ਨਹੀਂ ਬਣੀ ਹੈ ਅਜੇ, ਜਿਹੜੀਆਂ ਹੋਰ ਦਵਾਈਆਂ ਦੇ ਮਿਕਸਚਰ ਤੁਹਾਨੂੰ ਦਿੱਤੇ ਜਾ ਰਹੇ ਨੇ, ਇਹ ਜਿਹਾ ਕੁਝ ਕੀਤਾ ਜਾ ਰਿਹਾ। ਜਿਹੜੀ ਇੱਕ ਮੇਨ ਦਵਾਈ ਹੈਗੀ ਆ ਉਹ ਦਵਾਈ ਘਟਣ ਲੱਗੀ ਹੋਈ ਹੈ, ਹੁਣ ਹਾਲਤ ਤੇ ਪਹੁੰਚੀ ਹੋਈ ਹੈ। ਸੋ ਅਸੀਂ ਤੁਹਾਨੂੰ ਕੇਅਰਫੁਲ ਕਰਦੇ ਹਾਂ ਜੀ। ਦਵਾਈ ਵੀ ਘਟਣ ਲੱਗੀ ਹੋਈ ਹੈ, ਕਈ ਹਸਪੀਟਲਸ ਦੇ ਵਿੱਚ ਉਹ ਦਵਾਈ ਨਹੀਂ ਹੈਗੀ, ਸੋ ਦੂਸਰੇ ਹਸਪੀਟਲਸ ਤੋਂ ਮੰਗਵਾਉਂਦੇ ਨੇ। ਹਾਲਤ ਇਸ ਵੇਲੇ ਹੋਈ ਹੈ, ਸੋ ਬੀ ਕੇਅਰਫੁਲ। ਜੇ ਉਹ ਦਵਾਈ ਹੋਰ ਘਟ ਜਾਂਦੀ ਹੈ ਤਾਂ ਸਾਡੇ ਬਹੁਤ ਵੱਡੀ ਪ੍ਰੋਬਲਮ ਆਏਗੀ। ICU ਯੂਨਿਟਸ ਅੱਜ 500 ਤੋਂ ਉੱਪਰ ਬੈਡਸ ਦੇ ਉੱਤੇ ਲੋਕ ਪਏ ਨੇ ਜੀ, ਜਿਹੜਾ ਕਿ ਬੜਾ ਵੱਡਾ ਨੰਬਰ ਆ। ਇੱਥੇ ਤੱਕ ਨੰਬਰ ਕਦੇ ਆਇਆ ਨਹੀਂ ਸੀਗਾ। ਸਾਨੂੰ ਬਹੁਤ ਸੀਰੀਅਸ ਹੋਣਾ ਪਵੇਗਾ, ਕੇਅਰਫੁਲ ਹੋਣਾ ਪਵੇਗਾ। ਜੇ ਅੱਗੇ ਔਨ ਟਾਪ ਆਫ ਦੈਟ ਜਿਹੜੀ ਦਵਾਈਆਂ ਦਿੱਤੀਆਂ ਜਾਂਦੀਆਂ ਨੇ, ਜੇ ਉਹ ਵੀ ਘਟ ਰਹੀਆਂ ਨੇ, ਕਿਉਂਕਿ ਸਾਰੀ ਦੁਨੀਆ 'ਚ ਇਸ ਦਵਾਈ ਦੀ ਲੋੜ ਹੈ ਜੀ, ਉਹ ਘਟ ਰਹੀ ਹੈ, ਤਾਂ ਇਟਸ ਗੋਇੰ ਟੂ ਬੀ ਅ ਵੈਰੀ ਬਿਗ ਪ੍ਰੋਬਲਮ। ਵੀ ਆਰ ਐਟ ਦ ਬ੍ਰਿੰਕ ਆਫ ਹਿਊਜ ਸ਼ਾਰਟੇਜ ਜਿਹੜੀ ਕੋਵਿਡ-19 ਨੂੰ ਟ੍ਰੀਟ ਕਰਨ ਵਾਸਤੇ ਦਵਾਈ ਦਿੱਤੀ ਜਾਂਦੀ ਹੈ। ਬਿਲਕੁਲ, ਤੇ ਅੱਜ ਤੋਂ ਸਟੇ ਐਟ ਹੋਮ ਦੇ ਆਰਡਰ ਵੀ ਸ਼ੁਰੂ ਹੋ ਚੁੱਕੇ ਨੇ। ਅੱਜ ਲਗਭਗ 11 ਵਜੇ ਮੈਨੂੰ ਵੀ ਐਂਬਰ ਅਲਰਟ ਆਇਆ। ਮੈਂ ਕਿਹਾ ਕਿ ਸ਼ਾਇਦ ਪਤਾ ਨਹੀਂ ਕੀ ਹੋਇਆ, ਜਦੋਂ ਉੱਥੇ ਦੇਖਿਆ ਗਿਆ ਤਾਂ ਉੱਥੇ ਸਰਕਾਰੀ ਹੁਕਮ ਸੀਗੇ ਕਿ ਅੱਜ ਤੋਂ ਸਟੇ ਐਟ ਹੋਮ ਦੇ ਆਰਡਰ ਸਟਾਰਟ ਹੋ ਗਏ ਨੇ। ਦੈਟਸ ਰਾਈਟ, ਇਹ ਸਾਰਿਆਂ ਵਾਸਤੇ ਆਇਆ ਜੀ। ਇਹ ਪਹਿਲੀ ਵਾਰੀ ਵੀ ਜਦੋਂ ਸਟੇ ਐਟ ਹੋਮ ਸੀਗਾ, ਇਹ ਰਿਮਾਈਂਡਰ ਹੈ ਜੀ। ਸਰਕਾਰ ਆਪਦੀ ਥਾਂ ਤੇ ਬਹੁਤ ਕੁਝ ਕਰ ਰਹੀ ਹੈ, ਔਰ ਸਰਕਾਰ ਵੀ ਕਰ ਰਹੀ ਹੈ, ਸਾਨੂੰ ਵੀ ਰਲ ਮਿਲ ਕੇ ਇਹ ਕਰਨਾ ਚਾਹੀਦਾ ਕਿ ਜਿਹੜੀ ਇਹ ਬਿਮਾਰੀ ਹੈ ਇਹਦੇ ਤੇ ਛੇਤੀ ਕੰਟਰੋਲ ਕਰ ਸਕੀਏ, ਸਾਰੀਆਂ ਚੀਜ਼ਾਂ ਨਾਰਮਲ ਹੋ ਸਕਣ। ਵੀ ਵੈਰੀ ਨਾਈਸ ਜੇ ਕਿਸੇ ਕੋਈ ਐਸਾ ਸਮਾਂ ਆਵੇ ਕਿ ਬਿਨਾਂ ਮਾਸਕ ਤੋਂ ਆਪਾਂ ਫਿਰ ਸਕੀਏ। ਬਿਲਕੁਲ ਸਰ, ਪਰ ਉੱਥੇ ਦੂਜੇ ਪਾਸੇ ਸਰੀ ਦੀ ਗੱਲ ਕੀਤੀ ਜਾਵੇ ਤਾਂ ਸਰੀ ਤੇ 7 ਸਕੂਲਾਂ ਦੇ ਵਿੱਚ 10 ਕਲਾਸਾਂ ਜਿਹੜੀਆਂ ਨੇ ਉਹ ਆਈਸੋਲੇਟ ਕਰ ਦਿੱਤੀਆਂ ਗਈਆਂ ਨੇ, ਕਿਉਂਕਿ ਇੱਥੇ ਕਰੋਨਾ ਵਾਇਰਸ ਦੇ ਮਾਮਲੇ ਪਾਏ ਗਏ ਨੇ। ਸਰ ਇੱਕ ਪਾਸੇ ਓਨਟਾਰੀਓ ਦੀ ਗੱਲ ਕਰੀਏ, ਓਨਟਾਰੀਓ 'ਚ ਇੰਨੇ ਮਾਮਲੇ ਵੱਧ ਚੁੱਕੇ ਨੇ। ਇੱਥੇ ਜਿਹੜੇ ਐਜੂਕੇਸ਼ਨ ਮਿਨਿਸਟਰ ਕਹਿ ਰਹੇ ਨੇ, ਉਹ ਕਹਿ ਰਹੇ ਨੇ ਸਕੂਲਸ ਅਸੀਂ ਸੇਫ ਰੱਖਾਂਗੇ। ਐਗਜ਼ਾਮਪਲਸ ਹੁਣ ਸਰੀ ਤੋਂ ਵੀ ਤੁਹਾਨੂੰ ਮਿਲ ਰਹੀਆਂ ਨੇ ਕਿ ਉੱਥੇ ਜਿਹੜੇ ਕਰੋਨਾ ਵਾਇਰਸ ਦੇ ਮਾਮਲੇ ਪਾਏ ਜਾ ਰਹੇ ਨੇ। ਇਹ ਤਰਨ ਸਾਰੀਆਂ ਥਾਵਾਂ ਤੇ ਪ੍ਰੋਬਲਮ ਆ ਰਹੀ ਹੈ, ਆਲ ਓਵਰ ਕੈਨੇਡਾ ਆ ਰਹੀ ਹੈ। ਜਸਟ ਜਿਹੜਾ ਸਾਡਾ ਈਸਟਰਨ ਕੈਨੇਡਾ ਉੱਥੇ ਕੁਝ ਸੁੱਖ ਸਾਂਦ ਹੈਗੀ ਆ, ਅਦਰਵਾਈਜ਼ ਲਾ ਕਬੈਕ ਤੋਂ ਟੁਵਰਡਸ ਵੈਸਟ ਹਾਲਤ ਕੋਈ ਬਹੁਤੇ ਚੰਗੇ ਹੈ ਨਹੀਂਗੇ। ਸਰੀ ਦੀ ਗੱਲ ਮੈਂ ਤਾਂ ਕਰ ਰਿਹਾ ਜੀ, ਉੱਥੇ 4 ਕਲਾਸਾਂ ਤਾਂ ਫਰੈਂਕ ਹਰਟ ਸੈਕੰਡਰੀ ਦੇ ਵਿੱਚ ਹੈਗੀਆਂ ਨੇ ਜੀ। ਆਪਾਂ ਕਾਲ ਲੈ ਲਈਏ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਬ੍ਰਾਂਟਨ ਬੋਲ ਰਹੇ ਕਰਨ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬੇਟਾ ਜੀ, ਕੱਲ ਤੁਸੀਂ ਇੱਕ ਨਾ OCI ਸੰਬੰਧੀ ਇੱਕ ਫੋਨ ਨੰਬਰ ਲਿਖਾਇਆ ਸੀ ਜੀ, ਉਹ ਦੁਬਾਰਾ ਬੋਲ ਦੋਗੇ? ਮੈਂ ਤੁਹਾਡਾ ਦੇਖਣੀ ਪ੍ਰੋਗਰਾਮ ਦੇ ਅਖੀਰ ਤੱਕ ਤੁਸੀਂ ਆਪਣਾ ਕਾਪੀ ਪੈਨ ਨਾਲ ਲੈ ਕੇ ਬੈਠ ਜਾਓ। ਪ੍ਰੋਗਰਾਮ ਖਤਮ ਹੋਣ ਤੋਂ ਪਹਿਲਾਂ ਤੁਹਾਨੂੰ ਉਹ ਨੰਬਰ ਦੇ ਕੇ ਜਾਵਾਂਗੇ। ਜ਼ਰੂਰ ਇਨਫੋਰਮੇਸ਼ਨ ਦੇ। ਸ਼ੁਕਰੀਆ ਜੀ, ਸ਼ੁਕਰੀਆ ਜੀ। ਉਹ ਜੀ ਜਿਹੜੀਆਂ 4 ਕਲਾਸਿਸ ਤਾਂ ਇੱਕ ਜਿਹੜਾ ਫਰੈਂਕ ਹਰਟ ਸੈਕੰਡਰੀ ਸਕੂਲ ਹੈ ਜੀ, ਉਹਦੇ ਵਿੱਚ ਨੇ ਤੇ ਸ਼ੈਂਟਲ ਕ੍ਰੀਕ, ਕੋਲਬਰੁਕ ਐਲੀਮੈਂਟਰੀ, ਐਜਵੁੱਡ ਐਲੀਮੈਂਟਰੀ, ਕੈਚਸੀ ਐਲੀਮੈਂਟਰੀ, ਕੁਈਨ ਐਲਿਜ਼ਬeth ਸੈਕੰਡਰੀ ਐਂਡ ਇਕੋਲ ਵੁੱਡਵਰਡ ਹਿਲ ਐਲੀਮੈਂਟਰੀ। ਇਹਨਾਂ ਦੇ ਵਿੱਚ ਇੱਕ ਕਲਾਸ ਇਮੇਜਿਨ ਕਰੋ।
ਕਾਲ ਲੈ ਲਈਏ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ, ਸਤਿ ਸ਼੍ਰੀ ਅਕਾਲ ਡਾਕਟਰ ਸਤਿ ਸ਼੍ਰੀ ਅਕਾਲ ਜੀ। ਡਾਕਟਰ ਤੁਸੀਂ ਅਪਡੇਟ ਰਹਿੰਦੇ ਹੋ, ਕਾਫੀ ਇਨਫੋਰਮੇਸ਼ਨ ਤੁਹਾਡੇ ਕੋਲ ਰਹਿੰਦੀ ਹੈ। ਮੇਰਾ ਇੱਕ ਕੁਐਸਚਨ ਸੀ ਵੀ ਜਿਹੜੇ ਬੰਦੇ ਨੂੰ ਪਹਿਲਾਂ ਕੋਵਿਡ ਹੋ ਚੁੱਕਿਆ ਵਾ, ਜੀ ਹਾਂ, ਕੀ ਇਹਦੇ ਤੇ ਕੋਈ ਅਪਡੇਟ ਹੈ ਕਿ ਉਹ ਦੁਬਾਰਾ ਹੋ ਸਕਦਾ ਜਾਂ ਨਹੀਂ ਹੋ ਸਕਦਾ? ਹੁਣ ਕੇਸਿਸ ਆਉਣ ਲੱਗ ਪਏ ਨੇ ਜੀ। ਜਿਹਨੂੰ ਕੋਵਿਡ ਹੋਇਆ ਉਹਨੂੰ ਦੁਬਾਰੇ ਵੀ ਹੋ ਰਿਹਾ ਹੈਗਾ, ਜਿਹਦੇ ਵੈਕਸੀਨ ਲੱਗਾ ਉਹਨਾਂ ਨੂੰ ਵੀ ਹੋ ਰਿਹਾ ਹੈਗਾ, ਕਿਉਂਕਿ ਵੇਰੀਐਂਟਸ ਆਰ ਚੇਂਜ ਹੋ ਰਿਹਾ, ਵੱਖਰੇ ਵੱਖਰੇ ਵੇਰੀਐਂਟਸ ਆ ਰਹੇ ਨੇ ਜੀ। ਕੁਝ ਵੀ ਹੋ ਸਕਦਾ, ਇਹਦਾ ਮਤਲਬ ਇਹ ਨਹੀਂ ਹੈ ਜੇ ਵੈਕਸੀਨ ਲੱਗ ਗਿਆ ਤਾਂ ਵੀ ਕੋਵਿਡ ਹੋ ਸਕਦਾ। ਯੂ ਗਟ ਟੂ ਬੀ ਵੈਰੀ ਕੇਅਰਫੁਲ ਜੀ। ਥੈਂਕ ਯੂ ਡਾਕਟਰ। ਸ਼ੁਕਰੀਆ ਜੀ ਬਹੁਤ। ਤਾਂ ਤੁਸੀਂ ਦੇਖੋ ਸਰੀ ਦੇ ਸਕੂਲਾਂ ਦੇ ਵਿੱਚ ਜੇ ਇਹ ਹਾਲਤ ਹੋ ਚੁੱਕੀ ਹੈ ਤਾਂ ਕਿੰਨੇ ਬੱਚੇ ਨੇ, ਇੱਕ ਕਲਾਸ ਦੇ ਵਿੱਚ 25-30 ਬੱਚੇ ਐਵਰੇਜ ਹੋਣਗੇ, ਕਿੰਨੇ ਘਰਾਂ ਚੋਂ ਜਾ ਰਹੇ ਨੇ, ਅੱਗੇ ਉਹ ਵੱਧ ਰਹੇਗਾ। ਜੇ ਇੰਨਾ ਵੱਡਾ ਕੰਮ ਹੋ ਚੁੱਕਿਆ ਤਾਂ ਸਾਨੂੰ ਇਸੇ ਕਰਕੇ ਜਿਹੜੇ ਸਾਡੇ ਮੈਡੀਕਲ ਆਫਿਸਰਸ ਇਨ ਪੀਐਲ ਇਨ ਟੋਰਾਂਟੋ, ਇਹਨਾਂ ਨੇ ਇਹ ਕੰਮ ਸਟੈਪ ਚੱਕਿਆ ਸੀਗਾ, ਇਹ ਸਕੂਲ ਬੰਦ ਕਰ ਦਿੱਤੇ ਗਏ ਨੇ। ਔਰ ਮੈਨੂੰ ਲੱਗਦਾ ਇਹ ਜੇ ਵੈਨਕੂਵਰ ਵਾਲਿਆਂ ਨੂੰ ਵੀ ਇਹ ਗੱਲ ਦੇਖਣੀ ਪਵੇਗੀ। ਜਿਹੜੀ ਪਰਸੈਂਟੇਜ ਮੁਤਾਬਕ ਮੈਨੂੰ ਲੱਗਦਾ BC ਵਾਲਿਓ ਤੁਹਾਡੀ ਪਰਸੈਂਟੇਜ ਸਾਨੂੰ ਜ਼ਿਆਦਾ ਹੈ, ਵਧੀ ਹੋਈ ਆ। ਇਹੀ ਹਾਲ ਹੁਣ ਅਲਬਰਟਾ ਦਾ ਹੋਣ ਲੱਗਾ ਹੈ। ਸੋ ਬੀ ਕੇਅਰਫੁਲ ਪਲੀਜ਼। ਮੇਰੀ ਸਭ ਨੂੰ ਰਿਕੁਐਸਟ ਹੈ ਜੀ, ਇਸ ਗੱਲ ਦਾ ਖਿਆਲ ਰੱਖੋ। ਬਿਲਕੁਲ ਸਰ, ਆਪਾਂ ਵੇਰੀਐਂਟ ਦੀ ਗੱਲ ਕਰਦੇ ਪਏ ਸੀ ਤਾਂ ਅਲੱਗ-ਅਲੱਗ ਵੇਰੀਐਂਟਸ ਇਸ ਵਕਤ ਸਾਹਮਣੇ ਆ ਰਹੇ ਨੇ। UK ਵੇਰੀਐਂਟ ਆ ਗਿਆ, ਸਾਊਥ ਅਫਰੀਕਾ ਦਾ ਵੇਰੀਐਂਟ ਆ ਚੁੱਕਿਆ, ਬ੍ਰਾਜ਼ੀਲ ਦਾ ਵੇਰੀਐਂਟ ਆ ਚੁੱਕਿਆ। ਇੱਕ ਹੋਰ ਵੇਰੀਐਂਟ ਇਸ ਵਕਤ ਜਿਹੜਾ ਸਾਹਮਣੇ ਆਇਆ ਉਹ ਭਾਰਤ ਦੇ ਵਿੱਚ ਹੈ। ਭਾਰਤ ਵਿੱਚ ਲਗਾਤਾਰ ਕੇਸਿਸ ਵੱਧ ਰਹੇ ਨੇ, ਉੱਥੇ ਵੀ ਸਥਿਤੀ ਕਾਫੀ ਜ਼ਿਆਦਾ ਖਰਾਬ ਹੋ ਰਹੀ ਹੈ। ਹੁਣ ਭਾਰਤੀ ਵੇਰੀਐਂਟ, ਜਿਹਨੂੰ ਕਿ ਭਾਰਤੀ ਵੇਰੀਐਂਟ ਕਿਹਾ ਜਾ ਰਿਹਾ, ਉਹ ਇਸ ਦਾ ਪਹਿਲਾ ਮਾਮਲਾ ਇਸ ਵਕਤ US ਦੇ ਵਿੱਚ ਦੇਖਣ ਨੂੰ ਮਿਲਿਆ, ਕੈਲੀਫੋਰਨੀਆ ਦੇ ਵਿੱਚ, ਜੋ ਕਿ ਕਾਫੀ ਖਤਰਨਾਕ ਹੈ। ਕਰਨ ਗੱਲ ਹੈਗੀ ਕਿ ਇਸ ਵੇਲੇ ਜੀ ਇੰਡੀਆ ਦੇ ਵਿੱਚ ਬਹੁਤ ਵੱਡਾ ਨੰਬਰ, ਲੱਖ ਦੇ ਨੇੜੇ ਤੇੜੇ ਦਾ ਕੇਸਿਸ ਸਰਕਾਰ ਕਹਿੰਦੀ ਹੈ ਵੀ ਇੰਡੀਆ 'ਚ ਹੋ ਰਿਹਾ, ਇਹ ਤੋਂ ਕਿਤੇ ਵੱਧ ਨੰਬਰ ਹੋਵੇਗਾ ਜੀ। ਮੈਂ ਅੱਜ ਹੀ, ਮੇਰਾ ਮਿੱਤਰ ਹੈ ਜੀ ਦਿੱਲੀ, ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀਗਾ, ਉਹ ਬਹੁਤ ਜ਼ਿਆਦਾ ਕੇਸਿਸ ਵਧੇ ਹੋਏ ਨੇ, ਬਹੁਤ ਜ਼ਿਆਦਾ ਕੇਸ ਵੱਧ ਰਹੇ ਨੇ। ਔਰ ਉਹਦਾ ਵੇਰੀਐਂਟ ਇਹ ਮਿਊਟੇਟ ਕਰ ਰਿਹਾ ਜੀ, ਜਿਵੇਂ ਇੰਗਲੈਂਡ ਵਾਲਾ ਆਇਆ ਸੀ, ਬ੍ਰਾਜ਼ੀਲ ਵਾਲਾ ਆਇਆ ਸੀ, ਸਾਊਥ ਅਫਰੀਕਾ ਵਾਲਾ ਆਇਆ ਸੀਗਾ, ਆਹ ਇੰਡੀਆ ਵਾਲਾ ਕਿਤੇ ਮਿਊਟੇਟ ਕਰਕੇ ਇੱਕ ਨਵਾਂ ਸ਼ੁਰੂ ਹੋ ਗਿਆ। ਸੋ ਵੀ ਹੈਵ ਟੂ ਬੀ ਵੈਰੀ ਕੇਅਰਫੁਲ। ਕੈਲੀਫੋਰਨੀਆ ਦੇ ਵਿੱਚ ਇੱਕ ਕੇਸ ਆ ਗਿਆ, ਔਰ ਜਿਹੜੀਆਂ ਫਲਾਈਟਸ ਨੇ ਨਿਊਜ਼ੀਲੈਂਡ ਨੇ ਐਵੇਂ ਨਹੀਂ ਇੰਡੀਆ ਤੋਂ ਬੰਦ ਕੀਤੀਆਂ, ਨਿਊਜ਼ੀਲੈਂਡ ਨੇ ਬਿਲਕੁਲ ਬੰਦ ਕਰਤਾ ਜੀ। ਸਾਡੀ ਜਿਹੜੀ ਸਰਕਾਰ ਆ, ਆਈ ਐਮ ਨਥਿੰਗ ਅਗੇਂਸਟ ਇੰਡੀਆ, ਪਰ ਸਾਡੀ ਸਰਕਾਰ ਨੂੰ ਵੀ ਜ਼ਰੂਰ ਸੀਰੀਅਸਲੀ ਸੋਚਣਾ ਚਾਹੀਦਾ ਕਿ ਜਿਹੜੀਆਂ ਇੰਡੀਆ ਤੋਂ ਫਲਾਈਟਸ ਆ ਰਹੇ ਨੇ, ਹੁਣ ਤੱਕ ਇਟਸ ਅ ਪ੍ਰੂਵਨ ਫੈਕਟਰ ਕਿ ਇੰਡੀਆ ਤੋਂ ਜਿਹੜੀਆਂ ਫਲਾਈਟਾਂ ਆਈਆਂ ਨੇ ਉਹਦੇ ਵਿੱਚ ਬਹੁਤ ਜ਼ਿਆਦਾ ਇਹ ਕੇਸਿਸ ਆਏ ਨੇ। ਸੋ ਸਾਡੀ ਸਰਕਾਰ ਨੂੰ ਇਹਦੇ ਬਾਰੇ ਸੀਰੀਅਸ ਸੋਚਣਾ ਚਾਹੀਦਾ ਕਿ ਅਸੀਂ ਇਸ ਗੱਲ ਨੂੰ ਸੋਚੀਏ, ਤੇ ਜੇ ਫਲਾਈਟਸ ਵਾਸਤੇ ਥੋੜੀ ਦੇਰ ਵਾਸਤੇ ਰਿਸਟ੍ਰਿਕਸ਼ਨ ਲੱਗ ਸਕਦੀਆਂ ਤੇ ਕੋਈ ਮਾੜੀ ਗੱਲ ਨਹੀਂ ਹੋਣੀ। ਇਨਫੈਕਟ ਜਿਹੜੇ ਇੰਡੀਆ ਵਿਜ਼ਿਟ ਵੀ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਇਹੀ ਅਸੀਂ ਕਹਿੰਦੇ ਹਾਂ ਕਿ ਜਿੰਨੀ ਦੇਰ ਤੱਕ ਕੁਝ ਐਮਰਜੈਂਸੀ ਨਹੀਂ ਹੈ ਇਸ ਵਕਤ ਵਿਜ਼ਿਟ ਨਾ ਕੀਤਾ ਜਾਵੇ, ਕਿਉਂਕਿ ਇੰਡੀਆ ਦੇ ਵਿੱਚ ਵੀ ਇਸ ਵਕਤ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਹੈਗੇ। ਹਾਲਾਤ ਉੱਥੇ ਵੀ ਕਾਫੀ ਇਸ ਵਕਤ ਬੇਕਾਬੂ ਨਜ਼ਰ ਆ ਰਹੇ ਨੇ। ਤੇ ਸਰ, ਇਸ ਤੋਂ ਅਗਲੀ ਖਬਰ ਵੀ ਥੋੜੀ ਜਿਹੀ ਇਹਦੇ ਨਾਲ ਰੈਲੀਵੈਂਟ ਹੀ ਹੈਗੀ ਹੈ। ਖਬਰ ਸਾਹਮਣੇ ਆਈ ਹੈ ਇਹ ਐਡਮਿੰਟਨ ਤੋਂ, ਜਿੱਥੇ ਇੱਕ ਚਰਚ ਬਾਰ-ਬਾਰ ਮਨਾ ਕਰਨ ਦੇ ਬਾਵਜੂਦ ਉੱਥੇ ਜਿਹੜੀਆਂ ਧਾਰਮਿਕ ਗਤੀਵਿਧੀਆਂ ਹੋ ਰਹੀਆਂ ਸੀ, ਹਾਰ ਕੇ ਪੁਲਿਸ ਨੇ ਇੱਕ ਅਨੋਖਾ ਤਰੀਕਾ ਅਪਣਾਇਆ। ਸਰ, ਤੁਸੀਂ ਇਸ ਤਰੀਕੇ ਨੂੰ ਕੀ ਕਹੋਗੇ? ਪਹਿਲਾਂ ਤਰੀਕਾ ਕੀ ਅਪਣਾਇਆ? ਤਰੀਕਾ ਤਾਂ ਇਹ ਗੱਲ ਹੋਈ ਹੈ ਕਿ ਇਸ ਚਰਚ ਨੇ ਆਪਦੀ ਜਿਹੜੀ ਕੰਗਰੀਗੇਸ਼ਨ ਹੈ ਬਿਲਕੁਲ ਬੰਦ ਨਹੀਂ ਕੀਤੀ। ਇਕੱਠ ਉੱਥੇ ਹੁੰਦਾ ਹੀ ਹੈ। ਪਿਛਲੇ ਵੀਕਐਂਡ ਦੇ ਉੱਤੇ ਜਿਹੜੀ ਪੁਲਿਸ ਸੀਗੀ ਉਹ ਬੰਦ ਕਰਾਉਣ ਗਈ ਸੀਗੀ, ਤੇ ਉੱਥੇ ਉਹਦੀ ਵੀਡੀਓ ਆਈ ਹੈ, ਤੁਰੰਤ ਵਾਇਰਲ ਹੋਈ ਹੈ। ਜਿਹੜਾ ਉੱਥੋਂ ਦਾ ਪ੍ਰੀਸਟ ਹੈ, ਜਿਹੜਾ ਪ੍ਰੀਸਟ ਹੈਗਾ, ਉਹ ਪੁਲਿਸ ਵਾਲਿਆਂ ਨੂੰ ਸਿੱਧਾ ਬੋਲ ਰਿਹਾ ਮਾਈਕ੍ਰੋਫੋਨ ਤੇ ਵੀ ਤੁਹਾਡੇ ਕੋਲੇ ਸਾਡੇ ਵਾਸਤੇ ਵਾਰੰਟ ਹੈ ਨਹੀਂ, ਗੈਟ ਆਊਟ। ਦੈਟਸ ਵਾਟ ਹੀ ਇਜ਼ ਸੇਇੰਗ, ਵੈਰੀ ਰੂਡਲੀ ਸਰ, ਗੈਟ ਆਊਟ ਫਰਮ ਦਿਸ ਪਲੇਸ। ਤੁਸੀਂ ਆਉਣਾ ਵਾਰੰਟਸ ਲੈ ਕੇ ਆਇਓ। ਵਾਰੰਟਸ ਆ ਗਏ ਜੀ ਉਹਨਾਂ ਦੇ। ਵਾਰੰਟਸ ਇਹ ਆਏ ਨੇ ਕਿ ਉਹਦੇ ਆਲੇ ਦੁਆਲੇ ਫੈਂਸ ਲਾਤੀ ਹੈ, ਚਰਚ ਬੰਦ ਕਰ ਦਿੱਤੀ ਹੈ। ਧਰਮ ਆਪਣੇ ਥਾਂ ਤੇ ਹੋਏਗਾ, ਜਿਹੜੀ ਸਿਹਤ ਆ ਉਹ ਆਪਣੇ ਥਾਂ ਤੇ ਹੈ। ਜਦ ਸਰਟਨ ਟਾਈਪ ਆਫ ਲੋਕ ਧਰਮ ਦੀ ਆੜ ਦੇ ਵਿੱਚ ਕੁਛ ਉਹ ਕੰਮ ਕਰ ਰਹੇ ਨੇ ਕਿ ਜਿਹੜਾ ਸਾਡੀ ਸਿਹਤ ਠੀਕ ਰਹਿਣ ਵਾਸਤੇ ਸਰਕਾਰਾਂ ਰਿਕਮੈਂਡ ਕਰ ਰਹੀਆਂ ਨੇ, ਉਹਦੀ ਜੇ ਧੱਜੀਆਂ ਉਡਾ ਰਹੇ ਨੇ, ਤਾਂ ਇਹ ਗੱਲ ਕੀਤੀ ਗਈ ਹੈ। ਮੈਂ ਇਸ ਗੱਲ ਦੇ ਹੱਕ 'ਚ ਹਾਂ ਕਿ ਸਰਕਾਰ ਨੇ ਜਿਹੜਾ ਇਹ ਸਟੈਪ ਚੁੱਕਿਆ ਉਹਨੂੰ ਬੰਦ ਕਰ ਦਿੱਤਾ, ਔਰ ਹੋਣਾ ਵੀ ਚਾਹੀਦਾ, ਕਿਉਂਕਿ ਹੁਣ ਜਿਹੜੇ ਵੇਰੀਐਂਟਸ ਨੇ ਇਹ ਵੱਧ ਬਹੁਤ ਰਹੇ ਨੇ। ਇਹਨਾਂ ਦੀ ਮਲਟੀਪਲੀਕੇਸ਼ਨ ਦਾ ਰੇਟ ਵੱਧ ਹੈ। ਜਿਹੜੇ ਨਵੇਂ ਵੇਰੀਐਂਟਸ ਨੇ, ਕੋਵਿਡ-19 ਜਿਹੜਾ ਪਹਿਲਾਂ ਸੀਗਾ ਉਹਦੇ ਉਹਨੇ ਵਧੇ ਨਹੀਂ ਹੈਗੇ। ਸੋ ਜੇ ਸਰਕਾਰ ਨੇ ਉਹ ਕੀਤਾ ਜੀ, ਆਈ ਐਗਰੀ ਫੁਲੀ। ਕਈ ਹੋ ਸਕਦਾ ਜੇ ਆਪਾਂ ਇਹੀ ਗੱਲ ਆ ਕੇ ਦੇਖੀਏ, ਸਾਨੂੰ ਹੋ ਸਕਦਾ ਇਹ ਗੱਲ ਚੰਗੀ ਨਾ ਲੱਗੇ
ਕਿ ਕਿਸੇ ਗੁਰੂ ਘਰ ਦੇ ਵਿੱਚ ਕੀ ਕੀਤਾ ਜਾਵੇ ਤੇ ਅਸੀਂ ਕਿ ਬੰਦ ਕਿਉਂ ਕੀਤਾ ਜਾ ਰਿਹਾ, ਜਾਂ ਕਿਸੇ ਮੰਦਿਰ 'ਚ ਜਾਂ ਜੇ ਮਸਜਿਦ 'ਚ ਕੀਤਾ ਜਾਵੇ ਤਾਂ ਸਾਨੂੰ ਇਹ ਚੰਗਾ ਨਹੀਂ ਲੱਗੇਗਾ। ਪਰ ਉਹਨਾਂ ਬਾਰੇ ਅਸੀਂ ਕਹਿਣਾ ਚੰਗਾ ਹੋਣਾ। ਪਰ ਮੈਂ ਜੇ ਕਹਿਣਾ ਵੀ ਜੇ ਸਾਡੇ ਵੀ ਕਿਸੇ ਹੋਰ ਧਰਮ ਤੇ ਅਜਿਹੀ ਕੋਈ ਗੱਲ ਹੁੰਦੀ ਹੈ, ਸਰਕਾਰ ਦਾ ਕਹਿਣਾ ਨਹੀਂ ਮੰਨਿਆ ਜਾਂਦਾ, ਉਹਨੂੰ ਬੰਦ ਕਰ ਦੇਣਾ ਚਾਹੀਦਾ। ਬਿਲਕੁਲ ਜ਼ਰੂਰੀ ਹੈ ਸਰ। ਸਰਕਾਰ ਜੇ ਕੁਝ ਕਰ ਰਹੀ ਹੈ ਸਾਡੇ ਲਈ ਉਹ ਕਰ ਰਹੀ ਹੈ, ਸਾਡੀ ਸੇਫਟੀ ਲਈ ਕਰ ਰਹੀ ਹੈ, ਕਿਉਂਕਿ ਇਸ ਵਕਤ ਸਭ ਕੁਝ ਬੰਦ ਹੋ ਰਿਹਾ ਦੁਬਾਰਾ। ਇਹ ਤਾਂ ਹੀ ਖੁੱਲ ਸਕਦਾ ਜੇ ਅਸੀਂ ਆਪਣੇ ਘਰਾਂ 'ਚ ਰਹੀਏ ਤੇ ਸਰਕਾਰੀ ਫਰਮਾਨਾਂ ਦਾ ਜਿਹੜਾ ਅਸੀਂ ਪਾਲਣ ਕਰੀਏ। ਚੰਗੇ ਰਹੋਗੇ ਜੀ, ਜਿੰਨਾ ਜ਼ਿਆਦਾ ਆਪਾਂ ਰਲ ਕੇ ਕਰਾਂਗੇ ਉਨਾ ਛੇਤੀ ਸੌਖੇ ਹੋ ਜਾਵਾਂਗੇ। ਜਿਹੜਾ ਸਰਕਾਰ ਨੇ ਵੀ ਸਾਡੀ ਮੋਨਿਟਰੀ ਦੀ ਗੱਲ ਕਰ ਰਹੇ ਜੀ, ਜਿਹੜਾ ਕੁਝ ਕੁ ਬੰਦ ਕਰ ਲਿਆ, ਕੁਝ ਖੋਲਤਾ, ਅਸੀਂ ਉਹਦਾ ਹੁਣ ਖਮਿਆਜ਼ਾ ਭੁਗਤ ਰਹੇ ਹਾਂ। ਹਜੇ ਵੀ ਸਮਾਂ ਹੈਗਾ ਸਰਕਾਰ ਨੂੰ, ਕਿਤੇ ਜੇ ਪੂਰਾ ਹੀ ਬੰਦ ਕਰ ਦੇਣ 4 ਹਫ਼ਤੇ ਵਾਸਤੇ ਤਾਂ ਸ਼ਾਇਦ ਇਹ ਛੇਤੀ ਕੰਟਰੋਲ 'ਚ ਆ ਜਾਵੇ। ਸਰ ਤੁਸੀਂ ਓਨਟਾਰੀਓ ਸਰਕਾਰ ਦੀ ਗੱਲ ਕੀਤੀ ਹੈ ਤਾਂ ਓਨਟਾਰੀਓ ਸਰਕਾਰ ਦੀ ਤਾਂ ਗੱਲ ਹੈਗੀ ਹੋਈ ਆ ਕਿ ਕੁਝ ਲੋਕ ਉਹਨਾਂ ਦੇ ਫੈਸਲਿਆਂ ਤੋਂ ਖੁਸ਼ ਨੇ, ਕੁਝ ਨਾ ਖੁਸ਼ ਨੇ ਕਿ ਪੂਰਾ ਬੰਦ ਕਿਉਂ ਨਹੀਂ ਕੀਤਾ ਜਾ ਰਿਹਾ। ਜਿੱਥੇ ਬਿਜ਼ਨਸਮੈਨ ਨੇ ਉਹ ਇਹ ਕਹਿ ਰਹੇ ਨੇ ਕਿ ਬੰਦ ਕਿਉਂ ਕੀਤਾ ਜਾ ਰਿਹਾ, ਸਾਡਾ ਕੰਮ ਇਸ ਵਕਤ ਠੱਪ ਹੋ ਰਿਹਾ। ਉੱਥੇ ਹੀ ਗੱਲ ਕਰੀਏ ਮਿਸਟਰ ਕੈਨੀ ਦੀ, ਜੇਸਨ ਕੈਨੀ ਦੀ ਜਿਹੜੀ ਕਾਕਸ ਆ ਉਹ ਵੀ ਉਹਨਾਂ ਦੇ ਕਦਮਾਂ ਤੋਂ ਕੋਈ ਬਹੁਤੀ ਖੁਸ਼ ਨਜ਼ਰ ਨਹੀਂ ਆ ਰਹੀ। ਸਰ ਕੀ ਕਹਿਣਾ ਚਾਹੋਗੇ? ਕਹਿੰਦੇ ਉਹਨਾਂ ਦੇ ਵਿਰੁੱਧ ਵੀ ਮਤੇ ਪਾਸ ਹੋਣ ਦੀਆਂ ਇਸ ਵਕਤ ਸਾਜ਼ਿਸ਼ਾਂ ਹੋ ਰਹੀਆਂ ਨੇ। ਕਰਨ ਇਹ ਦੇਖੋ ਇਹ ਬੜੀ ਵੱਡੀ ਖਬਰ ਆ, ਪਰ ਇਹ ਕੈਲਗਰੀ ਹੈਰਲਡ ਨੇ ਦਿੱਤੀ ਹੈਗੀ, ਇਹ ਮੇਨ ਸਟ੍ਰੀਮ ਮੀਡੀਆ ਦੇ ਬਾਕੀ ਦੇ ਵਿੱਚ ਨਹੀਂ ਆਈ ਹੈਗੀ ਆ। ਬੜੀ ਖਬਰ ਵੱਡੀ ਇਸ ਕਰਕੇ ਜੀ, ਜਿਹੜੇ ਕੁਆਟਰ ਆਫ ਕਾਕਸ, ਚੌਥਾ ਹਿੱਸਾ ਕਾਕਸ ਆ ਮਿਸਟਰ ਕੈਨੀ ਦੀ ਪਾਰਟੀ ਮਿਸਟਰ ਕੈਨੀ ਦੇ ਅਗੇਂਸਟ ਹੋਈ ਹੈ, ਜਿਹੜੇ ਕਿ MLAs ਉੱਤੇ ਹੈਗੇ ਨੇ। ਕਿਉਂ ਹੋਏ ਨੇ? ਜਿਹੜਾ ਅਲਬਰਟਾ ਬਹੁਤ ਵੱਡਾ ਸੂਬਾ ਹੋਵੇ, ਉਹਦੇ 'ਚ ਆਬਾਦੀ ਘੱਟ ਹੈ, ਥਾਂ ਉਹ ਐਡਮੰਟਨ ਦੇ ਕੈਲਗਰੀ ਲਾ ਲਓ, ਉਦੋਂ ਬਿਨਾਂ ਬਾਕੀ ਸਾਰਾ ਬਹੁਤ ਖਾਲੀ ਹੀ ਪਿਆ। ਮੈਂ ਆਈ ਹੈਡ ਅ ਚਾਂਸ ਟੂ ਟਰੈਵਲ ਟੂ ਅਲਬਰਟਾ ਔਰ ਸਾਰਾ ਖਾਲੀ ਪਿਆ। ਹੁਣ ਜਿਹੜੀਆਂ ਦੂਰ ਦੁਰਾਡੇ ਦੀਆਂ ਜਿਹੜੀਆਂ ਤਰ੍ਹਾਂ ਹੈਗੀਆਂ ਨੇ ਕਮਿਊਨਿਟੀਜ਼, ਉਹ ਤਾਂ ਥੋੜੀ ਗਿਣਤੀ ਹੈਗੀ ਆ। ਉੱਥੇ ਕੋਰਟ ਦੇ ਕੇਸਿਸ ਵੀ ਸ਼ਾਇਦ ਘੱਟ ਹੋਣ। ਜਿਹੜੇ ਉਹਨਾਂ ਏਰੀਆ ਵਾਲੇ MLAs ਹੈਗੇ ਨੇ, MPPs ਹੈਗੇ ਨੇ, ਉਹਨਾਂ ਨੂੰ ਇਤਰਾਜ਼ ਹੈ ਇਸ ਗੱਲ ਦਾ। ਉਹਨਾਂ ਦੀ ਕਮਿਊਨਿਟੀ ਕਹਿੰਦੀ ਸਾਨੂੰ ਕਿਉਂ ਬੰਦ ਕੀਤਾ ਜਦ ਸਾਰਾ ਕੁਛ ਇੱਥੇ ਠੀਕ ਠਾਕ ਆ। ਹੁਣ ਉਹਨਾਂ ਨੇ ਇਹ ਇਸ ਤਰ੍ਹਾਂ ਦੇ ਨਾਲ ਜੇਸਨ ਕੈਨੀ ਦੇ ਅਗੇਂਸਟ ਇੱਕ ਲੈਟਰ ਇਸ਼ੂ ਕੀਤੀ ਹੈ, ਜਿੱਥੇ ਉਹਨਾਂ ਨੇ ਲਿਖਿਆ ਵੀ ਅਸੀਂ ਜਿਹੜੀਆਂ ਕੈਨੀ ਦੀਆਂ ਇਹ ਪਾਲਿਸੀਜ਼ ਨੇ ਅਸੀਂ ਉਹਨਾਂ ਨਾਲ ਐਗਰੀ ਨਹੀਂ ਕਰਦੇ, ਕਿਉਂਕਿ ਉਹ ਵੀ ਫਸੇ ਹੋਏ ਆ। ਉਹ ਆਪਣੇ ਲੋਕਾਂ ਕੋਲ ਜਾਂਦੇ ਆ, ਉਹ ਕਹਿੰਦੇ ਕੀ ਗੱਲ ਤੁਸੀਂ ਇਹ ਗੱਲ ਕਿਉਂ ਕੀਤੀ। ਹੁਣ ਉਹਨਾਂ ਨੇ ਆਪਦਾ ਖੜਾ ਛਾਉਣ ਵਾਸਤੇ, ਪਰ ਕੈਨੀ ਸਾਹਿਬ ਵਾਸਤੇ ਇੱਕ ਬੜਾ ਵੱਡੀ ਸਿਰਦਰਦੀ ਬਣ ਗਈ ਹੈ। ਇੱਕ ਤਾਂ ਉਹਨਾਂ ਤੋਂ ਕੰਟਰੋਲ ਨਹੀਂ ਹੋ ਰਿਹਾ। ਕੰਟਰੋਲ ਲੋਕਾਂ ਨੇ ਰਲ ਮਿਲ ਕੇ ਕਰਨਾ, ਸਰਕਾਰ ਨੇ ਵੀ ਕਰਨਾ, ਲੋਕਾਂ ਨੇ ਵੀ ਕਰਨਾ। ਇਟ ਇਜ਼ ਆਊਟ ਆਫ ਕੰਟਰੋਲ ਉੱਥੇ ਵੀ। ਤੇ ਬਾਕੀ ਰਹਿੰਦੀ ਖੁੰਦੀ ਜਿਹੜੀ ਕਾਕਸ ਆ ਉਹ ਉਲਟ ਹੋਣ ਲੱਗ ਪਈ ਹੈ। ਕੈਨੀ ਸਾਹਿਬ ਨੇ ਜਦੋਂ ਫੈਡਰਲ ਮਿਨਿਸਟਰ ਸੀਗੇ ਉਦੋਂ ਬੜੀਆਂ ਮੌਜਾਂ ਕੀਤੀਆਂ ਨੇ, ਕੋਈ ਏਡੀ ਸਿਰਦਰਦੀ ਹੈ ਨਹੀਂ ਸੀ। ਸਟੀਵਨ ਹਾਰਪਰ ਸਾਹਿਬ ਸਾਂਭਦੇ ਸੀ ਇਸ ਗੱਲ ਨੂੰ, ਪਰ ਜਿਵੇਂ ਉਹਨਾਂ ਨੂੰ ਲੱਗਦਾ ਸੀ ਕਿ ਮੈਂ ਉੱਥੇ ਜਾ ਕੇ ਪ੍ਰੀਮੀਅਰ ਬਣ ਜਾਣਾ ਤਾਂ ਗੱਲ ਮੌਜਾਂ ਹੀ ਮੌਜਾਂ ਹੋਣਗੀਆਂ। ਇਟਸ ਨਾਟ ਈਜ਼ੀ ਫॉर ਜੇਸਨ ਕੈਨੀ, ਔਰ ਮੈਨੂੰ ਇਹ ਸਮਝ ਨਹੀਂ ਆਉਂਦੀ ਸ਼ਾਇਦ ਅਗਲੇ ਸਾਲ ਇਹਨਾਂ ਦੀ ਲੀਡਰਸ਼ਿਪ ਦੀ ਇਹਨਾਂ ਦੀ ਪੜਤਾਲ ਹੋਣੀ ਹੈ, ਇਹਨਾਂ ਦੇ ਰੇਟਿੰਗ ਹੋਏਗੀ। ਇਹ ਨਹੀਂ ਪਤਾ ਸ਼ਾਇਦ ਇਹ ਲੀਡਰ ਵੀ ਰਹਿਣ ਜਾਂ ਨਾ ਰਹਿਣ। ਸਰ ਇਹ ਤਾਂ ਚਲੋ ਫਿਰ ਵੀ ਕੁਝ ਕਰ ਰਹੇ ਆ ਜਾਂ ਨਹੀਂ ਕਰ ਰਹੇ ਤਾਂ ਇਹਨਾਂ ਦੇ ਅਗੇਂਸਟ ਹੋ ਰਿਹਾ। ਇੱਧਰੋਂ ਓਨਟਾਰੀਓ ਦੀ ਗੱਲ ਕੀਤੀ ਜਾਵੇ, ਓਨਟਾਰੀਓ ਦੇ ਪ੍ਰੀਮੀਅਰ ਕਦਮ ਚੁੱਕ ਵੀ ਰਹੇ ਨੇ, ਕੁਝ ਅਜਿਹੇ ਕਦਮ ਵੀ ਚੁੱਕ ਰਹੇ ਨੇ ਜਿਹੜੇ ਉਹਨਾਂ ਦੇ ਵੀ ਆਪਦੇ MPs ਜਾਂ MPPs ਨੂੰ ਪਸੰਦ ਨਹੀਂ ਆ ਰਹੇ। ਆਪਾਂ ਗੱਲ ਕੀਤੀ ਸੀਗੀ ਇਹਨਾਂ ਦੇ ਖੁਦ ਦੇ ਕਈ MPPs ਦੇ ਬਿਆਨ ਸਾਹਮਣੇ ਆਏ ਸੀ ਜਿਹੜੇ ਇਹਨਾਂ ਦੇ ਅਗੇਂਸਟ ਸੀ। ਬਿਲਕੁਲ ਤਰਨ, ਔਰ ਇਸ ਕਰਕੇ ਇੱਕ MPP ਨੂੰ ਤਾਂ ਕੱਢਣਾ ਪੈ ਗਿਆ ਸੀਗਾ ਕਿਸੇ ਵਿੱਚੋਂ ਇਸ ਕਰਕੇ। ਪਰ ਓਵਰਆਲ ਇਹ ਜਿਹੜਾ ਆ ਸਮਾਂ, ਇਹ ਸਮਾਂ ਕੱਲ ਮੈਨੂੰ ਫੋਰਡ ਸਾਹਿਬ ਦੀ ਗੱਲ ਚੰਗੀ ਲੱਗੀ ਹੈ। ਇਹ ਸਿਆਸਤ ਖੇਡਣ ਦਾ ਸਮਾਂ ਨਹੀਂ ਹੈ। ਸਿਆਸਤ ਖੇਡਣ ਨੂੰ ਬਹੁਤ ਸਮਾਂ ਹੋਏਗਾ। ਆਹ 4-5 ਮਹੀਨੇ ਕੱਟ ਲਓ, ਮਗਰੋਂ ਸਿਆਸਤਾਂ ਹੀ ਖੇਡਣੀਆਂ ਨੇ। ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਨੂੰ ਵੀ ਨਾਲ ਰਲ ਕੇ ਚੱਲਣਾ, ਨੁਕਸ ਕੱਢਣਾ ਠੀਕ ਹੈ, ਇਹ ਆਪੋਜੀਸ਼ਨ ਦਾ ਕੰਮ ਹੈ, ਫਰਜ਼ ਹੈ, ਕਰਨਾ ਵੀ ਚਾਹੀਦਾ ਹੈਗਾ। ਪਰ ਜਦੋਂ ਅਸੀਂ ਐਸੇ ਪੈਂਡੈਮਿਕ ਦੇ ਵਿੱਚੋਂ ਲੰਘ ਰਹੇ ਹਾਂ, ਮਹਾਮਾਰੀ ਦਾ ਪ੍ਰਕੋਪ ਵੱਧ ਰਿਹਾ ਘਟ ਨਹੀਂ ਰਿਹਾ, ਸਾਨੂੰ ਹੁਣ ਸਿਆਸਤ ਕਰ ਦੇਣੀ ਚਾਹੀਦੀ ਹੈ। ਜਿਹੜੇ ਚਾਹੇ ਆਪਦੇ MPPs ਆ ਉਹਨਾਂ ਦੇ, ਚਾਹੇ ਆਪੋਜੀਸ਼ਨ ਵਾਲੇ ਆ, ਇਹ ਕੰਮ ਬਾਅਦ ਚ ਕੀਤੇ ਜਾ ਸਕਦੇ। ਬਿਲਕੁਲ ਜੀ, ਬਾਅਦ ਚ ਕੀਤੇ ਜਾ ਸਕਦੇ। ਪਰ ਇੱਕ ਐਲਬਰਟਾ ਦੇ ਵਿੱਚ ਕਹਿੰਦੇ ਨਵਾਂ ਲੈਜਿਸਲੇਸ਼ਨ ਪੇਸ਼ ਕੀਤਾ ਗਿਆ ਵਾ, ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਕਾਰਡਿੰਗ ਨੂੰ ਬੈਨ ਕੀਤਾ ਜਾਵੇ। ਕੀ ਇਹ ਪਾਸ ਹੋ ਗਿਆ ਜਾਂ ਹਜੇ ਹੋਣਾ ਆ? ਨਹੀਂ ਤਰਨ, ਅਜੇ ਪਾਸ ਨਹੀਂ। ਕਾਰਡਿੰਗ ਇਹ ਹੈ ਜੀ, ਜਿਨ੍ਹਾਂ ਨੂੰ ਪਤਾ ਉਹਦਾ ਠੀਕ ਹੈ, ਨਹੀਂ ਪਤਾ ਪੁਲਿਸ ਰੋਕਦੀ ਹੈ ਔਰ ਹਰੇਕ ਬੰਦੇ ਦਾ ਅਕਾਊਂਟ ਤਿਆਰ ਕਰ ਲੈਂਦੀ ਹੈ, ਖਾਤਾ ਤਿਆਰ ਕਰ ਲੈਂਦੀ ਹੈ। ਮੀਨ ਕਾਰਡਿੰਗ ਹੈ, ਕਾਰਡ ਦੇ ਉੱਤੇ ਲਿਖਣ ਲੱਗ ਜਾਂਦੀ। ਫਿਰ ਉਹਨਾਂ ਨੂੰ ਦੁਬਾਰੇ ਜੋ ਰੋਕਿਆ ਜਾਂਦਾ, ਪਤਾ ਲੱਗਦਾ ਵੀ ਇਹ ਬੰਦਾ ਪਹਿਲਾਂ ਰੁਕਿਆ ਹੋਇਆ ਸੀਗਾ। ਸਾਡੇ ਅੰਟਾਰੀਓ 'ਚ ਇਹ ਪ੍ਰੋਬਲਮ ਆਈ ਸੀਗੀ। ਉਹ ਇਹ ਪ੍ਰੋਬਲਮ ਆਈ ਸੀ ਕਿ ਜਿਹੜੀ ਕਾਰਡਿੰਗ ਕੀਤੀ ਜਾਂਦੀ ਹੈ ਸਿਰਫ ਇੱਕ ਨਸਲ ਦੇ ਲੋਕਾਂ ਵਾਸਤੇ ਕੀਤੀ ਜਾਂਦੀ ਹੈ, ਜਿਹੜੇ ਐਫਰੋ ਅਮਰੀਕਨ ਲੋਕ ਹੈਗੇ ਨੇ। ਉਹ ਤੇ ਜੋ ਇਤਰਾਜ਼ ਹੋਇਆ ਤਾਂ ਸਾਡੇ ਇਹ ਜਿਹੜਾ ਇੱਥੋਂ ਪੁਲਿਸ ਡਿਪਾਰਟਮੈਂਟ ਹੈਗਾ ਟੋਰਾਂਟੋ ਵਾਲਾ, ਉਹਨਾਂ ਨੇ ਕਿਹਾ ਵੀ ਅਸੀਂ ਬੰਦ ਕਰ ਦਿੰਦੇ ਹਾਂ। ਹੁਣ ਇਹ ਗੱਲ ਅਲਬਰਟਾ ਦੇ ਵਿੱਚ ਆਲਰੇਡੀ ਚੱਲ ਰਹੀ ਹੈ। ਪਿਛਲੇ ਸਾਲ ਲੀਗਲ ਤੌਰ ਦੇ ਉੱਤੇ ਕਾਰਡਿੰਗ
ਅਲਬਰਟਾ 'ਚ ਬੰਦ ਹੈ, ਪਰ ਹਜੇ ਵੀ ਕੰਮ ਹੋ ਚੱਲ ਰਿਹਾ। ਪਰ ਇਹ ਇੱਕ ਚੰਗੀ ਗੱਲ ਕੀਤੀ ਜਾ ਰਹੀ ਹੈ ਕਿ ਲੈਜਿਸਲੇਟ ਹੀ ਕਰਤਾ ਜਾਵੇ, ਸਾਰੇ ਅਲਬਰਟਾ ਵਾਸਤੇ ਇੱਕ ਕਾਨੂੰਨ ਹੋ ਜਾਵੇ। ਐ ਇਕੱਲੇ ਸਾਡੇ ਹੁਣ ਇਕੱਲਾ ਸਾਡੇ ਸਿਟੀ ਵਾਸਤੇ ਕੁਝ ਹੋਰ ਹੈ, ਬਰੈਂਪਟਨ ਵਾਸਤੇ ਕੁਝ ਹੋਰ ਹੈ, ਇਸ ਤਰ੍ਹਾਂ ਦੀ ਗੱਲਾਂ ਹੈ। ਇਹ ਥਰੂ ਆਊਟ ਅਲਬਰਟਾ ਦੇ ਵਿੱਚ ਹੋ ਰਿਹਾ ਕਿ ਕਾਰਡਿੰਗ ਨਹੀਂ ਕੀਤੀ ਜਾਵੇ। ਇਹਦੇ ਫਾਇਦੇ ਵੀ ਨੇ ਤੇ ਇਹਦਾ ਨੁਕਸਾਨ ਵੀ ਹੈਗਾ। ਕਈ ਵਾਰੀ ਇਹ ਹੁੰਦਾ ਹੈ ਕਿ ਤੁਸੀਂ ਜਿਹੜੇ ਬੰਦੇ ਇਹ ਕ੍ਰਾਈਮ ਕਰਦੇ ਹੈਗੇ ਉਹਨਾਂ ਦਾ ਡਾਟਾ ਤਿਆਰ ਨਹੀਂ ਕਰ ਸਕਦੇ, ਉਹਨੂੰ ਰੋਕਿਆ ਜਾਂਦਾ, ਪਤਾ ਹੈ ਨਹੀਂਗਾ ਵੀ ਇਹਨੇ ਪਹਿਲਾਂ ਵੀ ਕ੍ਰਾਈਮ ਕੀਤਾ ਸੀਗਾ। ਇਹ ਉਹ ਗੱਲੋਂ ਨੁਕਸਾਨ ਵੀ ਹੋ ਸਕਦਾ ਹੈ, ਪਰ ਜਦੋਂ ਇੱਕ ਹੀ ਰੇਸ ਦੇ ਅਗੇਂਸਟ ਕੀਤਾ ਜਾਂਦਾ ਤਾਂ ਇਹ ਰੌਲਾ ਪੈਣ ਲੱਗਾ। ਜੇ ਕਿਤੇ ਪੁਲਿਸ ਸਹੀ ਕੰਮ ਕਰਦੀ, ਸਾਰਿਆਂ ਦਾ ਕੋਈ ਪ੍ਰੋਫਾਈਲ ਠੀਕ ਬਣਾਉਂਦੀ, ਤਾਂ ਸ਼ਾਇਦ ਇੱਥੇ ਤੱਕ ਗੱਲ ਨਾ ਆਉਂਦੀ। ਬਿਲਕੁਲ ਉਮੀਦ ਕਰਦੇ ਹਾਂ ਕਿ ਛੇਤੀ ਇਹ ਮਾਮਲਾ ਜਿਹੜਾ ਹੈ ਹੱਲ ਹੋ ਜਾਏਗਾ, ਕਿਉਂਕਿ ਅਜਿਹੇ ਮੁਲਕਾਂ ਦੇ ਵਿੱਚ ਇਹ ਚੀਜ਼ਾਂ ਚੰਗੀਆਂ ਵੀ ਨਹੀਂ ਲੱਗਦੀਆਂ ਤਰਨ, ਫੇਰ ਵੀ ਹੋ ਰਹੀਆਂ ਨੇ, ਹੋਈ ਜਾ ਰਹੀਆਂ ਨੇ, ਹਟ ਨਹੀਂ ਰਿਹਾ। ਹੁਣ ਤੁਸੀਂ ਜੋਰਜ ਫਲੋਇਡ ਦੀ ਜਿਹੜੀ ਡੈਥ ਹੋਈ ਹੈ, ਤੁਸੀਂ ਦੇਖੋ ਇੰਨਾ ਵੱਡਾ ਉਹਦਾ ਰੌਲਾ ਪੈ ਗਿਆ ਕਿਉਂਕਿ ਵੀਡੀਓ ਬਣ ਗਈ। ਉਹਦਾ ਵੈਸੇ ਕੇਸ ਚੱਲ ਰਿਹਾ ਜੀ ਉਹਦਾ, ਜਿਵੇਂ ਹਰ ਰੋਜ਼ ਨਵੀਂ ਉਹ 'ਚ ਆਉਂਦੀ ਆ। ਅਸੀਂ ਜਾਣ ਕੇ ਉਹਦੀ ਗੱਲ ਨਹੀਂ ਕੀਤੀ ਕਿ ਹਰ ਰੋਜ਼ ਗਵਾਹੀਆਂ ਆ ਰਹੀਆਂ ਨੇ, ਅਸੀਂ ਸਿਰੇ ਤੇ ਆ ਕੇ ਉਹਦੇ ਬਾਰੇ ਜ਼ਰੂਰ ਤੁਹਾਡੇ ਨਾਲ ਗੱਲ ਕਰਾਂਗੇ। ਬਿਲਕੁਲ ਸਰ, ਉੱਥੇ ਫੂਡ ਬੈਂਕ ਦੀ ਗੱਲ ਇੱਥੇ ਜ਼ਰੂਰ ਕਰਨਾ ਚਾਹਾਂਗੇ। ਫੂਡ ਬੈਂਕ ਖਾਸ ਤੌਰ ਤੇ ਪੈਂਡੈਮਿਕ ਦੇ ਦੌਰਾਨ ਬਹੁਤਿਆਂ ਲਈ ਸਹਾਰਾ ਬਣਿਆ। ਜਿਹੜੇ ਬੇਕਾਰ ਸੀ ਉਹਨਾਂ ਨੂੰ ਤਾਂ ਫੂਡ ਬੈਂਕ ਫੂਡ ਦਿੰਦਾ ਹੀ ਦਿੰਦਾ ਆ, ਬਟ ਜਿਹੜੇ ਆਪਦੇ ਘਰਾਂ ਵਿੱਚ ਸੀ, ਬਹੁਤ ਸਾਰੇ ਅਜਿਹੇ ਸੀ ਜਿਨ੍ਹਾਂ ਦੇ ਕੋਲ ਪੈਸੇ ਤੱਕ ਨਹੀਂ ਸੀ ਗਰੋਸਰੀ ਲੈਣ ਦੇ, ਫੂਡ ਬੈਂਕ ਉਹਨਾਂ ਦੇ ਵੀ ਕੰਮ ਆਇਆ। ਪਰ ਇੱਕ ਖਬਰ ਜਿਹੜੀ ਹੈ ਕਾਫੀ ਦਿਲ ਨੂੰ ਦੁਖਾਉਣ ਵਾਲੀ ਸਾਹਮਣੇ ਆਈ ਹੈ ਕਿ ਇੱਕ ਫੂਡ ਬੈਂਕ ਨੂੰ ਕਿਸੇ ਦੇ ਵੱਲੋਂ 20 ਸਾਲ ਪੁਰਾਣਾ ਮਿਆਦ ਪੁੱਗਿਆ ਭੋਜਨ ਜਿਹੜਾ ਆ ਉਹ ਡੋਨੇਟ ਕੀਤਾ ਗਿਆ। ਸਰ ਕੀ ਕਹਿਣਾ ਚਾਹੋਗੇ? ਕਰਨ ਦੇਖੋ ਕਿ ਕੈਸੀ ਗੱਲ ਹੈਗੀ ਹੈ, ਲੋਕੀ ਪਤਾ ਨਹੀਂ ਇਹ ਕਿਉਂ ਕਰਦੇ ਹੈਗੇ ਆ ਵੀ ਚਲੋ ਫੂਡ ਬੈਂਕ ਨੂੰ ਦੇਣਾ। ਇੱਕ ਮੇਰੀ ਸਭ ਨੂੰ ਰਿਕੁਐਸਟ, ਆਪਣੀ ਕਮਿਊਨਿਟੀ ਬਹੁਤ ਘੱਟ ਕਰਦੀ ਹੈ, ਮੇਰੀ ਸਭ ਨੂੰ ਰਿਕੁਐਸਟ ਹੈ ਫੂਡ ਬੈਂਕ ਦੀ, ਜਦੋਂ ਵੀ ਫੂਡ ਬੈਂਕ ਦੇਣਾ ਆਪਾਂ ਇਉਂ ਸਮਝੋ ਜੋ ਮੈਂ ਖਾਣਾ। ਇੱਕ ਮੇਰੀ ਰਿਕੁਐਸਟ ਹੋਰ ਆ, ਅਸੀਂ ਕੱਪੜੇ ਦਾਨ ਕਰਦੇ ਹਾਂ। ਆਮ ਅਸੀਂ ਕਹਿੰਦੇ ਕਿਸੇ ਥਾਂ ਤੇ ਦੇ ਆਉਂਦੇ ਹਾਂ ਜਾਂ ਕੋਈ ਚੱਕਰ ਰਹਿੰਦਾ, ਪਲੀਜ਼ ਕੱਪੜੇ ਉਹ ਦਿਓ ਜਿਹੜੇ ਕਿਸੇ ਦੇ ਪਾਏ ਜਾ ਸਕਦੇ ਹੋ। ਇਹ ਨਾ ਕਹੋ ਇਹ ਫਟਿਆ ਹੋਇਆ, ਇਹਦੇ ਘੱਗਰੀ ਲੱਗੀ ਹੋਈ ਹੈ, ਕੁਛ ਹੋਰ ਹੋਇਆ, ਇਹ ਜਿਹਾ ਪਲੀਜ਼ ਨਾ ਦੇ ਕਰੋ। ਐਵੇਂ ਹੀ ਕ੍ਰਿਸਮਸ ਦੇ ਦਿਨਾਂ 'ਚ ਜਿਹੜੇ ਟੋਇਜ਼ ਦਿੰਦੇ ਹੋ, ਟੁੱਟਾ ਟੋਇਜ਼ ਨਾ ਦਿਆ ਕਰੋ, ਉਹ ਕਿਸੇ ਦੇ ਬੱਚੇ ਨੇ ਜਾ ਕੇ ਖੇਡਣਾ। ਜਿਹੜਾ ਤੁਸੀਂ ਪ੍ਰੋਪਰ ਟੋਏ ਹੈਗਾ, ਕੰਮ ਕਰਦਾ ਹੈਗਾ, ਉਹ ਦਿਆ ਕਰੋ। ਇਹ ਆਹ ਜਿਹੜੀ ਗੱਲ ਹੋਈ ਹੈ, ਤੁਸੀਂ 20 ਸਾਲ ਪੁਰਾਣਾ ਫੂਡ ਕਦੋਂ ਬੰਦੇ ਨੇ ਕਿੱਥੇ ਰੱਖਿਆ, ਉਹ ਐਕਸਪਾਇਰੀ ਡੇਟਾ ਉਹ ਦਿੱਤਾ ਜਾ ਰਿਹਾ ਵੀ ਚਲੋ ਜੇ ਕੋਈ ਬੇਘਰ ਹੋ ਗਿਆ ਹੈ, ਹਾਲਾਤ ਦਾ ਮਾਰਿਆ ਹੋਇਆ, ਤਾਂ ਇਹਦਾ ਮਤਲਬ ਇਹ ਥੋੜੀ ਤੁਹਾਡੇ ਕੋਲ ਤੁਸੀਂ ਸਿੱਟਣਾ ਸੀ, ਗਾਰਬੇਜ ਸੀਗਾ, ਤੁਸੀਂ ਉਹਨੂੰ ਦੇਣਾ। ਉਹ ਬੰਦੇ ਦੇ ਵੀ ਕੁਛ ਤਾਂ ਉਹਦਾ ਪ੍ਰਾਈਡ ਹੈਗਾ। ਕਿਸੇ ਨਾਲ ਵੀ ਇਹ ਗੱਲ ਹੋ ਸਕਦੀ ਹੈ, ਇਸ ਹਾਲਤ ਵਿੱਚ ਕੋਈ ਵੀ ਜਾ ਸਕਦਾ। ਸੋ ਸਾਨੂੰ ਇਸ ਗੱਲ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਵੀ ਜਦੋਂ ਵੀ ਅਸੀਂ ਕੋਈ ਫੂਡ ਬੈਂਕ ਡਰਾਈਵ ਕਰਦੇ ਹਾਂ, ਅਸੀਂ ਕੈਨ ਚੱਕਦੇ ਹਾਂ ਤਾਂ ਆਪਣੇ ਨਾ ਕੈਨਡ ਫੂਡ ਲੈ ਕੇ ਆਉਣੇ। ਅਸੀਂ ਮੋਸਟਲੀ ਉਹ ਕੈਨ ਚੱਕਦੇ ਹਾਂ, ਕੋਸ਼ਿਸ਼ ਕਰਦੇ ਹਾਂ ਕੈਨ 'ਚ ਡੈਂਟ ਨਾ ਪਿਆ ਹੋਵੇ। ਆਪਾਂ ਨੋਟ ਕਰਦੇ ਹਾਂ, ਜਿਹੜੇ ਨਹੀਂ ਕਰਦੇ ਮੈਂ ਕਰਦਾ ਜੀ। ਕਈਆਂ ਨੂੰ ਇਹ ਹੈਗਾ ਵੀ ਜੇ ਡੈਂਟ ਪੈ ਜਾਂਦਾ ਤਾਂ ਉਹਦੀ ਮੈਟਲ ਅੰਦਰੋਂ ਹਿੱਲ ਜਾਂਦੀ ਹੈ ਤੇ ਸ਼ਾਇਦ ਉਹ ਮਿਕਸ ਹੋ ਜਾਂਦੀ ਹੈ। ਵਹਿਮ ਹੈ ਜਾਂ ਹੋ ਸਕਦਾ ਹੋਵੇ ਵੀ। ਅਸੀਂ ਕਈ ਵਾਰੀ ਲੈ ਆਉਂਦੇ ਹਾਂ, ਅਸੀਂ ਡੈਂਟ ਵਾਲਾ, ਅਸੀਂ ਕਹਿੰਦੇ ਚੱਲ ਪਲੀਜ਼ ਐਂ ਨਾ ਕਰਿਆ ਕਰੋ, ਉਹ ਚੀਜ਼ ਦਿਓ ਕਿਸੇ ਨੂੰ ਦੇਣੀ ਆ, ਦਾਨ ਕਰਨਾ, ਉਹ ਚੀਜ਼ ਦਿਓ ਵੀ ਮੈਂ ਵੀ ਉਹ ਪਾ ਸਕਦਾ, ਮੈਂ ਵੀ ਉਹ ਖਾ ਸਕਦਾ, ਮੈਂ ਵੀ ਉਹ ਹੰਡਾ ਸਕਦਾ, ਮੇਰਾ ਬੱਚਾ ਵੀ ਉਹ ਹੰਡਾ ਸਕਦਾ, ਖੇਡ ਸਕਦਾ। ਪਲੀਜ਼ ਉਹ ਚੀਜ਼ ਦਾਨ ਕਰੇ। ਬਿਲਕੁਲ ਸਰ, ਤੁਸੀਂ ਇਹ ਦੇਖੋ ਕਿ ਜਦੋਂ ਆਪਣੇ ਲਈ ਅਸੀਂ ਫੂਡ ਲੈਂਦੇ ਹਾਂ ਤਾਂ ਨਾਲ ਦੀ ਨਾਲ ਪੂਰੀ ਡੇਟ ਚੈੱਕ ਕਰਦੇ ਹਾਂ ਕਿ ਕਿੰਨੀ ਦੇਰ ਤੱਕ ਇਹ ਕੱਢ ਸਕਦਾ ਆ, ਕਦੋਂ ਅਸੀਂ ਖਾਣੀ ਉਨੀ ਦੇਰ ਤੱਕ ਇਹ ਰਹੇਗੀ ਇਹਦੀ ਜਿਹੜੀ ਮੈਨੂਫੈਕਚਰਿੰਗ ਡੇਟ ਜਾਂ ਨਹੀਂ ਰਹੇਗੀ। ਸਭ ਕੁਝ ਚੈੱਕ ਕਰਕੇ ਗਰੋਸਰੀ ਕਰਨ ਵੇਲੇ ਸਾਰਾ ਕੁਝ ਫਿਰ ਦੇਖ ਕੇ ਲੈ ਕੇ ਆਉਂਦੇ ਆ ਚੀਜ਼ਾਂ। ਜਿਹੜਾ ਦੁੱਧ ਦਾ ਪੈਕ ਆ ਉਹ ਤਾਂ ਪੱਕਾ ਹੀ ਉਹ ਤਾਂ ਪਹਿਲਾਂ ਹੀ ਹੁੰਦਾ, ਇਹਦੀ ਥੋੜੀ ਮਿਆਦ ਹੁੰਦੀ ਉਹ ਜ਼ਰੂਰ ਚੈੱਕ ਕਰਨਾ ਜੀ। ਦਹੀਂ ਵੀ ਚੈੱਕ ਕਰਦੇ ਆ, ਐਕਸਪਾਇਰੀ ਡੇਟਸ ਚੰਗੀ ਗੱਲ ਆ, ਚੈੱਕ ਕਰਨਾ ਚਾਹੀਦਾ, ਪਰ ਅੱਗੇ ਵੀ ਦੇਣਾ ਤਾਂ ਉਹਦੀ ਆਪਣੀ ਵਾਰੀ ਤਾਂ ਰਿਸਕ ਵੀ ਨਹੀਂ ਲੈਂਦੇ। ਜੇ ਬਾਈ ਚਾਂਸ ਪਿਆ ਦੁੱਧ ਵੀ ਖਰਾਬ ਹੋ ਜਾਂਦਾ ਨਾ, ਫਿਰ ਉਹਨੂੰ ਵੀ ਨਹੀਂ ਪੀਤਾ ਜਾਂਦਾ ਕਿ ਨਹੀਂ ਰਿਸਕ ਨਹੀਂ ਲੈਣਾ, ਰਹਿਣ ਦੋ ਖਰਾਬ ਹੋ ਜਾਏਗਾ। ਠੀਕ ਹੈ ਜੀ, ਆਈ ਐਗਰੀ ਵਿਦ ਯੂ ਸਰ। ਸਾਨੂੰ ਦੂਜਿਆਂ ਦਾ ਵੀ ਐਵੇਂ ਖਿਆਲ ਰੱਖਣਾ ਚਾਹੀਦਾ। ਬਿਲਕੁਲ ਜੀ, ਖਿਆਲ ਰੱਖਣਾ ਚਾਹੀਦਾ। ਪਰ ਸਰ ਇੱਕ ਖਬਰ ਅਜਿਹੀ ਆਈ ਹੈ ਜਿਹੜੀ ਕਿ ਸਾਰਿਆਂ ਨਾਲ ਸਾਂਝੀ ਵੀ ਕਰਨੀ ਚਾਹੀਦੀ ਹੈ, ਕਿਉਂਕਿ ਅਜਿਹੇ ਮਾਮਲੇ ਘੱਟ ਸਾਹਮਣੇ ਆਏ ਨੇ ਪਰ ਆਏ ਜ਼ਰੂਰ ਨੇ। 44 ਸਾਲ ਤੱਕ ਇੱਕ ਵਿਅਕਤੀ ਨੇ ਜੇਲ੍ਹ ਕੱਟੀ, ਪਰ ਜੇਲ੍ਹ ਕੱਟੀ ਤਾਂ ਗਈ ਉਹਦੇ ਤੋਂ, ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਬੇਕਸੂਰ ਸੀ। ਸੋ ਕੀ ਉਹਦੇ ਤੇ ਬੀਤੀ ਹੋਣੀ ਹੈ ਕਿ 44 ਸਾਲ ਬੇਕਸੂਰ ਵਿਅਕਤੀ ਨੇ ਜੇਲ੍ਹ ਕੱਟੀ ਹੈ ਤੇ ਜਦੋਂ ਬਾਹਰ ਆਇਆ ਉਹਦੇ ਇਮੋਸ਼ਨਸ ਕੁਝ ਹੋ ਰਹੀ ਸੀ। ਕਰਨ ਤੁਸੀਂ ਉਹ ਦੇਖੋ, ਇਹ ਹਾਲਾਤ, ਐਸੇ ਕੇਸ ਕਿੰਨੇ ਨੇ। ਮੈਂ ਜੀ ਇਹ ਜੇ ਥੋੜੇ 100 ਕੇਸ ਹੱਥਾਂ ਤੇ ਗਿਣ ਕੇ ਦੱਸ ਸਕਦਾ ਕਿ ਐਸੇ ਇੱਕ ਥਾਂ ਤੇ 12 ਬੱਚੇ ਸੀਗੇ ਜੀ, ਉਹਨਾਂ ਨੂੰ ਅਕਿਊਜ਼ ਕੀਤਾ ਗਿਆ ਸੀਗਾ ਔਰ ਉਹਨਾਂ ਨੂੰ ਸਜ਼ਾ ਹੋ ਗਈ ਸੀ, ਉਹਨਾਂ ਨੂੰ ਡੈਥ ਦੀ ਦਿੱਤੀ ਗਈ ਸੀ। US ਦੇ ਵਿੱਚ ਸੀ ਬਲੈਕਹੈਡਸ। ਇਹ ਵੀ ਉਹੀ ਹੈ ਜੀ। 44 ਸਾਲ ਨਾਰਥ ਕੈਰੋਲਾਈਨਾ ਦੇ ਵਿੱਚ ਵਾਈਟ ਵੂਮਨ ਦੇ ਰੇਪ ਦੇ ਚਾਰਜਸ ਲੱਗੇ ਸੀ, ਉਹਦੇ ਵਿੱਚ ਇਹਨੂੰ ਸਜ਼ਾ ਹੋਈ ਸੀ। ਜਿਹੜੀ ਸਜ਼ਾ ਹੋਈ ਹੈ ਉਸ ਤੋਂ ਮਗਰੋਂ ਉਦੋਂ ਵੀ ਕਹਿੰਦਾ ਸੀ ਮੈਂ ਇਨੋਸੈਂਟ ਹੈ ਤੇ ਹੁਣ ਵੀ ਇਨੋਸੈਂਟ ਹੈ।
ਤੇ ਅਖੀਰ ਨਾਰਥ ਕੈਰੋਲਾਈਨਾ ਨੇ ਇਹ ਡਿਸਾਈਡ ਕੀਤਾ ਵੀ ਹਾਂ ਇਹ ਇਨੋਸੈਂਟ ਹੈ, ਇਹਨੂੰ ਛੱਡ ਦੇਣਾ ਚਾਹੀਦਾ, ਕਾਲ ਲੈ ਲਈ ਫਿਰ। ਜੀ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ ਨੂੰ ਵੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਪੁੱਛਣਾ ਸੀਗਾ ਕਿ ਜਿਵੇਂ ਅਸੀਂ ਸੁਪਰ ਵਿਜੇ ਤੇ ਆ, ਮੇਰੀ ਉਮਰ 67 ਸਾਲ ਹੈ, ਤੇ ਅਸੀਂ ਇੰਜੈਕਸ਼ਨ ਸਾਨੂੰ ਲੱਗ ਸਕਦਾ ਮੈਨੂੰ? ਦੇਖੋ ਤੁਸੀਂ ਲਵਾ ਸਕਦੇ ਹੋ ਜੀ, ਤੁਸੀਂ ਪ੍ਰਾਈਵੇਟਲੀ ਲਵਾ ਸਕਦੇ ਹੋ, ਪਰ ਸੁਪਰਵਾਈਜ਼ਰ ਤੇ ਆਇਆ ਵਾਸਤੇ ਅਜੇ ਤੱਕ ਕੋਈ ਐਸੀ ਗੱਲ ਸੁਣੀ ਨਹੀਂ ਹੈ ਕਿ ਸਰਕਾਰ ਇਹ ਲਵਾ ਸਕਦੀ ਜੀ। ਅੱਜ ਤੁਸੀਂ ਪ੍ਰਾਈਵੇਟਲੀ ਤੁਸੀਂ ਲਵਾ ਸਕਦੇ ਹੋ, ਜਿਹੜਾ ਤੁਹਾਨੂੰ ਕਾਸਟ ਕਰੇਗਾ। ਓਕੇ, ਅੱਛਾ, ਕੋਸਟ ਕਰ ਆਪਣੀ ਕੋ ਫੈਮਿਲੀ ਡਾਕਟਰ ਜਿਹੜੀ ਉਹਨਾਂ ਤੋਂ ਲਵਾ ਲਈਏ? ਹਾਂਜੀ, ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਆਈ ਗੈਸ ਇਹਦੀ ਕਾਸਟ ਸਮਵੇਅਰ ਅਰਾਊਂਡ $200 ਆ, ਪਰ ਮੈਂ 100% ਸ਼ੋਰ ਨਹੀਂ ਹਾਂ। ਤੁਸੀਂ ਆਪਣੇ ਡਾਕਟਰ ਨੂੰ ਪੁੱਛ ਕੇ ਤੁਸੀਂ ਇਹਦੀ ਅਰੇਂਜਮੈਂਟ ਕਰ ਸਕਦੇ ਹੋ ਜੀ। ਓਕੇ, ਥੈਂਕ ਯੂ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ। ਜਿਹੜਾ ਨਾਰਥ ਕੈਰੋਲਾਈਨਾ ਦਾ ਲਾਅ ਹੈਗਾ ਤਰਨ, ਉਹ ਇਹ ਹੈ ਕਿ ਕਿਸੇ ਵੀ ਬੰਦੇ ਨੂੰ ਜੇ ਉਹਨੂੰ ਗਲਤ ਢੰਗ ਨਾਲ ਜੇਲ੍ਹ 'ਚ ਰੱਖਿਆ ਗਿਆ, ਉਹਨੂੰ $7,50,000 ਤੋਂ ਵੱਧ ਨਹੀਂ ਦਿੱਤੇ ਜਾ ਸਕਦੇ। ਇਹ 44 ਸਾਲ ਰਿਹਾ। ਜਿਹੜਾ $7,50,000 ਆ, $50,000 ਸਾਲ ਦਾ, ਉਸ ਮੁਤਾਬਕ 15 ਸਾਲਾਂ 'ਚ ਇਹਦੇ ਉੱਪਰ ਤੇ ਬਾਕੀ 25 ਸਾਲ ਆ, ਉਹ ਕਿੱਥੇ ਗਏ? ਹੁਣ ਇਸ ਚੀਜ਼ ਦਾ ਕੇਸ ਚੱਲ ਰਿਹਾ ਜੀ, ਇਸ ਚੱਲੇਗਾ, ਪਰ ਤੁਸੀਂ ਉਹ ਦੇਖੋ ਇਹੋ ਜਿਹਾ ਇੱਕ ਕੇਸ ਨਹੀਂ ਹੈ। ਸਾਡੇ ਕੈਨੇਡਾ ਦੇ ਵਿੱਚ ਵੀ, ਸਾਡੇ ਕੈਨੇਡਾ 'ਚ ਵਾਈਟਸ ਦੇ ਕੇਸ ਨੇ, ਬਲੈਕਸ ਦੀ ਗੱਲ ਛੱਡਾਂ ਪਰੇ ਜੀ। ਇੱਕ ਡੇਵਿਡ ਮਿਲਗਾਰਡ ਸੀਗਾ, ਬੜਾ ਵੱਡਾ ਕੇਸ ਚੱਲਿਆ ਸੀਗਾ ਜੀ, ਅਖੀਰ ਬਹੁਤ ਸਾਲਾਂ ਬਾਅਦ ਉਹਨੂੰ ਛੱਡਿਆ ਗਿਆ ਸੀਗਾ। ਇਹੋ ਜਿਹੇ ਕੇਸ ਕਿੰਨੇ ਹੋਣਗੇ ਜਿਹਦੇ 'ਚ ਝੂਠੀ ਗਵਾਹੀ ਦੇ ਕੇ ਐਂਡ ਇੱਕ ਨਸਲ ਦੇ ਅਗੇਂਸਟ, ਜਿਹਨੂੰ ਬਾਕੀ ਜਿਹੜੀ ਜੂਰੀ ਹੈਗੀ ਸਾਰੀ ਦੂਸਰੀ ਨਸਲ ਦੀ ਬੈਠੀ ਹੈਗੀ ਹੈ। ਬਹੁਤ ਵਾਰੀ ਇਹੋ ਜਿਹਾ ਕੁਝ, ਕਿੰਨੇ ਕੇਸ ਬੇਦੋਸ਼ੇ ਕਿੰਨੇ ਮਾਰੇ ਗਏ ਆ, ਕਿੰਨਿਆਂ ਨੂੰ ਜੇਲ੍ਹਾਂ ਹੋਈਆਂ ਨੇ, ਆ ਇੱਕ ਕੇਸ ਬਾਹਰ ਆ ਗਿਆ। ਇਹੋ ਜਿਹੇ ਪਤਾ ਨਹੀਂ ਕਿੰਨੇ ਹੋਣਗੇ, ਪ੍ਰਮਾਤਮਾ ਕਰੇ ਉਹਨਾਂ ਦਾ ਵੀ ਫੈਸਲਾ ਹੋ ਸਕੇ। ਉਹ ਤਾਂ ਹੀ ਕਹਿੰਦੇ, ਜਦੋਂ ਕਹਿੰਦੇ ਆਪਾਂ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ, ਪਰ ਕਾਨੂੰਨ ਦਾ ਇਹ ਹੁੰਦਾ ਹੈ ਕਿ ਕਿਸੇ ਬੇਕਸੂਰ ਨੂੰ ਸਜ਼ਾ ਨਾ ਹੋਵੇ, ਭਾਵੇਂ ਕਸੂਰਵਾਰ ਛੁੱਟ ਜਾਵੇ ਪਰ ਬੇਕਸੂਰ ਨੂੰ ਸਜ਼ਾ ਨਾ ਹੋਵੇ, ਪਰ ਫਿਰ ਵੀ ਅਜਿਹੇ ਕੁਝ ਨਾ ਕੁਝ ਹਾਲਾਤ ਹੋ ਜਾਂਦੇ ਆ। ਤਰਨ ਗੱਲ ਪਤਾ ਕੀ ਹੈ, ਜਿਹੜਾ ਕਾਨੂੰਨ ਹੈ ਸਾਰੀ ਦੁਨੀਆ 'ਚ ਇਹੀ ਗੱਲ ਹੈ, ਕਾਨੂੰਨ ਤੁਹਾਨੂੰ ਮੁੱਲ ਲੈਣਾ ਪੈਂਦਾ ਹੈ। ਮੈਂ ਹੋ ਸਕਦਾ ਕਿਸੇ ਪੁਆਇੰਟ ਤੇ ਗਲਤ ਹੋਵਾਂ, ਜਿਹਦੇ ਕੋਲੇ ਪੈਸਾ ਹੈ ਉਹ ਕਾਨੂੰਨ ਲੜ ਸਕਦਾ। ਜਿਹੜਾ ਬੰਦਾ ਗਰੀਬ ਹੈ, ਮਾੜਾ, ਉਹ ਕਿੱਥੋਂ ਵਕੀਲ ਹਾਇਰ ਕਰੇ, ਕਿੱਥੋਂ ਟੌਪ ਦਾ ਵਕੀਲ ਲੈ ਕੇ ਆਵੇ, ਕਿੱਥੋਂ ਅਜਿਹੇ ਕੇਸ ਲੜੇ? ਸੋ ਮੋਸਟਲੀ ਇਹ ਹੁੰਦਾ ਵੀ ਜਿਹੜਾ ਤਕੜਾ ਹੁੰਦਾ ਉਹ ਆਪਦੇ ਮਾਮਲੇ ਦੇ ਵਿੱਚ ਕੇਸ ਜਿੱਤ ਜਾਂਦਾ, ਡਿਲੇਜ਼ ਕਰ ਲੈਂਦਾ, ਹੋਰ ਕਈ ਕੁਛ ਹੁੰਦੀ ਹੈ, ਪਰ ਕਿਤੇ ਕਿਤੇ ਫਿਰ ਵੀ ਜਿਹੜਾ ਜਸਟਿਸ ਹੈ ਉਹ ਖਤਮ ਨਹੀਂ ਹੋਇਆ। ਪਤਾ ਲੱਗਦਾ ਵੀ ਜਸਟਿਸ ਕਿਸੇ ਨੂੰ ਤਾਂ ਮਿਲ ਰਿਹਾ ਹੈ। ਬਿਲਕੁਲ ਸਰ, ਤੇ ਉਮੀਦ ਕਰਦੇ ਹਾਂ ਕਿ ਅਜਿਹੀਆਂ ਘਟਨਾਵਾਂ ਅੱਗੇ ਜਾ ਕੇ ਥੋੜੀਆਂ ਘਟਣ, ਕਿਉਂਕਿ 44 ਸਾਲ ਬਹੁਤ ਲੰਬੀ ਉਮਰ ਹੁੰਦੀ ਹੈ। ਆਲਮੋਸਟ ਸਾਰੀ ਉਹਨਾਂ ਨੇ ਆਪਣਾ ਜਿਹੜੀ ਜਵਾਨੀ ਹੈ ਜੇਲ੍ਹ 'ਚ ਹੀ ਕੱਟੀ ਹੈ। ਸਾਰੀ ਉਮਰ ਲੰਘ ਗਈ ਜੀ ਬੰਦੇ ਦੀ, ਤੇ ਫਿਰ ਵੀ ਅੱਛਾ ਔਨ ਟਾਪ ਆਫ ਦੈਟ ਅੱਗੇ ਅਫਸੋਸ ਇਸ ਗੱਲ ਦਾ ਹੈ ਕਿ ਘੱਟੋ ਘੱਟ ਉਹਨੂੰ ਕੰਪਨਸੇਟ ਤਾਂ ਕਰੋ। ਬਿਲਕੁਲ ਰਾਈਟ, ਕੰਪਨਸੇਸ਼ਨ ਵੀ ਨਹੀਂ ਹੋ ਰਿਹਾ। $7.5 ਲੱਖ 44 ਸਾਲਾਂ ਦਾ ਤੁਸੀਂ ਬੰਦੇ ਨਾਲ ਮਖੌਲ ਨਹੀਂ ਤਾਂ ਹੋਰ ਕੀ ਹੈ ਜੀ, ਸਾਰੀ ਜ਼ਿੰਦਗੀ ਚਲੀ ਗਈ। ਇਹ ਤਾਂ ਚਲੋ ਬੇਕਸੂਰ ਸੀ। ਇੱਕ ਇੰਡੀਅਨ ਆਪਾਂ ਬਾਲੀਵੁੱਡ ਐਕਟਰੈਸ ਦੀ ਗੱਲ ਕਰ ਲਈਏ ਜੀ, ਕਾਫੀ ਫੇਮਸ ਐਕਟਰੈਸ ਹੈ। ਇਹ ਨਾ ਸਿਰਫ ਹਵਾਲਾ ਦੇ ਮਾਮਲੇ ਵਿੱਚ ਗ੍ਰਿਫਤਾਰ ਇਹਨਾਂ ਦੇ ਹਸਬੈਂਡ ਕੀਤਾ ਗਿਆ, ਬਲਕਿ ਨਸ਼ੇ ਦੇ ਬਾਰੇ ਵੀ ਕਿਹਾ ਜਾ ਰਿਹਾ ਕਿ ਇਹਨਾਂ ਦੇ ਡਰੱਗਸ ਨਾਲ ਰੈਲੀਵੈਂਟ ਮਾਮਲਿਆਂ ਦੇ ਵਿੱਚ ਵੀ ਇਹਨਾਂ ਦੇ ਉੱਤੇ ਦੋਸ਼ ਲੱਗ ਰਹੇ ਨੇ। ਹੀਰੋਇਨ ਦਾ ਨਾਮ ਹੈ ਜੀ ਮਮਤਾ ਕੁਲਕਰਨੀ, ਬਹੁਤਿਆਂ ਨੇ ਸੁਣਿਆ ਹੋਣਾ ਇਹਨਾਂ ਦੇ ਬਾਰੇ ਵਿੱਚ। ਤਰਨ ਉਹਦਾ ਹਸਬੈਂਡ ਹੈ ਜੀ ਵਿਕੀ ਗੋਸਵਾਮੀ। ਇਸ ਵੇਲੇ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦੇ ਇਹਨਾਂ ਨੇ ਵਾਸ਼ਿੰਗਟਨ ਦੇ ਵਿੱਚ ਜੇਲ੍ਹ ਕੱਟ ਰਿਹਾ ਹੈਗੇ ਜੀ, ਤੇ ਸੌਰੀ ਨਿਊਯਾਰਕ ਦੇ ਵਿੱਚ ਜੇਲ੍ਹ ਕੱਟ ਰਿਹਾ ਜੀ। ਇਹ 'ਚ ਬੜਾ ਲੰਬੀ ਲਿਸਟ ਹੈ ਤਰਨ, ਕਈਆਂ ਲੋਕਾਂ ਦੀ ਹੈ, ਬੜੇ ਨਾਮ ਸਾਥੀ ਵੀ ਨੇ ਨਾਲ ਇਹਨਾਂ ਦੇ ਜਿਹੜੇ ਕਿ ਕੁਝ ਫੜ ਲਏ, ਕੁਝ ਗ੍ਰਿਫਤਾਰ ਕਰ ਲਏ, ਜਾਂ ਕੁਝ ਕਰਨੇ ਆ। ਕਮਾਲ ਦੀ ਇਹ ਗੱਲ ਹੈ ਕਿ ਸਿਨਾਲੋਆ ਇੱਕ ਡਰੱਗ ਕਾਰਟਲ ਹੈ ਮੈਕਸੀਕੋ ਦਾ, ਜਿਸ ਸਿਨਾਲੋਆ ਇੱਕ ਏਰੀਆ ਹੈਗਾ, ਉੱਥੋਂ ਤੁਸੀਂ ਕੈਲੀਫੋਰਨੀਆ ਨੂੰ ਆਉਣਾ ਵੀ ਸੌਖਾ ਹੈ, ਮੈਕਸੀਕੋ ਨੂੰ ਜਾਣਾ ਵੀ ਸੌਖਾ ਹੈ, ਕੁਛ ਇਸ ਤਰ੍ਹਾਂ ਦੀ ਜਗ੍ਹਾ ਹੈਗੀ ਹੈ। ਉੱਥੋਂ ਦਾ ਇੱਕ ਡਰੱਗ ਕਾਰਟਲ ਹੈ, ਮੈਕਸੀਕਨ ਡਰੱਗ ਕਾਰਟਲਸ ਕਈ ਨੇ। ਇਹ ਉਹਨਾਂ ਨਾਲ ਹਵਾਲਾ, ਇਹਨਾਂ ਦੀ ਉਹਨਾਂ ਨਾਲ ਕੋਲੈਬੋਰੇਸ਼ਨ ਹੈ। ਇੱਕ ਹੈਗੇ ਨੇ ਜੀ ਬਖਸ਼ੀਸ਼ ਸਿੰਘ ਹੋਣੀ, ਉਹ ਇਸ ਮਨੀ ਲਾਂਡਰਿੰਗ ਦੇ ਵਿੱਚ ਇਨਵੋਲਵ ਨੇ, ਜਿਹੜੇ ਕਿ ਉਹਨਾਂ ਦੀ ਇਹ ਮੈਕਸੀਕਨ ਜਿਹੜਾ ਕਾਰਟਲ ਹੈਗਾ ਉਹਦੇ ਨਾਲ ਸਿੱਧੇ ਸੰਬੰਧ ਨੇ। ਇੱਕ ਗੁਰਕਰਨ ਸਿੰਘ ਹੈ ਜੀ, ਉਹ ਆਲਰੇਡੀ ਗ੍ਰਿਫਤਾਰ ਕੀਤਾ ਜਾ ਕੇ ਲਾਸ ਐਂਜਲਸ ਉਹਨੂੰ ਫੜਿਆ ਗਿਆ ਸੀਗਾ, ਇਸ ਦੇ ਨਾਲ ਹੀ ਸੀਗਾ ਜੀ। ਬਲਵੰਤ ਰਾਏ ਭੋਲਾ, ਸੰਜੀਵ ਭੋਲਾ, ਇਹਨਾਂ ਦੇ ਬਾਰੇ ਸ਼ੱਕ ਇਹ ਹੈ ਵੀ ਕੈਨੇਡਾ ਦੇ ਵਿੱਚ ਇਹ ਲੁਕੇ ਹੋਏ ਨੇ। ਇੱਕ ਬਲਵੰਤ ਸਿੰਘ ਤੇ ਸੰਜੀਵ ਭੋਲਾ, ਇਹ ਹਵਾਲਾ ਰਿੰਗ ਦੇ ਵਿੱਚ ਕੰਮ ਕਰਦੇ ਫੜੇ ਗਏ ਨੇ, ਔਰ ਇਹਨਾਂ ਦੇ ਬਾਰੇ ਲਾਂਡਰਿੰਗ ਮਨੀ ਲਾਂਡਰਿੰਗ ਦਾ ਹੈ ਜੀ।
ਇਸ ਤੋਂ ਬਿਨਾਂ ਇੱਕ ਮਿਸਟਰ ਗੁਪਤਾ ਵੀ ਹੈਗੇ ਨੇ, ਮੈਨੂੰ ਉਹਨਾਂ ਦਾ ਨਾਮ ਕਿਤੇ ਗਵਾਚ ਗਿਆ ਜੀ, ਉਹ ਵੀ ਇਸ ਕੰਮ ਦੇ ਕਿੰਨੇ ਮਨਨ ਗੁਪਤਾ, ਉਹ ਇਸ ਦੇ ਆਪਣੇ ਬਹੁਤ ਇੰਡੀਅਨ ਬੈਕਗਰਾਊਂਡ ਨਾਲ ਸੰਬੰਧਿਤ ਇੰਨੇ ਲੋਕਾਂ ਦਾ ਕਿਸੇ ਹੋਰ ਕਾਰਟਲ ਦੇ ਨਾਲ ਸੰਬੰਧ ਹੋਣਾ ਤਾਂ ਮੇਰਾ ਖਿਆਲ ਹੈ ਬੜੇ ਵੱਡੇ ਲੈਵਲ ਦਾ ਕੰਮ ਹੈ ਕਰਨ, ਜਿਹੜੇ ਕਿ ਮਨੀ ਲਾਂਡਰਿੰਗ ਇਸ ਕਰਕੇ ਕਹੀ ਜਾਂਦੀ ਹੈ ਜੀ, ਧੋਂਦੇ ਆ ਪੈਸੇ ਨੂੰ, ਬਲੈਕ ਮਨੀ ਨੂੰ ਵਾਈਟ ਕਰਦੇ ਆ, ਜੋ ਬਲੈਕ ਨੂੰ ਵਾਈਟ ਕਰਦੇ ਆ ਤਾਂ ਦੈਟਸ ਵਾਈ ਇਟਸ ਕਾਲਡ ਮਨੀ ਲਾਂਡਰਿੰਗ, ਉਹਨੂੰ ਲੀਗਲ ਕਰ ਲਿਆ ਜਾਂਦਾ। ਬਿਲਕੁਲ, ਇਸ ਕਰਕੇ ਸਿਰਫ ਮਨੀ ਲਾਂਡਰਿੰਗ ਨਹੀਂ, ਨਾਲ ਦੀ ਨਾਲ ਡਰੱਗਸ ਦੇ ਮਾਮਲੇ ਵਿੱਚ ਵੀ ਇਹ ਪਾਏ ਗਏ ਨੇ ਤੇ ਹਸਬੈਂਡ ਤਾਂ ਹਜੇ ਕੈਦ ਕੀਤਾ ਹੀ ਹੋਇਆ ਵਾ, ਬਾਕੀਆਂ ਦੀ ਭਾਲ ਜਾਰੀ ਹੈ। ਬਿਲਕੁਲ ਜੀ, ਔਰ ਜਿਹੜਾ ਇਹਨਾਂ ਦਾ ਲੀਡਰ ਹੈਗਾ ਜਿਹਦੀ ਆਪਾਂ ਗੱਲ ਕੀਤੀ ਸੀ, ਉਹ ਤਾਂ ਪਤਾ ਨਹੀਂ ਜੀ, ਸ਼ਾਇਦ ਕੈਨੇਡਾ 'ਚ ਹੈ, ਸ਼ਾਇਦ ਇੰਡੀਆ 'ਚ ਹੈ, ਜਾਂ ਕਿਸੇ ਹੋਰ ਜਗ੍ਹਾ ਤੇ ਕੋਈ ਨਾਮ ਬਦਲ ਕੇ, ਜੋ ਬਖਸ਼ੀਸ਼ ਦੀ ਗੱਲ ਕੀਤੀ ਜੀ, ਕਿਸੇ ਹੋਰ ਜਗ੍ਹਾ ਤੇ ਰਹਿ ਰਿਹਾ। ਬਿਲਕੁਲ ਜੀ, ਤੇ ਅਜਿਹਾ ਇੱਕ ਮਾਮਲਾ ਇੱਕ ਹੋਰ ਹੈ ਕੈਲਗਰੀ ਦਾ। ਕੈਲਗਰੀ ਦੇ ਵਿੱਚ ਬੀਤੀ ਵਾਰੀ ਇੱਕ ਖਬਰ ਸਾਹਮਣੇ ਆਈ ਸੀ ਕਿ ਸ਼ੂਟ ਆਊਟ ਹੋਇਆ ਸੀ ਇੱਕ ਰੈਸਟੋਰੈਂਟ ਦੇ ਬਾਹਰ, ਜਿਹਦੇ ਵਿੱਚ 2 ਇੰਡੀਅਨ ਓਰੀਜਨ ਦੇ, ਖਾਸ ਤੌਰ ਤੇ ਪੰਜਾਬੀ ਮੁੰਡਿਆਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਦਾ ਨਾਮ ਜਸਦੀਪ ਸਿੰਘ ਤੇ ਜਪਨੀਤ ਸਿੰਘ ਸੀ। 22 ਤੋਂ 25 ਸਾਲ ਇਹਨਾਂ ਦੀ ਉਮਰ ਸੀ ਤੇ ਇਸ ਤੋਂ ਬਾਅਦ ਫਾਈਨਲੀ ਇਹਨਾਂ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਰ, ਇਹਨਾਂ ਦੇ ਉੱਤੇ ਕੀ ਮਾਮਲਾ ਦਰਜ ਹੋ ਚੁੱਕਿਆ ਹੈ, ਕੀ ਹੈ ਇਹਦੇ? ਹਾਂਜੀ, ਅਪ੍ਰੈਲ 3 2019 ਨੂੰ ਇਹ ਕਾਂਡ ਵਰਤਿਆ ਸੀਗਾ ਜੀ, ਇੱਕ ਹੋਟਲ ਦੇ ਬਾਹਰ ਉੱਥੇ ਗੋਲੀ ਚੱਲੀ ਸੀਗੀ। ਪਹਿਲਾਂ ਪੁਲਿਸ ਨੂੰ ਸ਼ੱਕ ਸੀਗਾ, ਇਮੈਜਿਨ ਕਰੋ ਅਪ੍ਰੈਲ 3 2019 ਦੀ ਗੱਲ ਹੋਈ ਹੈ, ਸਾਲ ਹੋ ਗਿਆ ਜੀ। ਇਹਦਾ ਮਤਲਬ ਇਹ ਨਹੀਂ ਵੀ ਪੁਲਿਸ ਨੇ ਕੰਮ ਛੱਡ ਦਿੱਤਾ, ਪੁਲਿਸ ਇਨਵੈਸਟੀਗੇਸ਼ਨ ਕਰੇਗੀ। ਪਹਿਲਾਂ ਸ਼ੱਕ ਸੀ 2 ਬੰਦੇ ਆ ਜਿਨ੍ਹਾਂ ਨੇ ਗੋਲੀ ਚਲਾਈ ਹੈ ਤੇ 2 ਬੰਦੇ ਦੀ ਜਿਹਨਾਂ ਦਾ ਨਾਂ ਤਰਨ ਨੇ ਲਿਆ, ਉਹਨਾਂ ਦੀ ਡੈਥ ਹੋਈ ਹੈ। ਐਕਚੁਅਲੀ ਹੁਣ ਜੋ ਕੇਸ ਦੇ ਵਿੱਚ ਫੋਲਾਫਾਰੀ ਜ਼ਿਆਦਾ ਕੀਤੀ ਗਈ ਹੈ ਤੇ 3 ਬੰਦੇ ਨੇ ਜੀ, 3 ਬੰਦੇ ਵੀ ਸੰਗ ਆਉਂਦੀ ਹੈ ਜੀ ਜਦੋਂ ਅਸੀਂ ਤੁਹਾਨੂੰ ਨਾਂ ਦੱਸਦੇ ਹਾਂ। 30 ਸਾਲਾਂ ਦਾ ਅਮਰਨਦੀਪ ਸਿੰਘ ਸੱਗੂ, 22 ਸਾਲਾਂ ਦਾ ਪ੍ਰਭਜੋਤ ਭੱਟੀ ਤੇ 21 ਸਾਲਾਂ ਦਾ ਜਸਕਰਨ ਸਿੱਧੂ। ਫਸਟ ਡਿਗਰੀ ਮਰਡਰ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ। ਕਿੱਥੇ ਅਸੀਂ ਕਰਨ ਕੀ ਆਏ ਹਾਂ, ਇੱਥੇ ਕਰ ਕੀ ਰਹੇ ਹਾਂ ਅਸੀਂ? ਕਤਲ ਕਰਨਾ ਤਾਂ ਮੈਂ ਕਹਿੰਦਾ ਜਾਨ ਲੈਣਾ ਕਿਸੇ ਕੋਲੇ ਕਿਸੇ ਦਾ ਹੱਕ ਨਹੀਂ, ਕਿਸੇ ਨੂੰ ਕੋਈ ਹੱਕ ਨਹੀਂ ਹੈ। ਤੁਹਾਡੀ ਡਿਸਐਗਰੀਮੈਂਟ ਹੈਗੀ, ਪਰੇ ਹੋ ਜਾਓ, ਹੋਰ ਕੁਝ ਕਰ ਲਓ। ਤੁਸੀਂ ਅੱਛਾ, ਜਿਹੜੇ 2 ਤਾਂ ਚਲੇ ਗਏ, ਇਹ 3 ਨੂੰ ਜੇਲ੍ਹ ਮਿਲਣੀ ਹੈ, ਇਹ ਕਿਹੜਾ ਕੁਝ ਖੱਟਿਆ ਇਹਨਾਂ ਨੇ? ਪਰ ਸਰ, ਇੱਧਰਲੇ ਸਾਈਡ ਤੇ ਦੇਖੀਏ, BC ਵਾਲੀ ਸਾਈਡ ਖਾਸ ਤੌਰ ਤੇ ਇੱਧਰਲੀ ਸਾਈਡ ਗੈਂਗਵਾਰ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਵਧੀਆਂ ਹੋਈਆਂ ਨੇ। ਆਪਾਂ ਇੱਥੇ ਕਹਿ ਦਿੰਦੇ ਹਾਂ ਕਿ ਇੱਥੇ ਯੂਥ ਦੇ ਵਿੱਚ ਚਲੋ ਥੋੜਾ ਬਹੁਤ ਆਪਸ ਚ ਖਹਿਬਾਜ਼ੀ ਹੋ ਸਕਦੀ ਹੈ, ਰੋਡ ਰੇਜਿੰਗ ਤੱਕ ਦੇ ਮਾਮਲੇ ਹੋ ਸਕਦੇ ਆ, ਲੜਾਈਆਂ ਹੋ ਸਕਦੀਆਂ ਨੇ, ਪਰ ਉੱਥੇ ਤਾਂ ਸ਼ਰੇਆਮ ਗੋਲੀਆਂ ਚੱਲਦੀਆਂ ਪਈਆਂ ਨੇ, ਗੈਂਗਵਾਰ ਚੱਲਦੀ ਪਈ ਹੈ। ਕਾਰਨ ਉਹਦਾ ਕੁਝ ਅਸਰ ਟੋਰਾਂਟੋ 'ਚ ਹੋਣ ਲੱਗ ਪਿਆ ਸੀਗਾ, ਪਿੱਛੇ ਵੱਧ ਗਿਆ ਸੀ, ਹੁਣ ਕੁਝ ਲੱਗਦਾ ਮੈਨੂੰ ਘਟਿਆ ਹੋਇਆ। ਪਰ BC ਵਾਲੇ ਪਾਸੇ ਇਹ ਕੰਮ ਬਹੁਤ ਜ਼ਿਆਦਾ ਹੈ। ਅਸੀਂ ਇੱਕ ਜਨਰੇਸ਼ਨ ਅੱਗੇ ਆ ਉੱਥੇ, ਉਹਦੇ ਕਰਕੇ ਅਸੀਂ ਸਾਡੀਆਂ ਜਨਰੇਸ਼ਨ ਦੇ ਵਿੱਚ ਇੱਕ ਤੁਹਾਨੂੰ ਸ਼ਾਇਦ ਯਾਦ ਹੋਣਗੇ ਜੀ, 2 ਬ੍ਰਦਰ ਸੀਗੇ, ਉਹਨਾਂ ਦਾ ਬੜਾ ਵੱਡਾ ਨਾਮ ਆਇਆ ਸੀਗਾ, ਉਹਨਾਂ ਦੀ ਡੈਥ ਹੋ ਗਈ ਸੀ, ਕਤਲ ਕਰ ਦਿੱਤਾ ਗਿਆ ਸੀਗਾ ਜੀ ਇਸੇ ਡਰੱਗਸ ਦੇ ਮਾਮਲੇ ਦੇ ਵਿੱਚ। ਔਰ ਉਸ ਤੋਂ ਮੂਹਰੋਂ ਸਾਡੇ ਕਈ ਬੱਚੇ, ਮੈਨੂੰ ਇਸ ਗੱਲ ਦੀ ਸੰਗ ਆਉਂਦੀ ਹੈ, ਕਹਿੰਦੇ ਹਨ ਸੰਗ ਆਉਂਦੀ ਹੈ, ਕਿਉਂਕਿ ਸਾਡਾ ਜਿਹੜਾ ਪ੍ਰੋਗਰਾਮ ਹੈ ਆਲਮੋਸਟ ਆਲ ਓਵਰ ਦਾ ਵਰਲਡ ਦੇਖਿਆ ਜਾਂਦਾ, ਵੀ ਅਗਲਾ ਕਹਿੰਦਾ ਤੁਹਾਡੇ ਕੰਟਰੀ 'ਚ ਵੀ ਇਹੋ ਜਿਹੇ ਲੋਕ ਹੈਗੇ ਨੇ। ਹਾਂਜੀ, ਸਾਡੇ ਆਪਣੇ ਇੱਥੋਂ ਦੇ ਇੰਡੀਅਨ ਬੈਕਗਰਾਊਂਡ ਤੋਂ ਬੱਚੇ ਜਿਹੜੇ ਇੱਥੇ ਪੈਦਾ ਹੋਏ ਨੇ, ਵੀ ਉੱਥੋਂ ਆਏ ਨੇ, ਉਹ ਵੀ ਇਸ ਕੰਮ ਦੇ ਵਿੱਚ ਬਹੁਤ ਜ਼ਿਆਦਾ ਇਨਵੋਲਵ ਰਹੇ ਨੇ ਜੀ, ਹੈਗੇ ਨੇ। ਔਰ ਬਿਲਕੁਲ ਗੋਲੀਬਾਰੀ ਚੱਲਦੀ ਹੈ ਜੀ, ਕੋਈ ਕਿਸੇ ਨੂੰ ਬਖਸ਼ਦਾ ਨਹੀਂ ਹੈ ਜੀ ਇਸ ਮਾਮਲੇ 'ਚ। ਇਹ 1 ਵੇ ਸਟਰੀਟ ਹੈ। ਮੇਰੀ ਸਭ ਨੂੰ ਰਿਕੁਐਸਟ ਹੈ ਜੀ, ਟਰਾਈ ਕਰੋ ਇਸ ਗੱਲ ਤੋਂ ਅਵੋਇਡ ਕੀਤਾ ਜਾਵੇ, ਇਹ 'ਚ ਵਾਪਸੀ ਨਹੀਂ ਹੈ ਜੀ। ਕੋਈ ਕਿੰਨਾ ਕਰ ਲਵੇ ਮੈਂ ਕਿੰਨਾ ਚਤੁਰ ਚਲਾਕ ਹੈ, ਮੈਂ ਬਹੁਤ ਤਕੜਾ ਹੋ ਗਿਆ, ਕੁਛ ਕਰ ਲਓ, ਨਹੀਂ ਜੀ, 1 ਵੇ ਸਟਰੀਟ ਹੈ। ਅਖੀਰ ਇਹਦਾ ਅੰਜਾਮ ਬਹੁਤਾ ਇਹੀ ਹੋਏਗਾ। ਇਸ ਗੱਲ ਤੋਂ ਬਚਾ ਰੱਖਣਾ ਚਾਹੀਦਾ। ਬਿਲਕੁਲ, ਪੇਰੈਂਟਸ ਵੀ ਇਨਫੈਕਟ ਉੱਥੇ ਜ਼ਿਆਦਾ ਵਰੀਡ ਇਸ ਗੱਲ ਨੂੰ ਹੁੰਦੇ ਆ ਕਿ ਜਦੋਂ ਟੀਨੇਜ ਬੱਚਾ ਹੁੰਦਾ ਆ ਤੇ ਉਸ ਤੋਂ ਬਾਅਦ ਕਿਤੇ ਐਵੇਂ ਦੇ ਕੰਮਾਂ ਦੇ ਵਿੱਚ ਨਾ ਪੈ ਜਾਏ। ਸਕੂਲਸ ਤੋਂ ਲੈ ਕੇ ਅੱਗੇ ਤੱਕ ਵੀ, ਸਕੂਲਸ ਦੇ ਬਾਹਰ ਤੱਕ ਡਰੱਗ ਡੀਲਰਸ ਖੜੇ ਆ, ਬੱਚਿਆਂ ਨੂੰ ਸ਼ਾਮਲ ਕੀਤਾ ਜਾਂਦਾ ਅਜਿਹੇ ਮਾਮਲਿਆਂ ਦੇ ਵਿੱਚ। ਉਹਦੇ ਵਿੱਚ ਨਾ ਕੁਝ ਮੈਂ ਉਹ ਨਹੀਂ ਕਹਾਂਗਾ ਕਿ ਬੱਚਿਆਂ ਦੇ ਕਸੂਰ ਹੈ, ਕੁਝ ਕਸੂਰ ਪੇਰੈਂਟਸ ਦਾ ਵੀ ਹੈਗਾ। ਮੇਰੀ ਗੱਲ ਚੰਗੀ ਨਾ ਲੱਗੀ, ਆਮ ਸੌਰੀ ਫॉर दैट। ਸਾਡੇ ਪੇਰੈਂਟਸ, ਅਸੀਂ ਜਿਹੜੇ ਆਏ ਆ ਲੋਕ, ਅਸੀਂ ਕਹਿੰਦੇ ਵੀ ਅਸੀਂ ਹੋਰ ਬਣਾ ਲਈਏ, ਅਸੀਂ ਕੰਮ ਬਹੁਤ ਕਰਦੇ ਹਾਂ। ਹਸਬੈਂਡ ਵਾਈਫ ਦੋਨੇ ਕੰਮ ਕਰ ਰਹੇ ਨੇ, ਘਰੇ ਬੱਚੇ ਇਕੱਲੇ ਨੇ। ਬੱਚੇ ਫਿਰ ਹੋ ਸਕਦਾ ਗਲਤ ਜਿਹੜੀ ਸੁਸਾਇਟੀ ਹੈ, ਅਸੀਂ ਅਹਿਸਾਨ ਕਰਦੇ ਹਾਂ, ਬੱਚੇ ਇਸ ਤੇਰੇ ਵਾਸਤੇ ਕੀਤਾ ਹੈ। ਮੇਰੀ ਗੱਲ ਯਾਦ ਰੱਖਿਓ, ਤੁਹਾਡੇ ਪੈਸੇ ਦੀ ਤੁਹਾਡੇ ਬੱਚਿਆਂ ਨੂੰ ਜ਼ਰੂਰਤ ਨਹੀਂ ਹੈ। ਇਹ ਗੱਲ ਆਮ ਕਹਿੰਦੇ ਨੇ, ਯੋਰ ਹੋਮ, ਯੋਰ ਕਾਰ, ਯੋਰ ਮਨੀ, ਜਿਹੜਾ ਉਹਦੇ ਕੋਲ ਹੈ ਉਹ ਮਾਈਨ ਹੈ।
ਔਰ ਜੇ ਤੁਸੀਂ ਉੱਥੋਂ $10 5 ਪਾਉਂਡ ਲੈ ਕੇ ਇੱਥੇ ਆ ਸਕਦੇ ਹੋ, ਆ ਕੇ ਸਟੈਬਲਿਸ਼ ਹੋ ਗਏ ਹੋ, ਬੜੇ ਮਹਿਰ ਸਾਰੇ ਨੇ, ਦੁਨੀਆ ਦੀ ਮਹਿੰਗੀ ਤੋਂ ਮਹਿੰਗੀ ਕਾਰ ਤੁਹਾਡੇ ਡਰਾਈਵ ਵਿੱਚ ਖੜੀ ਹੈ, ਉਸ ਦੀ ਤੁਹਾਡੇ ਬੱਚਿਆਂ ਨੂੰ ਜ਼ਰੂਰਤ ਨਹੀਂ ਹੈ। ਤੁਹਾਡੇ ਬੱਚਿਆਂ ਨੂੰ ਤੁਹਾਡੇ ਸਮੇਂ ਦੀ ਜ਼ਰੂਰਤ ਹੈ। ਸਮਾਂ ਦਿਓ, ਬੈਠੋ, ਗੱਲਬਾਤ ਕਰੋ, ਘੱਟੋ ਘੱਟ ਇੱਕ ਦਿਨ ਜ਼ਰੂਰ ਐਸਾ ਰੱਖੋ ਕਿ ਸਾਰਾ ਪਰਿਵਾਰ ਇਕੱਠਾ ਬਹਿ ਕੇ, ਅੱਬਲ ਤਾਂ ਹਰ ਰੋਜ਼ ਹੀ ਹੋਵੇ, ਇੱਕ ਵਾਰੀ ਇਕੱਠੇ ਬਹਿ ਕੇ ਖਾ ਤਾਂ ਸਕੋ। ਜੋ ਟੇਬਲ ਤੇ ਬੈਠੋਗੇ, ਖਾਣਾ ਖਾ ਰਹੇ ਹੋ, ਤਾਂ ਗੱਲ ਡਿਸਕਸ ਕਰਨੀ ਸੌਖੀ ਹੁੰਦੀ ਹੈ, ਗੱਲ ਵਿੱਚੋਂ ਚਲਦੀ ਚੱਲ ਪੈਂਦੀ ਹੈ। ਜੇ ਮੱਥ ਕੇ ਬੱਚੇ ਨੂੰ ਬਿਠਾਉਂਦੇ ਆ, ਉਹ ਸਮਟਾਈਮਸ ਬੱਚੇ ਨੂੰ ਚੰਗੀ ਨਹੀਂ ਲੱਗਦੀ। ਪਰਿਵਾਰ ਬੈਠਾ, ਪਰਿਵਾਰ ਸਾਰੀਆਂ ਗੱਲਾਂ ਡਿਸਕਸ ਹੁੰਦੀਆਂ ਨੇ। ਕੁਛ ਕਰੋ ਇਸ ਤਰ੍ਹਾਂ ਜੇ ਕਰ ਸਕਦੇ ਹੋ। ਆਈ ਨੋ ਤੁਸੀਂ ਸਾਰੇ ਸਿਆਣੇ ਹੋ, ਸਮਝਦੇ ਹੋ ਇਸ ਗੱਲ ਨੂੰ, ਪਰ ਛੱਕਾ ਹਰ ਰੋਜ਼ ਨਹੀਂ ਜੋ ਵੱਜਦਾ। ਪ੍ਰੈਕਟਿਸ ਕਰੋਗੇ ਤਾਂ ਹੀ 6 ਵਾਰਾਂ ਦੇ ਛੱਕੇ ਵੱਜਦੇ ਆ, ਤਾਂ ਪ੍ਰੈਕਟਿਸ ਕਰੋ ਜੀ। ਬਿਲਕੁਲ ਜੀ, ਕੀ ਬਾਤ ਹੈ, ਕੀ ਖੂਬ ਗੱਲ ਕਹੀ ਹੈ। ਕੈਨੇਡਾ ਵਾਸੀਆਂ ਨੂੰ ਖਾਸ ਤੌਰ ਤੇ ਥੋੜੀ ਜਿਹੀ ਸਾਵਧਾਨ ਜ਼ਰੂਰ ਕਰ ਦਈਏ, ਸਾਵਧਾਨ ਵੀ ਨਹੀਂ, ਖੁਸ਼ਖਬਰੀ ਵੀ ਕਹਿ ਸਕਦੇ ਹਾਂ। ਜੇਕਰ ਤੁਸੀਂ ਕੈਨੇਡੀਅਨ ਹੋ ਤਾਂ ਅਜੇ ਤੱਕ ਤੁਸੀਂ ਆਪਣਾ CRA ਦਾ ਅਕਾਊਂਟ ਖੋਲ ਕੇ ਨਹੀਂ ਦੇਖਿਆ ਤਾਂ ਖੋਲ ਕੇ ਵੇਖ ਲਵੋ। ਕਈ ਲੋਕ ਹੁੰਦੇ ਆ ਸਰ ਮੇਰੇ ਵਰਗੇ ਜਿਹੜੇ ਛੇਤੀ ਖੋਲਦੇ ਨਹੀਂ ਹੈਗੇ, ਸੋ ਪਤਾ ਲੱਗਦਾ ਕਿ CRA ਦਾ ਕੋਈ ਚੈੱਕ ਆਇਆ ਹੋਇਆ ਤੇ ਮੈਂ ਹਜੇ ਤੱਕ ਉਹਨੂੰ ਕੈਸ਼ ਹੀ ਨਹੀਂ ਕਰਵਾਇਆ, ਮੈਂ ਆਪਣੇ ਬੈਂਕ ਅਕਾਊਂਟ ਵਿੱਚ ਹੀ ਨਹੀਂ ਲਗਾਇਆ। ਕਹਿੰਦੇ CRA ਦੇ ਇਸ ਵਕਤ 1 ਬਿਲੀਅਨ ਦੇ ਅਰਾਊਂਡ ਜਿਹੜੇ ਆ ਅਨਪੇਡ ਜਿਹੜੇ ਚੈਕਸ ਇਸ ਵਕਤ ਹੈਗੇ ਆ, ਕੈਸ਼ ਨਹੀਂ ਹੋਏ ਤੇ ਜੇਕਰ ਤੁਹਾਨੂੰ ਉਹ ਲੋਨ ਵੀ ਚਾਹੀਦਾ ਤਾਂ $1000 ਦੇ ਕਰੀਬ ਇਸ ਵਕਤ ਉਹ ਦੇ ਵੀ ਸਕਦੇ ਨੇ। ਕਰਨ ਜੇ ਬੋਲੀ ਲਾਉਣੀ ਆਪਾਂ ਪੂਰਾ ਵਧਾ ਦਿੰਦੇ ਆ। ਤੁਸੀਂ ਮਿਲੀਅਨ ਕਿਹਾ, ਮੈਂ ਬਿਲੀਅਨ ਕਹਾਂ। ਓਕੇ, ਬਿਲੀਅਨਸ। ਬਿਲੀਅਨ ਡਾਲਰਸ CRA ਜਿਹੜੀ ਕੈਨੇਡੀਅਨ ਰੈਵਨਿਊ ਏਜੰਸੀ ਆ, ਸਾਨੂੰ ਸਾਰਿਆਂ ਨੂੰ ਉਹ ਕਰਦੀ ਹੈ, ਇਕੱਠਿਆਂ ਨੂੰ ਨਹੀਂ, ਕਿਸੇ ਨੂੰ ਕੁਛ ਕਰਦੀ ਹੈ, ਕਿਸੇ ਨੂੰ ਕੁਛ ਕਰਦੀ ਹੈ। ਆਪਦੇ ਅਕਾਊਂਟਸ ਪਲੀਜ਼ ਚੈੱਕ ਕਰ ਲਓ, ਤੁਹਾਨੂੰ ਚੈੱਕ ਆਇਆ ਹੈਗਾ ਨਾ, ਇਹ ਹੋ ਕਿਵੇਂ ਗਿਆ? ਤੁਸੀਂ ਆਪ ਸੋਚਦੇ ਐਡਰੈਸ ਚੇਂਜ ਹੋ ਗਿਆ ਤੁਹਾਡਾ, ਤੁਹਾਡੇ ਪੁਰਾਣੇ ਐਡਰੈਸ ਤੇ ਚੈੱਕ ਆਈ ਜਾ ਰਹੇ ਆ, ਤੁਸੀਂ ਭੁੱਲ ਜਾਂਦੇ ਹੋ, ਅਗਲਾ ਆ ਗਿਆ, ਤੁਸੀਂ ਉਹਨੂੰ ਕੈਸ਼ ਕਰ ਦਿੰਦੇ ਹੋ। ਸਮਟਾਈਮਸ ਹੈਪਨ। ਤਾਂ ਹੀ ਮੈਂ ਕਹਿੰਦਾ ਕਿ ਟੈਕਸ ਰਿਟਰਨ ਤੁਹਾਡੀ ਭਰੀ ਹੋਈ ਹੈ, ਤੁਹਾਨੂੰ ਪੈਸੇ ਮੁੜਦੇ ਆ, ਤੁਹਾਡੇ ਕੋਲ ਨਹੀਂ ਆਏ, ਤੁਸੀਂ ਭੁੱਲ ਗਏ, ਚੈੱਕ ਲਿਆ ਕਿਸੇ ਥਾਂ ਤੇ ਭੁੱਲ ਗਏ, ਰੱਖਤਾ, ਤੁਸੀਂ ਡਰਦੇ CRA ਨੂੰ ਫੋਨ ਹੀ ਕਰਦੇ, ਮੇਰੇ ਪੈਸੇ ਸੀਗੇ ਤੁਹਾਡੇ, ਡਰਦੇ ਆ। ਜਿਵੇਂ ਤੁਹਾਨੂੰ ਕਿਹਾ ਵੀ ਅਕਾਊਂਟ ਖੋਲ੍ਹਣ ਤੋਂ ਡਰਦੇ ਆ, ਡੋਂਟ ਵਰੀ, ਅਕਾਊਂਟ ਖੋਲੋ ਜਾਂ ਨਾ ਖੋਲੋ, ਜਿੰਨੇ ਤੁਸੀਂ CRA ਨੂੰ ਉਹ ਕਰਦੇ ਹੋ ਤੁਸੀਂ ਕਰਨੀ ਹੈ, ਉਹ ਤੁਸੀਂ ਉਹਨਾਂ ਨੂੰ ਦੇਣੇ ਹੀ ਪੈਣੇ ਆ। ਪਰ ਜੇ CRA ਤੁਹਾਨੂੰ ਉਹ ਕਰਦਾ, ਤੁਸੀਂ ਲੈ ਸਕਦੇ ਹੋ। ਇੱਕ ਹੋਰ ਗੱਲ, ਜਿਹੜਾ CRA ਨੇ ਤੁਹਾਨੂੰ ਚੈੱਕ ਇਸ਼ੂ ਕਰਨੀ ਬੜੀ ਵੱਡੀ ਗੱਲ ਹੈ। ਜਿਹੜਾ ਚੈੱਕ ਤੁਹਾਨੂੰ CRA ਨੇ ਇਸ਼ੂ ਕਰਤਾ, ਉਹਦੀ ਕੋਈ ਐਕਸਪਾਇਰੀ ਡੇਟ ਨਹੀਂ। 20 ਸਾਲ ਪੁਰਾਣਾ ਚੈੱਕ ਵੀ ਹੈਗਾ, ਤੁਸੀਂ ਅੱਜ ਕੈਸ਼ ਕਰ ਸਕਦੇ ਹੋ। ਜੇ ਤੁਹਾਡੇ ਖਾਤੇ ਤੁਹਾਡੇ ਕੋਲ ਪਿਆ, ਡਰਦੇ ਨਹੀਂ ਕੈਸ਼ ਕਰਾ ਰਹੇ, ਨੋ, ਉਹ ਤੁਹਾਡੇ ਆ, ਉਹਦੀ ਕੋਈ ਐਕਸਪਾਇਰੀ ਡੇਟ ਨਹੀਂ ਹੈ, ਤੁਸੀਂ ਉਹਨੂੰ ਕਦੇ ਵੀ ਕਰਵਾ ਸਕਦੇ ਹੋ। ਸੋ ਪਲੀਜ਼ ਚੈੱਕ ਕਰੋ। $1 ਬਿਲੀਅਨ CRA ਦਾ ਕੈਨੇਡੀਅਨਸ ਵਾਲੇ ਪਾਸੇ ਹੈਗਾ, ਆਪਾਂ ਦੇਣੇ ਤਾਂ ਹਰ ਵਾਰੀ ਹੁੰਦੇ ਆ। ਆਪਦਾ ਅਕਾਊਂਟ ਜਾ ਕੇ ਪਲੀਜ਼ ਚੈੱਕ ਕਰੋ, ਸ਼ਾਇਦ ਤੁਹਾਨੂੰ CRA ਉਹ ਕਰ ਦੋ। ਟੈਕਸ ਦਾ ਸੀਜ਼ਨ ਹੈ, ਸੋ ਜੇ ਕੁਝ ਜਾਂਦਾ ਤੇ ਕੁਝ ਆਂਦਾ ਹੋਵੇ, ਕੋਈ ਮਾੜਾ ਨਹੀਂ ਹੈ। ਬਿਲਕੁਲ ਜੀ। ਤੇ ਸਰ ਅਗਲੀ ਖਬਰ ਥੋੜੀ ਜਿਹੀ ਇੱਕ ਹੋਰ ਡਿਸਕਸ ਕਰ ਲੈਂਦੇ ਆ, ਹਾਕੀ ਨਾਈਟ ਨੂੰ ਲੈ ਕੇ ਹੈ। ਕੈਨੇਡਾ ਵਿੱਚ ਹਾਕੀ ਨਾਈਟ ਹੋਣ ਜਾ ਰਹੀ ਹੈ ਜੀ 17 ਅਪ੍ਰੈਲ ਨੂੰ, ਤੇ ਪਹਿਲੀ ਵਾਰ ਹੋ ਰਿਹਾ ਕਿ ਇਹ ਨਾਈਟ ਦੇ ਵਿੱਚ ਕਮੈਂਟਰੀ ਜਿਹੜੀ ਹੋ ਰਹੀ ਹੈ, ਕਮੈਂਟੇਟਰੀ 7 ਲੈਂਗੁਏਜਸ ਦੇ ਵਿੱਚ ਹੋ ਰਹੀ ਹੈ, ਜਿਹਦੇ ਵਿੱਚ ਹਿੰਦੀ ਵੀ ਸ਼ਾਮਿਲ ਹੈ। ਇਹਦੇ ਚ ਜੀ ਪਹਿਲਾਂ ਪੰਜਾਬੀ ਤਾਂ ਆ ਰਹੀ ਹੈ, 3 ਲੈਂਗੁਏਜਸ ਮੇਨ ਤਾਂ ਆ ਹੀ ਰਹੀ ਹੈ। ਫ੍ਰੈਂਚ ਵਿੱਚ ਤਾਂ ਆਉਂਦੀ ਹੈ, ਇੰਗਲਿਸ਼ ਫ੍ਰੈਂਚ ਤਾਂ ਆਉਂਦੀ ਹੈ, ਨਾਲ ਪੰਜਾਬੀ ਆਉਣ ਲੱਗੀ ਸੀਗੀ। ਹੁਣ ਜੀ ਹੋਰ ਲੈਂਗੁਏਜ, ਕੈਂਟਨੀਜ਼, ਮੈਂਡਰਿਨ, ਹਿੰਦੀ, ਵਿetnamese, ਟੈਗਲੋਂਗ, ਜਰਮਨ ਐਂਡ ਅਰੇਬਿਕ। ਇਹਨਾਂ ਦੇ ਵਿੱਚ ਜੀ ਹਾਕੀ ਨਾਈਟ ਇਨ ਕੈਨੇਡਾ, ਉਹਦਾ ਨਾਲ ਦੀ ਨਾਲ ਇਹਨਾਂ ਲੈਂਗੁਏਜਸ ਵਿੱਚ ਵੀ ਪ੍ਰਸਾਰਣ ਹੋਇਆ ਕਰੇਗਾ। ਇਹ ਬਹੁਤ ਚੰਗੀ ਗੱਲ ਹੈ। ਕਿਉਂ ਤਰਨ, ਮੈਂ ਆਪਣੇ ਪਰਿਵਾਰਾਂ ਦੀ ਗੱਲ ਕਰ ਦਿੰਦਾ, ਸਾਡੇ ਬੱਚੇ ਨੇ ਹਾਕੀ ਦੇਖਣੀ, ਇੰਗਲਿਸ਼ ਕਮੈਂਟਰੀ ਆ ਰਹੀ ਹੈ, ਨਾਲ ਗ੍ਰੈਂਡ ਪੇਰੈਂਟਸ ਵੀ ਬੈਠੇ ਆ, ਕਈਆਂ ਨੂੰ ਨਹੀਂ ਸਮਝ ਆ ਰਹੀ, ਉਹਨਾਂ ਨੂੰ ਗੋਲ ਹੋਏ ਦਾ ਹੀ ਪਤਾ ਲੱਗਦਾ, ਜਾਂ ਉਹਨੂੰ ਪਤਾ ਲੈ ਗਿਆ ਵੀ ਆਹ ਕਰ ਲੈ। ਐਕਸਾਈਟਮੈਂਟ ਤਾਂ ਹੈ, ਇਹ ਇੱਕ ਚੰਗੀ ਗੱਲ ਹੈ। ਹਾਕੀ ਇੱਕ ਐਸੀ ਗੇਮ ਆ ਗਈ ਹੈ ਕਿ ਗ੍ਰੈਂਡ ਪੇਰੈਂਟਸ ਐਂਡ ਗ੍ਰੈਂਡ ਕਿਡਸ ਇਕੱਠੇ ਬੈਠ ਕੇ ਦੇਖ ਰਹੇ ਨੇ। ਪੰਜਾਬੀ 'ਚ ਉਹਦੀ ਆਉਣ ਲੱਗ ਪਈ, ਪਰਿਵਾਰ ਬੈਠਾ, ਗ੍ਰੈਂਡ ਪੇਰੈਂਟਸ ਨੂੰ ਸਮਝ ਆ ਰਹੀ ਹੈ, ਕਿਡਸ ਨੂੰ ਕੋਈ ਸਮਝ ਆ, ਉਹਨਾਂ ਨੂੰ ਹਾਕੀ ਦੀ ਗੇਮ ਦਾ ਟੋਟਲ ਪਤਾ, ਚਾਹੇ ਕੁਝ ਵੀ ਬੋਲਦਾ ਹੋਵੇ, ਡਜ਼ਨਟ ਮੇਕ ਐਨੀ ਡਿਫਰੈਂਸ। ਸੋ ਸਾਰਾ ਪਰਿਵਾਰ ਇਕੱਠਾ ਬੈਠ ਕੇ ਦੇਖਦਾ। ਅੱਜ ਜਿਹੜੀਆਂ ਹੋਰ ਲੈਂਗੁਏਜਸ ਸ਼ੁਰੂ ਕੀਤੀਆਂ ਨੇ, ਤੁਸੀਂ ਇਮੈਜਿਨ ਕਰੋ ਕੈਨੇਡਾ ਦੇ ਵਿੱਚ ਇੰਨੀਆਂ ਲੈਂਗੁਏਜਸ ਨੂੰ ਐਕਸੈਪਟੈਂਸ ਮਿਲ ਰਹੀ ਹੈਗੀ ਆ, ਇਹਨਾਂ ਨੂੰ ਮੰਨਿਆ ਜਾ ਰਿਹਾ ਵੀ ਇੱਥੇ ਹੋਰ ਲੈਂਗੁਏਜਸ ਦੀ ਜ਼ਰੂਰਤ ਵੀ ਹੈਗੀ ਆ। ਔਰ ਇਸ ਗੱਲੋਂ ਇਹ ਜਿਹੜਾ ਸਾਡਾ ਕੰਟਰੀ ਹੈ ਜੀ, ਬਹੁਤ ਵਧੀਆ ਕੰਟਰੀ ਹੈ। ਇਹ ਐਸਾ ਕੰਟਰੀ ਆ ਕਿ ਜਿਹਨੂੰ ਤੁਹਾਨੂੰ ਆ ਕੇ ਇੱਥੇ ਆਪਣਾ ਧਰਮ ਸਭ ਕੁਝ ਮੰਨ ਸਕਦੇ ਹੋ, ਜ਼ੁਬਾਨ ਕਰ ਸਕਦੇ ਹੋ, ਤੁਹਾਡੀਆਂ ਜ਼ੁਬਾਨਾਂ ਦੇ ਵਿੱਚ ਤੁਹਾਨੂੰ ਸਰਵਿਸ ਮਿਲਦੀ ਹੈ। ਮੇਰਾ ਖਿਆਲ, ਮੈਂ ਗਲਤ ਨਹੀਂ ਜੀ ਇਸ ਮਾਮਲੇ 'ਚ, ਦਿਸ ਇਜ਼ ਵਨ ਆਫ ਦ ਬੈਸਟ ਪਲੇਸਿਸ ਇਨ ਦ ਵਰਲਡ ਟੂ ਲਿਵ। ਇੱਥੇ ਆ ਸਕਦੇ ਹੋ, ਆਓ ਜੀ, ਬਹੁਤ ਸੋਹਣਾ ਮੁਲਕ ਹੈ,
ਆਪਦਾ ਤੁਸੀਂ ਇਹ ਫਾਈਨਲ ਡੈਸਟੀਨੇਸ਼ਨ ਬਣਾ ਸਕਦੇ। ਐਂਡ ਈਵਨ ਕਿ ਤੁਸੀਂ ਇਹ ਦੇਖੋ ਕਿ ਹਾਕੀ ਕਿੰਨੇ ਘਰਾਂ ਤੱਕ ਜਾਏਗੀ, ਜਿਨ੍ਹਾਂ ਦੇ ਕੋਲ ਇਸ ਵਕਤ ਉਹਨਾਂ ਦੀਆਂ ਲੈਂਗੁਏਜਸ 'ਚ ਪਹੁੰਚੇਗੀ, ਉਹ ਹਰ ਕੋਈ ਇਸ ਵਕਤ ਦੇਖਣ ਦੀ ਕੋਸ਼ਿਸ਼ ਕਰੇਗਾ ਕਿ ਸਾਡੀ ਲੈਂਗੁਏਜ ਦੇ ਵਿੱਚ ਕਿਵੇਂ ਕਮੈਂਟਰੀ ਹੋ ਰਹੀ ਹੈ। ਬਿਲਕੁਲ ਤਰਨ, ਔਰ ਉਹਨਾਂ ਜ਼ੁਬਾਨਾਂ ਦੇ ਵਿੱਚ ਦੇਖਣ ਵਾਲੇ ਲੋਕ ਆਪਣੇ ਕਿਡਸ ਨੂੰ ਇਨਕਰੇਜ ਕਰਨਗੇ ਵੀ ਇਹ ਖੇਡਣ। ਆਈਸ ਹਾਕੀ ਦੀ ਗੱਲ ਕਰ ਰਹੇ ਜੀ, ਅਸੀਂ ਜੋ ਇੱਥੇ ਹਾਕੀ ਕਹਿੰਦੇ ਹਾਂ ਤਾਂ ਆਈਸ ਹਾਕੀ ਹੈ ਜੀ, ਜਦੋਂ ਹੋਰਾਂ ਥਾਵਾਂ ਤੇ ਹਾਕੀ ਕਹਿੰਦੇ ਆ ਤਾਂ ਫੀਲਡ ਹਾਕੀ ਕਹਿੰਦੇ ਆ, ਅਸੀਂ ਉਹਨੂੰ ਫੀਲਡ ਹਾਕੀ ਕਹਿੰਦੇ ਆ। ਇਹ ਹੋਰਾਂ ਜ਼ਬਾਨਾਂ ਨੂੰ ਬੋਲਣ ਵਾਲੇ ਬੱਚੇ ਵੀ ਇਹ ਗੇਮਾਂ ਖੇਡਣਗੇ। ਬਿਲਕੁਲ ਜੀ, ਕੀ ਬਾਤ ਹੈ। 17 ਤਰੀਕ ਨੂੰ ਅਸੀਂ ਦੇਖਣਾ ਨਾ ਭੁੱਲਿਓ। ਦੇ ਨਾਲ ਹੀ ਇੰਸਟਾਗ੍ਰਾਮ ਦੇ ਉੱਤੇ ਤੁਸੀਂ ਇਹ ਵੀ ਦੱਸ ਸਕਦੇ ਹੋ ਕਿ ਕਿਹੜੀ ਲੈਂਗੁਏਜ ਦੇ ਵਿੱਚ ਤੁਸੀਂ ਇਹ ਜਿਹੜਾ ਮੈਚ ਆ ਹਾਕੀ ਦਾ ਵੇਖਿਆ, ਇਹਦੇ ਬਾਰੇ ਵੀ ਤੁਸੀਂ ਦੱਸ ਸਕਦੇ ਹੋ ਤਾਂ ਕਿ ਪਤਾ ਲੱਗੇ ਕਿ ਸਭ ਤੋਂ ਵੱਧ ਕਿਹੜੀ ਲੈਂਗੁਏਜ ਵਿੱਚ ਇਸ ਨੂੰ ਦੇਖਿਆ ਗਿਆ ਸੀ। ਐਂਡ ਤਰਨ ਜਿਹੜੇ ਇਹਦੇ ਸੀਨੀਅਰ ਬ੍ਰਾਂਡ ਡਾਇਰੈਕਟਰ ਨੇ ਜੀ, ਮੈਂ ਉਹਨਾਂ ਦਾ ਨਾਮ ਜ਼ਰੂਰ ਦੱਸਣਾ ਚਾਹੁੰਦਾ ਜੀ, ਜੈ ਘੋਸ਼ ਸਾਹਿਬ ਨੇ ਜੀ, ਜਿਹੜੇ ਕਿ ਇੰਡੀਅਨ ਡਿਸੈਂਟ ਤੋਂ ਨੇ। ਮੈਂ ਇਸ ਮਾਮਲੇ ਦੇ ਵਿੱਚ ਇਸ ਚੀਜ਼ ਦੀ ਪਹਿਲ ਕੀਤੀ ਹੈ। ਬਿਲਕੁਲ ਜੀ। ਤੇ ਸਰ ਖਬਰਾਂ ਦਾ ਸਿਲਸਿਲਾ ਹੁਣ ਇੱਥੇ ਸਮਾਪਤ ਕਰਦੇ ਹਾਂ। ਦਰਸ਼ਕਾਂ ਲਈ ਸਵਾਲ ਹੁੰਦਾ, ਫਿਰ ਅੱਜ ਦਾ ਸਵਾਲ ਕੀ ਹੈ ਦਰਸ਼ਕਾਂ ਲਈ? ਲਓ ਜੀ, ਅੱਜ ਫਿਰ ਪਰਸਨੈਲਿਟੀ ਹੈ ਜੀ। ਇਹਨਾਂ ਦਾ ਜਨਮ ਜੀ 1915 ਤੇ 1920 ਚ ਹੈ ਜੀ। ਜਿਹੜਾ ਨਾਂ ਤੇ ਇਹ ਮਸ਼ਹੂਰ ਹੋਏ ਨੇ ਜੀ, ਇਹ ਉਹਨਾਂ ਦਾ ਨਾਂ ਅਸਲੀ ਨਾਂ ਨਹੀਂ ਸੀਗਾ, ਅਸਲੀ ਨਾਂ ਕੁਝ ਹੋਰ ਸੀਗਾ। ਇਨੀਸ਼ੀਅਲ ਸੇਮ ਸੀਗੇ ਉਹਦੇ ਨਾਂ ਦੇ ਸ਼ੁਰੂ ਹੋਣ ਦੇ। ਇਹਨਾਂ ਜੀ ਹਡਾਲੀ ਬ੍ਰਿਟਿਸ਼ ਇੰਡੀਆ ਦੇ ਵਿੱਚ ਜਿਹੜਾ ਪਾਕਿਸਤਾਨ ਸੀਗਾ, ਉੱਥੇ ਇਹਨਾਂ ਦਾ ਜਨਮ ਹੋਇਆ। ਇੰਡੀਆ 'ਚ ਇਹਨਾਂ ਦੀ ਡੈਥ ਹੋਈ ਹੈ ਜੀ। ਇਹ ਆਥਰ ਸੀ, ਲਾਇਰ ਸੀ, ਡਿਪਲੋਮੈਟ ਸੀ, ਜਰਨਲਿਸਟ ਸੀ, ਪੋਲੀਟੀਸ਼ੀਅਨ ਸੀ। ਜਦੋਂ 1947 ਦੇ ਵਿੱਚ ਪਾਰਟੀਸ਼ਨ ਹੋਈ ਹੈ ਤਾਂ ਇਹਨਾਂ ਨੇ ਇੱਕ ਨਾਵਲ ਲਿਖਿਆ। ਉਹ ਨਾਵਲ ਦੇ ਉੱਤੇ ਅਖੀਰ ਫਿਲਮ ਵੀ ਬਣੀ ਹੈ। ਜਦੋਂ 1947 ਦੇ ਵਿੱਚ ਵੰਡ ਹੋਈ ਹੈ ਤਾਂ ਟੋਰਾਂਟੋ ਦੇ ਵਿੱਚ ਇਹ ਇੱਥੋਂ ਦੇ ਜਿਹੜਾ ਸਾਡਾ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਵਾਲਾ ਆਫਿਸ ਸੀਗਾ, ਉਹਦੇ ਵਿੱਚ ਉਦੋਂ ਇਹਨਾਂ ਨੇ ਉਹ 'ਚ ਕੰਮ ਕੀਤਾ ਜੀ। ਇਹ ਲੰਡਨ ਤੋਂ ਇਹਨਾਂ ਨੇ ਲਾਇਰ ਬਣੇ ਸੀਗੇ ਜੀ। ਕਿੰਗਸ ਕਾਲਜ ਲੰਡਨ ਦੇ ਵਿੱਚ ਇਹਨਾਂ ਨੇ ਲਾਅ ਕੀਤਾ ਜੀ। ਕਾਲਰ ਜੁੜ ਗਏ ਨੇ ਜੀ, ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਟੀਵੀ ਤੇ ਨਾ ਸੁਣੋ ਜੀ। ਸਤਿ ਸ਼੍ਰੀ ਅਕਾਲ, ਕਿੱਥੇ ਬੋਲ ਰਹੇ ਹੋ? ਚਲੋ ਮੁਆਫੀ ਚਾਹਾਂਗੇ ਜੀ। ਇਹਨਾਂ ਨੇ ਜੀ ਮਾਡਰਨ ਸਕੂਲ ਨਿਊ ਦਿੱਲੀ, ਸੇਂਟ ਸਟੀਫਨਸ ਕਾਲਜ, ਉੱਥੋਂ ਗਵਰਨਮੈਂਟ ਕਾਲਜ ਲਾਹੌਰ ਦੇ ਵਿੱਚੋਂ ਇਹਨਾਂ ਨੇ ਸਟੱਡੀ ਕੀਤੀ ਹੈ। ਲਾਅ ਇਹਨਾਂ ਨੇ ਯੂਨੀਵਰਸਿਟੀ ਲੰਡਨ 'ਚ ਕੀਤਾ ਜੀ। ਤੇ ਇਹਨਾਂ ਨੇ ਇੰਡੀਅਨ ਫੋਰਸ ਸਰਵਿਸਿਜ਼ 'ਚ ਮੈਂ ਤਾਂ ਗੱਲ ਕੀਤੀ ਹੈ, ਉਹਦੇ ਵਿੱਚ ਇਹਨਾਂ ਨੇ ਪਹਿਲੀ ਵਾਰੀ ਇਹ ਆਪਣੇ ਟੋਰਾਂਟੋ ਦੇ ਵਿੱਚ ਆ ਕੇ ਕੰਮ ਸ਼ੁਰੂ ਕੀਤਾ ਸੀਗਾ ਜੀ। ਇਹਨਾਂ ਨੇ ਖਾਸ ਕਰਕੇ ਜਿਹੜੀਆਂ ਕਾਲਰ ਲੈ ਲਈਏ ਜੀ। ਵੈਸੇ ਸਾਨੂੰ ਆਨਸਰ ਆਉਣੇ ਸ਼ੁਰੂ ਹੋ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਤਰਨ ਜੀ, ਸਤਿ ਸ਼੍ਰੀ ਅਕਾਲ ਮਰਗਿਨ ਜੀ। ਇਹ ਬੜੇ ਫੇਮਸ ਰਾਈਟਰ, ਮੇਰੇ ਵਨ ਆਫ ਦਾ ਫੇਵਰੇਟ ਰਾਈਟਰ ਵੀ ਰਹੇ ਖੁਸ਼ਵੰਤ ਸਿੰਘ ਜੀ ਦੀ ਗੱਲ ਕਰ ਰਹੇ ਹੋ ਸ਼ਾਇਦ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਸ਼ੁਕਰੀਆ ਕਾਲ ਕਰਨ ਲਈ। ਰੁਪਿੰਦਰ ਬਾਜਵਾ ਜੀ ਦਾ ਮੈਸੇਜ ਆ ਗਿਆ, ਕਹਿ ਰਹੇ ਨੇ ਖੁਸ਼ਵੰਤ ਸਿੰਘ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਤਰਨ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਰਗਿਨ ਜੀ। ਮੇਰੇ ਖਿਆਲ ਨਾਲ ਖੁਸ਼ਵੰਤ ਸਿੰਘ ਦੀ ਗੱਲ ਹੋ ਰਹੀ ਹੈ ਜੀ। ਖੁਸ਼ਵੰਤ ਸਿੰਘ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ ਮੈਂ ਕੈਲਗਰੀ ਤੋਂ ਬੋਲ ਰਹੀ ਹਾਂ ਜੀ। ਅਮਰਜੀਤ ਕੌਰ ਹੈ ਮੇਰਾ ਨਾਮ। ਜੀ ਮੈਮ। ਕੌਣ ਹੈ ਜੀ ਇਹ? ਅਮਰਜੀਤ ਕੌਰ ਹੈ ਮੇਰਾ ਨਾਮ। ਹਾਂਜੀ ਦੱਸੋ ਜੀ, ਕਿਹਦੇ ਬਾਰੇ ਕੀ ਗੱਲ ਕਹਿਣਾ ਕਰ ਰਹੇ ਹੋ ਚਾਹੁੰਦੇ ਜੀ? ਖੁਸ਼ਵੰਤ ਸਿੰਘ ਜੀ। ਖੁਸ਼ਵੰਤ ਸਿੰਘ ਜੀ, ਥੈਂਕ ਯੂ ਜੀ, ਸ਼ੁਕਰੀਆ ਜੀ ਕਾਲ ਕਰਨ ਲਈ। ਇਹਨਾਂ ਨੂੰ ਪਦਮ ਭੂਸ਼ਣ ਮਿਲਿਆ ਸੀ ਤਾਂ 1984 ਦੇ ਵਿੱਚ ਇਹਨਾਂ ਨੇ ਉਹ ਪਦਮ ਭੂਸ਼ਣ ਵਾਪਸ ਕਰ ਦਿੱਤਾ ਸੀਗਾ। ਬਹੁਤ ਵੱਡੀ ਘਟਨਾ ਵਾਪਰੀ ਸੀਗੀ, ਉਸ ਕਰਕੇ ਬਾਅਦ ਚ ਇਹਨਾਂ ਨੂੰ ਫਿਰ ਉਸ ਤੋਂ ਵੀ ਵੱਡਾ ਪ੍ਰਾਈਜ਼ ਦਿੱਤਾ ਗਿਆ ਜੀ। ਜੀ ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? Hello, ਹਾਈ ਨਵਨੀਤ, ਹਾਊ ਆਰ ਯੂ? it's Khushwant Singh. ਖੁਸ਼ਵੰਤ ਸਿੰਘ, Yeah, ਥੈਂਕ ਯੂ ਸੋ ਮਚ। ਨੈਕਸਟ ਕਾਲਰ ਸਰ ਇੱਕ ਹੋਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ ਤਰਨ ਜੀ। ਇਹ ਤੁਸੀਂ ਗੱਲ ਕਰ ਰਹੇ ਹੋ ਹਰਦੀਪ ਸਿੰਘ ਮਲਿਕ ਜੀ। ਹਰਦੀਪ ਸਿੰਘ ਮਲਿਕ, ਥੈਂਕ ਯੂ ਹਰਦੀਪ ਜੀ। ਸਿੰਘ ਮਲਿਕ, ਕਿੱਥੋਂ ਬੋਲ ਰਹੇ ਹੋ ਸਰ? ਹਾਂਜੀ, ਇਹ ਪਹਿਲੇ ਡਿਪਲੋਮੈਟ ਸੀਗੇ ਜੀ ਇੰਡੀਆ ਦੇ ਇਨ ਆਫ ਕੈਨੇਡਾ। ਹੀ ਇਜ਼ he's got a very checkered career. ਮੈਂ ਬਹੁਤ ਡਿਟੇਲ ਦੇ ਵਿੱਚ ਪੜ੍ਹਿਆ ਜੀ ਇਹਨਾਂ ਦੇ ਬਾਰੇ। ਇਨ ਕੇਸ ਯੂ ਆਰ ਆਈ ਥਿੰਕ ਟਾਕਿੰਗ ਟੂ ਦ ਸੇਮ ਪਰਸਨ। ਸਰ ਕਿੱਥੋਂ ਬੋਲ ਰਹੇ ਹੋ ਜੀ ਤੁਸੀਂ? ਮੈਂ ਬ੍ਰੈਂਪਟਨ ਤੋਂ ਹੀ ਬੋਲ ਰਿਹਾ ਜੀ। ਜੀ ਥੈਂਕ ਯੂ ਸੋ ਮਚ ਜੀ, ਸ਼ੁਕਰੀਆ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਹਰਦੀਪ ਸਿੰਘ ਮਲਿਕ ਸੀਗੇ ਜੀ। ਇਹਨਾਂ ਦਾ ਜਨਮ ਪਾਕਿਸਤਾਨ 'ਚ ਹੋਇਆ ਸੀ। ਇਹ ਉਦੋਂ ਫਿਰ ਇੰਗਲੈਂਡ ਆਏ ਸੀ ਪੜ੍ਹਨ ਵਾਸਤੇ ਜੀ। ਇਹ ਪਾਇਲਟ ਵੀ ਸੀਗੇ ਸੈਕੰਡ ਵਰਲਡ ਵਾਰ ਦੇ ਵਿੱਚ, ਇਹਨਾਂ ਨੇ ਹਿੱਸਾ ਵੀ ਲਿਆ ਜੀ। ਸ਼ੁਕਰੀਆ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਸਰ ਨੈਕਸਟ ਕਾਲਰ ਹੋਰ ਜੁੜੇ ਹੋਏ ਨੇ ਸਾਡੇ ਨਾਲ।
ਇੱਕ ਇੱਕ ਕਰਕੇ ਮੈਂ ਸਰਵਰ ਟੀਮ ਨੂੰ ਕਹਾਂਗੀ ਕਾਲਸ ਫਾਰਵਰਡ ਕੀਤੀਆਂ ਜਾਣ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਮੈਂ ਬ੍ਰੈਂਪਟਨ ਤੋਂ ਬੋਲਦਾ ਯੋਗਰਾਜ ਚੋਪੜਾ, ਸਰਦਾਰ ਖੁਸ਼ਵੰਤ ਸਿੰਘ ਜੀ। ਥੈਂਕ ਯੂ ਚੋਪੜਾ ਸਾਹਿਬ, ਸ਼ੁਕਰੀਆ ਜੀ, ਸ਼ੁਕਰੀਆ ਸਰ। ਇਹਨਾਂ ਨੇ ਤਰਨ ਹਰੇ ਆਪਾਂ ਸਾਰਾ ਕੁਝ ਦੱਸ ਰਹੇ ਹਾਂ। ਨੈਕਸਟ ਕਾਲਰ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਮਾਸਟਰ ਧਰਮਪਾਲ ਸਿੰਘ ਨਵਾਂ ਸ਼ਹਿਰ ਜੀ। ਹਾਂਜੀ, ਖੁਸ਼ਵੰਤ ਸਿੰਘ ਜੀ ਹੈ, ਸਰਦਾਰ ਖੁਸ਼ਵੰਤ ਸਿੰਘ ਜੀ। ਥੈਂਕ ਯੂ ਜੀ ਸ਼ੁਕਰੀਆ ਜੀ, ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ, ਕਾਲ ਕਰਨ ਲਈ ਸ਼ੁਕਰੀਆ। ਇਹਨਾਂ ਨੇ ਇੱਕ ਲਸਟਡ ਵੀਕਲੀ ਸੀਗਾ ਜੀ, ਉਹਦੇ ਇਹ ਐਡੀਟਰ ਬਣੇ ਸੀਗੇ। ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਨਵਾਂ ਸਪਰਸ਼ੀਆ ਤੋਂ ਬੋਲ ਰਹੀ ਹਾਂ ਜੀ ਮੈਮ। ਸਰਦਾਰ ਖੁਸ਼ਵੰਤ ਸਿੰਘ ਜੀ ਦੀ ਗੱਲ ਕਰ ਰਹੇ ਹਾਂ ਜੀ। ਜੀ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ ਜੀ। ਤਰਨ ਨੇ ਲਸਟਡ ਵੀਕਲੀ ਸੀਗੀ, ਉਹ ਮੈਗਜ਼ੀਨ ਜਦੋਂ ਇਹਨਾਂ ਨੇ ਟੇਕ ਓਵਰ ਕੀਤਾ ਸੀਗਾ, ਬੜਾ ਵਧੀਆ ਮੈਗਜ਼ੀਨ ਸੀ, ਤੁਹਾਡੇ ਵੇਲੇ ਤਾਂ ਰਿਹਾ ਹੀ ਨਹੀਂ ਹੈ। ਮੈਂ ਉਹਦਾ ਰੈਗੂਲਰ ਰੀਡਰ ਰਿਹਾ ਜੀ। ਜਦੋਂ ਇਹਨਾਂ ਕੋਲੇ ਆਈ ਸੀ ਜੀ, ਉਹਦੀ ਜਿਹੜੀ ਸਰਕੂਲੇਸ਼ਨ ਹੈ ਉਦੋਂ 5 ਗੁਣਾ ਵਧ ਗਿਆ ਸੀਗਾ। ਔਰ ਜਦੋਂ ਇਹਨੂੰ ਕਿਹਾ ਗਿਆ ਰਿਟਾਇਰਮੈਂਟ ਤੋਂ 2 ਦਿਨ ਪਹਿਲਾਂ ਕਿਹਾ ਗਿਆ ਭਾਈ ਛੱਡੋ ਇਹਨੂੰ, ਰਾਈਟ ਵੇ ਇਹਨੂੰ ਅਸਤੀਫਾ ਦੇਣਾ ਪੈ ਗਿਆ ਸੀ ਉਹਦੇ ਵਿੱਚੋਂ। ਬਿਲਕੁਲ ਜੀ, ਸਾਰਿਆਂ ਨੇ ਸਹੀ ਜਵਾਬ ਦਿੱਤਾ। ਖੁਸ਼ਵੰਤ ਸਿੰਘ, ਮੈਂ ਤੁਹਾਨੂੰ ਇਹਨਾਂ ਦਾ ਪਹਿਲਾ ਨਾਮ ਵੀ ਦੱਸ ਦਿੰਦਾ ਸਰ। ਅਨਿਲ ਨਖਵਾਲ ਤੇ ਸੁਰਿੰਦਰ ਜਨੇਜਾ ਜੀ ਵੀ ਕਹਿ ਰਹੇ ਨੇ ਸਰਦਾਰ ਖੁਸ਼ਵੰਤ ਸਿੰਘ। ਥੈਂਕ ਯੂ ਜੀ। ਹਾਂ, ਤੇ ਇਹ ਜੀ ਇਹਨਾਂ ਦਾ ਪਹਿਲਾ ਨਾਮ ਖੁਸ਼ਹਾਲ ਸਿੰਘ ਸੀਗਾ, ਇਹਨੂੰ ਪਸੰਦ ਨਹੀਂ ਸੀਗਾ, ਇਹਨੇ ਬਦਲ ਕੇ ਫਿਰ ਖੁਸ਼ਵੰਤ ਸਿੰਘ ਰੱਖਿਆ ਸੀਗਾ। ਐਂਡ ਬੜਾ ਡਿਪਲੋਮੈਟ ਹੈ ਜੀ। ਵੈਸੇ ਤੁਹਾਨੂੰ ਇੱਕ ਗੱਲ ਇਹਨਾਂ ਦੇ ਬਾਰੇ ਹੋਰ ਦੱਸਿਆ, ਸ਼ਾਇਦ ਪਤਾ ਹੋਵੇਗਾ ਤੁਹਾਨੂੰ, ਇਹਦੇ ਫਾਦਰ ਸਰ ਸੋਭਾ ਸਿੰਘ ਜੀ, ਉਹਦੇ ਬਾਰੇ ਵੀ ਤੁਹਾਨੂੰ ਪੂਰੀ ਗੱਲ ਕਰਾਂਗੇ ਜੀ, ਸਮਾਂ ਥੋੜਾ ਮੇਰੇ ਕੋਲੇ। ਉਹਨੇ ਭਗਤ ਸਿੰਘ ਦੇ ਅਗੇਂਸਟ ਗਵਾਹੀ ਦਿੱਤੀ ਸੀਗੀ ਜੀ, ਪਰ 1984 ਦਾ ਜਿਹੜਾ ਬਲੂ ਸਟਾਰ ਆਪਰੇਸ਼ਨ ਹੋਇਆ ਸੀਗਾ, ਉਹਦੇ ਵਿੱਚ ਜਿਹੜਾ ਇਹਨਾਂ ਨੂੰ ਸਰਕਾਰ ਨੇ ਅਵਾਰਡ ਦਿੱਤਾ ਸੀਗਾ, ਇਹਨਾਂ ਨੇ ਵਾਪਸ ਕਰ ਦਿੱਤਾ ਸੀਗਾ। ਵੈਰੀ ਬੜਾ ਵੱਡਾ ਕੈਰੀਅਰ ਰਿਹਾ ਜੀ, ਬਹੁਤ ਵਧੀਆ ਲਿਖਦੇ ਰਹੇ ਨੇ। ਮੈਂ ਕਿਤਾਬਾਂ ਪੜ੍ਹੀਆਂ ਨੇ ਜੀ ਇਹਨਾਂ ਦੀਆਂ, ਮੇਰੇ ਕੋਲੇ ਪਈਆਂ ਵੀ ਹੈਗੀਆਂ ਨੇ। ਫਾਦਰ ਨੇ ਜੋ ਕੁਛ ਕੀਤਾ ਹੈ, ਉਹ ਜ਼ਰੂਰੀ ਨਹੀਂ ਹੈ ਕਿ ਸਾਨੂੰ ਉਸ ਚੀਜ਼ ਦਾ ਆਪਾਂ ਕੋਈ ਖਮਿਆਜ਼ਾ ਭੁਗਤਣਾ ਹੋਏ, ਇਸ ਗੱਲੋਂ ਆਪਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੈਗਾ। ਪਰ ਇਹਨੇ ਅਖੀਰ ਤੇ ਆ ਕੇ ਧਰਮ ਨੂੰ ਨਹੀਂ ਸੀ ਮੰਨਦਾ। ਜਿਹੜੀ ਮੈਂ ਫਿਲਮ ਦੀ ਗੱਲ ਕੀਤੀ ਹੈ, ਜਿਹੜੀ ਇਹਨਾਂ ਤੇ ਬਣਾਈ, ਇਹਨਾਂ ਦੇ ਜਿਹੜਾ ਲਿਖਿਆ ਸੀਗਾ, ਉਹ ਸਮਥਿੰਗ ਟੂ ਟ੍ਰੇਨ ਟੂ ਪਾਕਿਸਤਾਨ ਆ ਮੇਰੇ ਖਿਆਲ 'ਚ, ਨਹੀਂ ਬੋਲਦਾ। ਇਹਨਾਂ ਨੇ ਇੰਗਲਿਸ਼ ਵਿੱਚ ਵੀ ਲਿਖਿਆ ਜੀ, ਪੰਜਾਬੀ ਵਿੱਚ ਵੀ ਲਿਖਿਆ। ਬਹੁਤ ਵਧੀਆ ਆਥਰ, ਇਹਨਾਂ ਦੀ ਲਿਖਤਾਂ ਪੜ੍ਹਨ ਵਾਲੀ ਨੇ। ਵਿੱਚ ਸਟਾਇਰ ਐਸਾ ਕਈ ਐਸੀਆਂ ਗੱਲਾਂ ਨੇ ਕਿ ਬਿਲਕੁਲ ਸਿੱਧੀਆਂ ਹੀ ਲਿਖੀਆਂ ਹੋਈਆਂ ਨੇ। ਧਰਮ ਦੇ ਬਾਰੇ ਵੀ ਧਰਮ ਨੂੰ ਮੰਨਦਾ ਨਹੀਂ ਸੀਗਾ, ਉਹਤੇ ਜਿਹੜਾ ਕਟਾਕਸ਼ ਕੀਤਾ ਉਹ ਸੱਚੀ ਦੇਖਣ ਵਾਲਾ, ਪੜ੍ਹਨ ਵਾਲਾ। ਬਿਲਕੁਲ ਜੀ। ਅੱਜ ਇੰਨਾ ਹੀ ਸਰ, ਇੱਕ ਦਰਸ਼ਕ ਜਿਨ੍ਹਾਂ ਨੇ ਕੌਂਸਲੇਟ ਦਾ ਨੰਬਰ ਮੰਗਿਆ ਸੀ, ਉਹ ਨੰਬਰ ਜ਼ਰੂਰ ਦੇ ਦਈਏ। ਸੋ ਟੋਰਾਂਟੋ ਦੇ ਨੰਬਰ ਦੇਣ ਲੱਗਿਆ ਜੀ ਅਸੀਂ। ਇਹ ਹੈਗਾ ਆ ਕੌਂਸਲੇਟ ਜਨਰਲ ਆਫ ਇੰਡੀਆ, ਟੋਰਾਂਟੋ ਦਾ ਨੰਬਰ ਹੈ। ਸੋ ਨੰਬਰ ਨੋਟ ਕਰ ਲਵੋ ਤੁਸੀਂ। ਇੱਥੇ ਤੁਸੀਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਵੇਰੇ 9:30 ਤੋਂ 12:30 ਤੇ 3 ਤੋਂ ਲੈ ਕੇ 4 ਵਜੇ ਦੇ ਵਿੱਚ ਕਾਲ ਕਰ ਸਕਦੇ ਹੋ। ਤੇ ਜੇਕਰ ਕਾਲ ਨਹੀਂ ਵੀ ਮਿਲ ਰਹੀ ਤਾਂ ਤੁਸੀਂ ਕੋਸ਼ਿਸ਼ ਕਰਦੇ ਰਹੋ, ਕਿਉਂਕਿ ਸਮ ਟਾਈਮ ਵੋਲਿਊਮ ਜ਼ਿਆਦਾ ਹੁੰਦਾ ਕਾਲਸ ਦਾ, ਤਾਂ ਕਰਕੇ ਕਾਲ ਨਹੀਂ ਮਿਲ ਪਾਉਂਦੀ ਹੈਗੀ। ਫੋਨ ਨੰਬਰ ਹੈ ਜੀ 416 960 0751 416 960 0751। ਸੋ ਇਹ ਨੰਬਰ ਉਮੀਦ ਕਰਦੇ ਹਾਂ ਤੁਹਾਨੂੰ ਮਿਲ ਗਿਆ ਹੋਵੇਗਾ। ਫਿਲਹਾਲ ਪ੍ਰੋਗਰਾਮ 'ਚ ਸਾਨੂੰ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।